ਇੱਕ ਅੱਛਾ ਜ਼ਬਾਨ ਯਾਰ ਦਾ ਨਹੀਂ ਉਹ ਯਾਰ ਨਹੀਂ ਜਾਂਦੇ ਯਾਰ ਉਹ ਯਾਰ ਕਦੀ ਨਹੀਂ ਅੱਜ ਤੋਂ ਜਾਂਦੇ ਬਾਅਦ ਦੇਖੀਏ ਨਾ ਤੈਨੂੰ ਬਾਈ ਮੈਂ ਜੀ ਜਾ ਸਕਦਾ ਮਾਨ ਤੇ ਸਾਹਿਬ ਦੂਜੇ ਦੀ ਜਾ ਨਿੱਕੀ ਦੀ ਗੱਲ ਕਰ ਫਿਰ ਨਿੱਕੀ ਦੀ ਕਦੀ ਗੱਲ ਕਿਸੇ ਕਰਕੇ ਦੀ ਤੇ ਮੈਂ ਮਰੋੜ ਤੇ ਤੂੰ ਚੱਲਿਆ ਕਿਉਂ ਇਹਦਾ ਮਤਲਬ ਹੈ ਤੂੰ ਥੁੱਕ ਕੇ ਚਟਿਆ ਬਹਿਰੀਨ। ਇਹਨਾਂ ਗਾਲਾਂ ਪਾਣੀਆਂ ਨੇ ਨਾਜ਼ਰ ਬਾਟਾ ਜੇ ਤੂੰ ਹੁਣ ਗਾਲਾਂ ਪਾਣੀਆਂ ਜਦੋਂ ਇੱਕ ਬੰਦਾ ਕਹਿੰਦਾ ਸਾਡੀ ਜੁੱਤੀ ਨੂੰ ਨਹੀਂ ਪਰਵਾਹ ਤੇ ਆਪ ਕਿਹਾ ਸੂ ਮੈਂ ਤੇ ਨਹੀਂ ਕਿਹਾ ਇਹਨੇ ਖੁਦ ਕਿਹਾ ਅਗਰ ਇੱਕ ਜ਼ਬਾਨ ਵਾਲਾ ਤੇ ਨਾ ਜਾਏ ਅੱਗੋਂ। ਅੱਛਾ ਮੈਂ ਗੱਲ ਕਰ ਲਾਂ ਫਿਰ ਤੁਹਾਡੀ ਗੱਲ ਕਰਨਾ ਮੈਨੂੰ ਗੱਲ ਮੁਕੰਮਲ ਕਰ ਲੈਂਦੇ 1 ਮਿੰਟ ਮਿਊਟ ਕਰੋ ਮੈਨੂੰ ਗੱਲ ਮੁਕੰਮਲ ਕਰ ਅੱਜ ਪਤਾ ਚੱਲ ਜਾਏਗਾ ਅੱਜ ਤੋਂ ਬਾਅਦ ਯਾਰ ਤੇਰਾ ਪਿਛਲਾ ਦਿਨ ਸ਼ਾਹਰੁਖ ਮਰਦ ਦਾ ਬੱਚਾ ਹੈ ਜਾਂ ਨਹੀਂ ਹੈ ਆਪਣੀ ਸ਼ਾਹਰੁਖ ਚੁੱਪ ਕਰ ਜਾ ਮੈਨੂੰ ਗੱਲ ਮੁਕੰਮਲ ਕਰ ਲੈਂਦੇ ਜਾਂ ਨਹੀਂ ਹੈ ਮੈਨੂੰ ਗੱਲ ਮੁਕੰਮਲ ਦੂਸਰਾ ਤੂੰ ਕਹਿ ਰਿਹਾ ਸੀ ਨਾ ਦੂਸਰਾ ਕਹਿ ਰਿਹਾ ਸੀ ਬਿੱਲਾ ਸਾਹਿਬ ਦਾ ਤੇ ਉਹ ਮੇਰਾ ਬੱਚਾ ਤੂੰ ਜਾ ਨਾ ਇਸਰਾ ਉਹ ਤੂੰ ਜਾ ਤੇ ਤੂੰ ਬਸ਼ੀਰੇ ਦਾ ਪਤਾ ਕਰ ਕੇ ਤੂੰ ਤੇਰੇ ਮੁਤਾਬਕ ਜਿਹੜਾ ਨਾ ਚੁੱਪ ਕਰ ਜਾ ਮੈਨੂੰ ਗੱਲ ਸੁਣਾਓ ਜੀ ਤੁਸੀਂ ਗੱਲ ਚੌਧਰੀ ਸਾਹਿਬ ਸੁਣਾਓ ਜੀ ਜੀ ਸੁਣਾਓ ਇਹ ਉਹਦੇ ਇਲਹਾਮ ਹੀ ਲਿਖੇ ਨੇ ਇਹੋ ਹੀ ਕਿਤਾਬ ਹੈ 22ਵੀਂ ਜਿਲਦ ਸਫਾ 89 ਨੇ ਟਰੂ ਮੁਸਲਿਮ ਜਾਗਦਾ ਰਹਿਣਾ जी जी अंत मिन्नी बेमंज़िलत तौहीदी तू मुझसे ऐसे है जैसे कि मेरी तौहीद व तफरीदी और तफरीद फ़हान अन तो आन व तारिफ बैन अन्नास वक्त आता है कि तू मदद दिया जाएगा दुनिया में मशहूर किया जाएगा अंत मिन्नी बेमंज़िलत अर्शी तू मुझसे ऐसे है जैसे मेरे अर्श की तरह मेरे अर्श के मंजिल पर अंत मिन्नी बेमंज़िलत वलदी तू मुझसे मेरे बेटे के दर्जे पर है अंत मिन्नी बेमंज़िला तो वलदी तू ऐसे है जैसे बेटा होता है तू मेरे लिए ऐसे है जैसे बेटे के दर्जे पर अंत मिन्नी बेमंज़िला तो या ला या आलम हल खल्क तू मुझसे ऐसे दर्जे पर है कि जिसको दुनिया नहीं जानती यानी वो खुदा के बेटे के दर्जे पर भी है खुदा की तौहीद और तफरीद के दर्जे पर भी कहता है खुदा के अर्श के दर्जे पर भी कहता है अंत मिन्नी बेमंज़िलत अर्शी। तो हमारा तो मुसलमानों का तो ये अकीदा है कि अल्लाह ताला का कोई बेटा नहीं है कोई उनके अल्लाह ताला के अर्श के दर्जे पर नहीं है अल्लाह ताला का अर्श अल्लाह के लिए है लेकिन ये कहता है कि मुझे इल्हाम हुआ है कि तू मुझसे मेरे अर्श के दर्जे पर है तू मुझसे मेरी तौहीद के दर्जे पर है तू मुझसे मेरी औलाद के दर्जे पर है तू मुझसे मेरी बेटे के दर्जे पर है। तो ये खुदा का बेटा जी हाँ जी ये बेटा भी खुदा का बनता था। तो इसके बहुत सारे दावे हैं मैंने अभी आपको सिर्फ 5-6 दावे दिखाए हैं। ये इसका अल्लाह दी जात पाक माफ फरमाए मैं मां ਸਾਹਿਬ ਨਿੱਕੀ ਦੀ ਗੱਲ ਉਹ ਜਿਹੜਾ ਦਾਂਤੀ ਆਇਆ ਸੀ ਜਿਹੜਾ ਗਾਣਾ ਦੇ ਕੇ ਗਿਆ ਮੈਂ ਇਹਨੂੰ ਇਹਦੀ ਥੋੜੀ ਕਲਾਸ ਲੈਣਾ ਨਹੀਂ ਬੰਦਾ ਪੁੱਛੇ ਨਹੀਂ ਸਬਰ ਕਰ ਤੈਨੂੰ ਇੱਕ ਗੱਲ ਸੁਣਾਣਾ ਮੈਂ ਗੱਲ ਸੁਣਾਣਾ ਛੋੜ ਇਸ ਗੱਲਾਂ ਤੂੰ ਕਹਿ ਰਿਹਾ ਸੀ ਕਿ ਉਹ ਇੱਕ ਗੱਲ ਕਹਿੰਦੇ ਨੇ ਫਲਾਣ ਕਹਿੰਦੇ ਨੇ ਗੱਲ ਇੰਜੇ ਨਾ ਕਿ ਬੰਦਾ ਇੱਕ ਬੈਠਾ ਸੀ ਤੇ ਤੰਗ ਹੋ ਕੇ ਪਿਆ ਨਾ ਤੇ ਦੁਆ ਕਰਦਾ ਯਾ ਅੱਲਾ ਮੌਤ ਆ ਜਾਵੇ ਇਸ ਨਾਲ ਤਾਂ ਮੌਤ ਆ ਕਫਾਰੇ ਜਾਵੇ ਮੱਕਾ ਕਹਿੰਦੇ ਸਨ ਕਫਾਰੇ ਮੱਕਾ ਕਹਿੰਦੇ ਆ ਸਾਨੂੰ ਫਰਿਸ਼ਤੇ ਕਦੀ ਨਹੀਂ ਨਜ਼ਰ ਆਏ ਫਰਿਸ਼ਤੇ ਕਦੋਂ ਆਉਂਦੇ ਨੇ ਕਦੋਂ ਤੁਰ ਜਾਂਦੇ ਨੇ। ਉਹ ਜਾ ਤੂੰ ਬਸ਼ੀਰੁੱਦੀਨ ਮਹਿਮੂਦ ਦਾ ਪਿਓ ਲੱਭ ਉਹਨਾਂ ਨੂੰ ਸਵਾਲਾਂ ਦੇ ਜਵਾਬ ਉਹਦਾ ਪਿਓ ਕੋਈ ਨਹੀਂ ਸੀ ਜਾ ਉਹਨੂੰ ਲੱਭ ਲੈ ਉਹ ਕਹਿੰਦਾ ਸੀ ਫਰਿਸ਼ਤੇ ਉਹ ਜਾ ਕਦੋਂ ਆਉਂਦੇ ਬਸ਼ੀਰੁੱਦੀਨ ਨੇ ਇਹ ਕਿਹੜੇ ਟਾਈਮ ਫਰਿਸ਼ਤੇ ਆਉਂਦੇ ਨੇ ਬਸ਼ੀਰੁੱਦੀਨ ਕਿਹੜੇ ਟਾਈਮ ਜਾਂਦੇ ਨੇ ਇਹ ਕਿਹੜੇ ਟਾਈਮ ਆਉਂਦੇ ਨੇ ਉਹ ਮਨਾਫ ਕੋ ਜਵਾਬ ਦਿਓ ਉਹ ਵੀ ਪੁੱਛਦੇ ਸਨ ਫਰਿਸ਼ਤੇ ਕਦੋਂ ਆਉਂਦੇ ਨੇ ਜਵਾਬ ਦੇ ਫਰਿਸ਼ਤੇ ਕਦੋਂ ਆਉਂਦੇ ਸਨ ਜਵਾਬ ਦੇ ਉਹ ਫਰਿਸ਼ਤੇ ਕਦੋਂ ਆਉਂਦੇ ਸਨ ਅਬੂ ਜਹਿਲ ਪੁੱਛਦਾ ਓਏ ਸਰ ਜੀ ਇਹਨਾਂ ਨੂੰ ਬੰਦ ਕਰੋ ਜੀ ਵਿੱਚੋਂ ਕਫਾਰੇ ਮੱਕਾ ਵੀ ਪੁੱਛਦੇ ਸਨ ਕਫਾਰੇ ਮੱਕਾ ਦੀ ਔਲਾਦੇ ਅਬੂ ਜਹਿਲ ਦੀ ਔਲਾਦੇ ਉਹ ਵੀ ਪੁੱਛਦਾ ਸੀ ਉਹ ਆਂਦਾ ਸੀ ਫਰਿਸ਼ਤੇ ਕਦੋਂ ਆਉਂਦੇ ਨੇ ਸਾਨੂੰ ਪਤਾ ਹੀ ਨਹੀਂ ਚੱਲਦਾ ਅਬੂ ਜਹਿਲ ਪੁੱਛਦਾ ਸੀ ਅਬੂ ਜਹਿਲ ਪੁੱਛਦਾ ਸੀ ਇਹ ਫਰਿਸ਼ਤੇ ਕਦੋਂ ਆਉਂਦੇ ਨੇ ਅਬੂ ਜਹਿਲ ਪੁੱਛਦਾ ਸੀ ਫਰਿਸ਼ਤੇ ਕਦੋਂ ਆਉਂਦੇ ਨੇ ਇੱਕ ਅਮਰ ਭਾਈ ਕੋਈ ਗੱਲ ਹੋ ਰਹੀ ਹੁੰਦੀ ਹੈ ਕਰਨ ਦਿਆ ਕਰੋ ਚਾਹ ਨਹੀਂ ਇਹਨਾਂ ਨੂੰ ਬੰਦ ਕਰੋ ਓਏ ਗੱਲ ਸੁਣ ਓਏ ਖਾਮੋਸ਼ ਹੋ ਜਾ ਕਫਾਰੇ ਮੱਕਾ ਪੁੱਛਦੇ ਉਹ ਖਾਮੋਸ਼ ਹੋ ਜਾ ਨਾ ਕਫਾਰੇ ਮੱਕਾ ਦੀ ਚੋਰੀ ਤੇ ਓਏ ਕਫਾਰੇ ਮੱਕਾ ਦੇ ਬੱਚਾ ਚੁੱਪ ਕਰ ਜਾ ਸਾਨੂੰ ਫਰਿਸ਼ਤਿਆਂ ਦਾ ਪਤਾ ਓਏ ਚੁੱਪ ਕਰ ਜਾ ਨਾ ਚੁੱਪ ਕਰ ਜਾ ਓਏ ਖੁਦਾ ਦਾ ਪੁੱਤਰ ਮੰਨਣ ਵਾਲਿਓ ਇਹਨੂੰ ਬੰਦ ਕਰੋ ਇਹਨੂੰ ਬੰਦ ਉਹ ਕਿਦੋਂ ਆਉਂਦੇ ਨੇ ਫਰਿਸ਼ਤੇ ਦੱਸੋ ਓ ਮਿਰਜ਼ੇ ਕਾਦੀਆਨੀ ਨੂੰ ਖੁਦਾ ਦਾ ਪੁੱਤਰ ਮੰਨਣ ਵਾਲਿਓ ਚੁੱਪ ਕਰ ਜਾਓ ਉਹ ਕਫਾਰੇ ਮੱਕਾ ਦੀ ਔਲਾਦੇ ਦੱਸ ਉਹ ਅਬੂ ਜਹਿਲ ਓਏ ਹੁਣ ਸੁਣ ਵੀ ਲੈਣਾ ਇੰਜ ਕਰੋ ਇਹ ਬਿਮਾਰ ਹੋ ਗਏ ਨੇ ਇਹਨਾਂ ਨੂੰ ਇਹ ਨਫਸਾਤੀ ਬਾਈ ਇਹਨਾਂ ਨੂੰ ਬਿਮਾਰੀ ਇਹ ਲੱਗੀ ਪਈ ਹੈ ਅੱਲਾਹ ਪਾਕ ਮਾਫ ਫਰਮਾਏ। ਚਲੋ ਹੁਣ ਸੁਣਾਣੇ ਚੌਧਰੀ ਸਾਹਿਬ ਇੱਕ ਗੱਲ ਸੁਣਾਣੇ ਅਮਰ ਭਾਈ ਇਹਨੂੰ ਚੁੱਕਦਾ ਕੌਣ ਹੈ ਇਹ 10 ਅੱਛਾ ਮੈਂ ਇੱਕ ਤੇ ਮਤਲਬ ਭਾਈਜਾਨ ਤੁਹਾਡੀ ਮੈਂ ਗੁਫ਼ਤਗੂ ਸੁਣ ਰਿਹਾ ਮਾਸ਼ਾਅੱਲਾ ਤੇ ਅੱਛਾ ਪਤਾ ਕਿ ਤੁਸੀਂ ਜਿਹੜੇ ਦਿੱਤੇ ਨੇ ਦੱਸੀ ਮੈਨੂੰ ਇਹਨਾਂ ਦੇ ਜੋ ਕੋਈ ਕਰਤੂਤ ਹੈ ਨੇ ਮੈਂ ਸੁਣ ਲੈਣੇ
ਲੇਕਿਨ ਮੈਂ ਤੁਹਾਨੂੰ ਇੱਕ ਤੇ ਮੇਰੇ ਕੋਲ ਟਾਈਮ ਕੋਈ ਨਹੀਂ, ਮੈਂ ਕਰੀ ਜਾਣਾ ਹੈ ਤੇ ਮੈਂ ਤੁਹਾਨੂੰ ਨਿੱਕੀ ਜਿਹੀ ਗੱਲ ਦੱਸਣ ਲੱਗਾ ਇਨਸ਼ਾਅੱਲਾ ਅੱਲਾਹ ਪਾਕ ਖੈਰ ਫਰਮਾਏ ਤੇ ਤੁਸੀਂ ਜਿਹੜਾ ਇਹਨਾਂ ਦਾ ਮੁਕਾਬਲਾ ਵੀ ਕਰਦੇ ਹੋ ਇਨਸ਼ਾਅੱਲਾ ਅੱਲਾਹ ਦੀ ਜ਼ਾਤ ਪਾਕ ਤੁਹਾਨੂੰ ਇਸਤਕਾਮਤ ਦੇ। ਮੈਂ ਅਲਹਮਦੁਲਿਲਾ ਰੱਬਿਲ ਆਲਮੀਨ, ਮੈਂ ਮੁਮਤਾਜ਼ ਕਾਦਰੀ ਰਹਿਮਤੁल्लाह ਅਲੈਹ, ਮੈਂ ਆਪ ਦੇ ਨਾਲ ਸਕੋਟੀ ਗਾਰਡ ਸਾਂ, ਠੀਕ ਹੈ। ਮੈਂ ਤੁਹਾਨੂੰ ਇਹਨਾਂ ਦੀ ਸਿਰਫ ਕਰਤੂਤ ਮੈਂ ਸਿਰ ਤੱਕ ਦੱਸਣੀ ਸੀ ਇਹਨਾਂ ਵਿੱਚੋਂ, ਉਹਨਾਂ ਦੇ ਨਾਲ ਰਿਹਾ। ਔਰ ਬਾਬਾ ਜੀ ਖਾਦਮ ਰਿਜ਼ਵੀ ਰਹਿਮਤੁल्लाह ਅਲੈਹ ਆਪ ਦਾ ਮੈਂ ਉਹਨਾਂ ਦਾ ਮਰੀਦ ਹਾਂ ਮੈਂ, माशाल्लाह। ਠੀਕ ਹੈ ਜੀ। ਬਸ ਇਸ ਦੀ ਵੱਡੀ ਮੈਂ ਹੈ ਤੁਹਾਨੂੰ ਕੋਈ ਹੋਣੀ ਨਹੀਂ ਚਾਹੀਦੀ। ਕੀ ਖਿਆਲ ਹੈ? नहीं नहीं ਤੁਹਾਡੀ ਗੱਲ ਤੋਂ ਹੀ ਪਤਾ ਲੱਗ ਗਿਆ ਤੁਸੀਂ ਜੈਨੂਇਨ ਹੋ, ਤੁਸੀਂ 2 ਨੰਬਰ ਬੰਦੇ ਹਾਂਜੀ ਅਲਹਮਦੁਲਿਲਾ ਰੱਬਿਲ ਆਲਮੀਨ। ਮੈਂ ਇਹਨਾਂ ਦੇ ਉੱਪਰ ਅੱਲਾਹ ਦੀ ਜ਼ਾਤ ਪਾਕ, ਇਹਨਾਂ ਦੇ ਅੱਲਾਹ ਪਾਕ ਇਹਨਾਂ ਨੂੰ ਹਦਾਇਤ ਦੇ, ਮੈਂ ਦੁਆ ਕਰ ਸਕਦਾ ਇਹਨਾਂ ਦੇ ਵਾਸਤੇ। ਇਹਨਾਂ ਨੂੰ ਗਾਲਾਂ ਕਰਨੀਆਂ ਜਾਂ ਇਹਨਾਂ ਨੂੰ ਕਰਨਾ, ਇਹ ਨਾਉਜ਼ ਬਿਲਾ ਅਸੀਂ, ਸਾਡੀ ਇਤਨੀ ਹਿੰਮਤ ਨਹੀਂ ਹੈ ਕਿ ਅਸੀਂ ਮਤਲਬ ਇਹਨਾਂ ਦਾ ਕੋਈ ਕਰ ਸਕੀਏ, ਲੇਕਿਨ ਕੀ ਹੈ ਇਹਨਾਂ ਵਾਸਤੇ ਦੁਆ ਕਰ ਸਕਦੇ ਹਾਂ। ਅੱਲਾਹ ਪਾਕ ਇਹਨਾਂ ਨੂੰ ਹਦਾਇਤ ਦੇ। ਉਹ ਜਿਹੜੇ ਹਰਾਮਜ਼ਾਦੇ ਲਾਨਤੀ ਦੇ ਪੈਰੋਕਾਰ ਨੇ, ਇਹਨਾਂ ਤੇ ਲਾਨਤ ਕਰੋ। ਉਹ ਤੁਹਾਡੇ ਸਾਹਮਣੇ ਆਇਆ ਹੈ, ਗੁਫ਼ਤਗੂ ਕਰਨ। ਦੇਖੋ ਜੀ, ਇਹ ਦੱਸਦੇ ਨੇ ਪਏ ਕਿ ਜੋ ਨੇ ਕਰਤੂਤ ਕੀਤੇ ਨੇ, ਉਹ ਕਰਤੂਤ ਇਹਨੂੰ ਚੰਗੇ ਨਹੀਂ ਲੱਗੇ ਹਨ। ਹਾਂ, ਕੱਢ ਗਾਲਾਂ ਥੱਲੇ। ਜਿਹੜਾ ਮਿਰਜ਼ਾ ਕਾਦੀਆਨੀ ਤੈਨੂੰ ਦੱਸ ਕੇ ਗਿਆ ਨਾ, ਕੱਢ ਗਾਲਾਂ। ਜਿਹੜੀ ਉਹਦੀ ਜ਼ੁਰੀਅਤ ਗੰਦੀ ਰਹਿ ਗਈ ਹੈ ਨਾ, ਕੱਢੋ ਗਾਲਾਂ। ਤੁਹਾਡੇ ਕੋਲ ਹੁਣ ਗਾਲਾਂ ਹੀ ਨੇ। ਮਿਰਜ਼ਾ ਕਾਦੀਆਨੀ ਕਹਿੰਦਾ ਸੀ ਕਿ ਅਸੀਂ ਗਾਲੀ ਬਾਜ਼ਾਂ ਦੀ ਗਾਲਾਂ ਉਹਨਾਂ ਦੇ ਮੂੰਹ ਦੀ ਤਰਫ ਪਲਟਾਵਾਂਗੇ। ਉਹ ਬੰਦੇ ਨੇ ਕਿਹਾ ਨਹੀਂ ਨਹੀਂ, ਇਹ ਕੱਢ ਦਵੋ। ਇਹ ਬੁਜ਼ਦਿਲ ਤੇ ਜਿਹੜਾ ਉਹ ਡਰਪੋਕ ਜਿਹੜਾ ਹੈ, ਇਹ ਉਹਨਾਂ ਦੇ ਇਖਲਾਕੇ ਫਾਜ਼ਲਾ ਦੇ ਨਾਲ ਨਹੀਂ ਮਿਲਦੇ। ਉਹ ਇਖਲਾਕੇ ਫਾਜ਼ਲਾ ਤੁਸੀਂ ਤੇ ਜੁੱਤੀ ਦੇ ਬਰਾਬਰ ਵੀ ਨਹੀਂ ਇਖਲਾਕੇ ਫਾਜ਼ਲਾ ਦੇ। ਬੜੇ ਗੰਦੇ ਅਕਾਇਦ ਜੀ। ਮੈਂ ਅੱਜ ਪਹਿਲੀ ਦਫਾ ਮੈਂ ਜ਼ਿੰਦਗੀ 'ਚ ਇਹਨਾਂ ਨਾਲ, ਸਾਡੇ ਬਾਬਾ ਜੀ ਦਾ ਫਰਮਾਨ ਹੈ ਕਿ ਇਹਨਾਂ ਕੋਲੋਂ ਆਲਾ ਹਜ਼ਰਤ ਰਹਿਮਤੁल्लाह ਅਲੈਹ ਦਾ ਫਰਮਾਨ ਹੈ ਕਿ ਜਿਹੜਾ ਇਹਨਾਂ ਕੋਲ ਦਲੀਲ ਵੀ ਮੰਗੇ ਤਾਂ ਉਹ ਵੀ ਕਾਫਰ ਹੈ। ਮੈਂ ਤਾਂ ਦਲੀਲ ਨਹੀਂ ਮੰਗ ਰਿਹਾ ਸੀ ਕਿਸੇ ਚੀਜ਼ ਦੀ। ਨਹੀਂ ਦਲੀਲ ਇਹਦੇ ਕੋਲ ਦਲੀਲ ਹੈ ਵੇ, ਇਹ ਉੱਤੇ ਆਇਆ ਮੈਂ ਮੰਗਣੀ ਨਹੀਂ ਹੈ, ਨਾ ਭਾਈ ਜੀ ਹੋਵੇ ਜਾਂ ਨਾ ਹੋਵੇ, ਅਸੀਂ ਦਲੀਲ ਮੰਗਣੀ ਨਹੀਂ। ਇਹ ਦਲੀਲ ਇਹਨਾਂ ਕੋਲ ਜਿਹੜੀ ਸੁਣ ਲਈ ਨੇ ਨਾ, ਐਤਨੀ ਕੀ ਦਲੀਲ ਹੈ? ਇਹ ਦਲੀਲ ਹੈ ਇਹਨਾਂ ਦੀ, ਇਹ ਹੀ ਦਲੀਲ ਹੈ ਬਸ। ਜੋ ਕੋਈ ਗੰਦ ਐਤਨੀ ਕੀ ਦਲੀਲ ਹੈ? ਇਹਨਾਂ ਖਬੀਸਾਂ ਜੋ ਕੋਈ ਗੰਦ ਪੜਿਆ ਹੈ, ਜੋ ਕੋਈ ਗੰਦ ਸੁਣਿਆ, ਇਹ ਉਸੇ ਉੱਪਰ ਉਹਦੇ ਵਿੱਚ ਹੀ ਕਿ ਉਹ ਮਰਿਆ ਵੀ ਗੰਦ ਵਿੱਚ ਸੀ। ਉਹ ਮੈਂ ਹੁਣ ਜਾ ਰਿਹਾ, ਉਹ 2 ਲੱਕੜੀਆਂ 2 ਕਾਨੇ में मिर्जा मर गए टट्टी खाने में। बस इन्नी गल ऐसी वड्डी गल को नहीं, मैं जा रहा। ठीक है जी, बहुत शुक्रिया भाई, आपको अपनी मान में रखे। अल्लाह पाक ਤੁਹਾਨੂੰ ਇਸਤਕਾਮਤ ਦੇ, ਅੱਲਾਹ ਪਾਕ ਤੁਹਾਨੂੰ ਇਸਤਕਾਮਤ ਦੇ। ਇਸ ਚੀਜ਼ आमीन मैं आमीन। फर्स्ट टाइम जिंदगी ਦਾ ਮੇਰਾ ਪਹਿਲਾ ਚਾਂਸ ਹੈ ਕਿ ਮੈਂ ਪਹਿਲੀ ਦਫਾ बस देखो ਔਰ ਮੈਂ ਮੈਨੂੰ ਮਜ਼ੀਦ ਨੌਲੇਜ ਹੋਇਆ ਇਹਨਾਂ ਖਬੀਸਾਂ ਦੇ ਬਾਰੇ ਕਿ ਇਹਨਾਂ ਦੇ ਗੰਦੇ ਅਕਾਇਦ ਨੇ ਜਿਹੜੇ, ਔਰ ਇਹ ਹੱਕ ਸੱਚ ਨਹੀਂ ਕਰਦੇ। ਕਦੇ ਕਹਿ ਸਕਦੇ ਨੇ ਇਮਾਮ ਮਹਿੰਦੀ ਹੈ, ਕਦੇ ਕਹਿ ਸਕਦੇ ਈਸਾ ਅਲੈਹਿਸਲਾਮ ਹੈ। ਜਿਹੜੀ ਗੱਲ ਜੇ ਕੋਈ ਉਹ ਬੱਕ ਕੇ ਗਿਆ, ਉਹ ਤੁਸੀਂ ਉਹ ਬੱਕਣਾ ਜੋ, ਜੇ ਤੁਸੀਂ ਤੇ ਪੈਰੋਕਾਰ ਉਹ ਬੱਕਣਾ ਜੋ ਬੱਕ ਕੇ ਗਿਆ। ਮੈਂ ਤੇ ਇਹ ਗੱਲ ਕਹਿੰਦਾ, ਉਹ ਨਹੀਂ ਬੱਕਦੇ ਹਨ ਜੋ ਕੋਈ ਬੱਕ ਕੇ ਗਿਆ, ਜੋ ਕੋਈ ਦੱਸ ਕੇ ਗਿਆ ਇਹਨਾਂ ਨੂੰ। ਕਿਉਂਕਿ ਇਹਦੀਆਂ ਗੱਲਾਂ ਦਾ ਮੈਂ ਜਵਾਬ ਦੇ ਰਿਹਾ, ਤੁਹਾਨੂੰ ਦੇਣ ਦੀ ਜ਼ਰੂਰਤ ਨਹੀਂ ਹੈ। ਹੁਣ ਆਉਂਦਾ ਤੈਨੂੰ ਬਲਾਕ ਕਰ ਦੇ, ਖਤਮ ਕਰ ਦੇ। ਲਾਂਤੀ ਲਿਖ ਰਿਹਾ ਹੈ ਓਏ ਆਪਣੇ ਆਪ ਦੀ। ਤੁਸੀਂ ਛੱਡ ਦਿਓ ਚੌਧਰੀ ਸਾਹਿਬ, ਇਹ ਜੁੱਤੀਆਂ ਦੇ ਕਾਬਲ ਨੇ, ਇਹ ਨਹੀਂ ਬਾਜ਼ ਆ ਸਕਦੇ। ਉਹ ਅਹਿਮਦ ਸ਼ਾਹ ਨੂਰਾਨੀ ਦਾ ਦਾਵਾ ਸੀ, ਉਹ ਲਾਂਤੀਆ, ਉਹ ਜਿਹਨੂੰ ਤੁਸੀਂ ਨਬੀ ਮੰਨਿਆ, ਦਜਾਲ ਔਰ ਕਜ਼ਾਬ ਨੂੰ ਨਬੀ ਮੰਨਿਆ, ਉਹਦਾ ਅਹਿਮਦ ਸ਼ਾਹ ਨੂਰਾਨੀ ਦਾ ਨਬੂਵਤ ਦਾ ਦਾਵਾ ਸੀ। ਬਹਿਰੀਨ ਭਾਈ ਮੈਂ ਹੁਣ ਗੂਗਲ ਦੇ ਵਿੱਚ ਸਰਚ ਕਰਕੇ ਆਇਆ, ਉੱਥੇ ਪਹਿਲਾਂ ਮਿਰਜ਼ਾ ਜੀ ਦੀ ਫੋਟੋ ਹੀ ਆਉਂਦੀ ਆ। ਇਹ ਵੀ ਸਮਝ ਗਿਆ ਸੀ ਗੱਲ ਨੂੰ। ਉਹ ਮਸਲੀਆਂ ਦੇ ਸ਼ਾਹਰੁਖ ਖਾਨ ਜਾ ਦਫਾ ਹੋ ਜਾ ਕਿਧਰੇ ਜਾ ਕੇ ਤੇ ਮਜ਼ੇ ਦੀ ਗੱਲ। ਖਾਲਿਦ ਬਿਨ ਵਲੀਦ ਦੀ ਬਰਾੜ ਤੇ ਕਹਿ ਰਹੇ ਨੇ ਇਹਦਾ ਇੱਕ ਪੁੱਤਰ ਵਿੱਚੋਂ ਟੈਸਟ ਟਿਊਬ ਵਿੱਚੋਂ ਹੋਇਆ। ਕਹਿੰਦੇ ਤੁਸੀਂ ਅਜ਼ਦ ਕਹਿੰਦੇ ਨਹੀਂ ਉਹਦਾ ਟੋਕਰਾ ਤੁਸੀਂ ਭਰ ਕੇ ਭੇਜਦੇ ਨਾ ਤੇ ਉਹ ਕਦੇ ਵੀ ਇੱਥੋਂ ਦੁਬਾਰਾ ਨਾ ਆਉਂਦਾ। ਤੁਸੀਂ ਟੋਕਰਾ ਨਹੀਂ ਭਰਦੇ ਉਹਨਾਂ ਦਾ, ਟੋਕਰਾ ਭਰ ਦਿਓ। ਟੋਕਰਾ ਭਰ ਦੇ, ਟੋਕਰਾ ਚਾਹੀਦਾ। ਟੈਸਟ ਟਿਊਬ ਦੇ ਅੰਦਰ ਵੀ ਪੁੱਤਰ ਹੋਇਆ। ਬਹਿਰੀਨ ਮੈਨੂੰ ਮੌਕਾ ਦੇਣਾ। ਉਹ ਮੁਸਲਮਾਨ ਨਾਲ ਗੱਲ ਕਰਨ ਦੇ, ਟਰੂ ਮੁਸਲਮ ਯਾਰ ਗੱਲ ਆਪਾਂ ਨੂੰ ਗਾਲੀਆਂ ਦਿੰਦੇ ਨੇ, ਉਹ ਵੀ ਮੁਸਲਮਾਨ। ਇਹ ਨਾ ਉੱਚੀ ਆਵਾਜ਼ 'ਚ ਗੱਲ ਕਰਨੀ ਪੈਣੀ ਹੈ। ਟਰੂ ਮੁਸਲਮ ਠੀਕ ਹੈ, ਅੱਲਾਹ ਦੇ ਵਾਲੇ ਸਾਹਿਬ, ਸਵਾਲ ਦਾ ਜਵਾਬ ਦੇ ਦਿਓ। ਚੌਧਰੀ ਸਾਹਿਬ ਅੱਲਾਹ ਦੇ ਵਾਲੇ, ਰੱਬ ਦੇ ਵਾਲੇ ਇਹ ਮੰਨ। ਸ਼ਾਰਿਕ ਸਾਹਿਬ ਗਾਲੀਆਂ ਦਿੰਦੇ ਨਹੀਂ, ਉਹ ਮੁਨਾਫਕਾ, ਉਹ ਖਾਦੂ ਲੂਲੇ ਦੇ ਮੰਨਣ ਵਾਲੇ ਹਿਸਾਬਾਂ ਨੂੰ ਗਾਲੀਆਂ ਦੇਣ ਓਏ 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 ਇਨਸਾਨ ਦਾ, ਓਏ 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 ਬੰਦੇ ਦਾ, ਓਏ ਬੰਦੇ ਦਾ ਪੁੱਤਰ ਬਣ ਕੇ ਗਾਲ ਕੱਢੀ, ਮੈਂ ਚੁੱਕ ਕੇ ਥੱਲੇ ਮਾਰੂੰਗਾ। ਉਹ ਮੁਨਾਫਕਾ, ਤੁਸੀਂ ਜੇ ਗਾਲ ਬਕਵਾਸ ਕੀਤੀ ਮੈਂ ਚੁੱਕ ਕੇ ਥੱਲੇ ਮਾਰੂੰਗਾ। ਮੁਨਾਫਕ ਲੋਗ ਹੋ, ਅਹਲੇ ਤਸ਼ੀਬ ਮੁਸਲਮਾਨ ਕਹਿਲਾਉਂਦੇ ਨੇ, ਜਿਹੜੇ ਹਿਸਾਬਾਂ ਨੂੰ ਗਾਲੀਆਂ ਦਿੰਦੇ ਨੇ। ਉਹ ਜਿਹੜਾ ਸਵਾਲ ਹੈ ਕਿ ਪੂਰਾ ਹੋ ਲੈਂਦੇ ਸਹੀ ਕਾਫਰ ਹੋ ਗਏ ਨੇ। ਤੁਹਾਨੂੰ ਸਾਡਾ ਕਾਫਰ ਹੀ ਰਹਿ ਗਏ ਨੇ 74 ਦੇ ਬਾਅਦ। ਸਾਡਾ ਤਾਂ ਤੁਸੀਂ ਅੱਜ ਵੀ ਕਾਫਰ ਹੋ, ਕੱਲ ਵੀ ਕਾਫਰ ਹੋ, ਕੱਲ ਵੀ ਰਹੋਗੇ। ਤੂੰ ਕੀ ਸਿਆਸਤ ਤੂੰ ਸਾਹਬਾਂ ਨੂੰ
अच्छा ਨਹੀਂ ਸੀ बहरीन चुप कर जा। ਬਹਿਰੀਨ ਦੀ ਲਾਂਤੀ ਹੈ ਜਿਹੜੇ ਮੁਸਲਮਾਨਾਂ ਨੂੰ ਗਾਲਾਂ ਕੱਢੀਆਂ ਨੇ, ਜਿਹੜਾ ਅਹਿਲੇ ਬੈਤ ਨੂੰ ਗਾਲਾਂ ਤੁਸੀਂ ਕੱਢੀਆਂ ਨੇ। ਮੈਂ ਕਹਿੰਦਾ ਲਾਂਤੀ ਤੇਰੀ ਮਾਂ ਹੈ ਜਿਹਨੇ ਤੈਨੂੰ ਜੰਮਿਆ ਹੈ। ਇਹਨੇ ਲਾਂਤੀ ਲਾਂਤੀ ਮਿਰਜ਼ਾ ਕਾਦੀਆਨੀ ਤੇ ਉਹਦੇ ਗਾਲੀਆਂ ਦੇ लान तान करो। शारक साहब मेरा सवाल है कि ਲਾਂਤੀ तुसी कह रहे हो ਲਾਂਤੀ ਨੇ ਪਹਿਲੇ यार ਲਾਂਤੀ ਤੂੰ बहरीन ਹੈ चुप ਸ਼ੀਆ कर ਦਾ जा ਪੈਰੋਕਾਰ ਹੈ। ਤੂੰ ਸ਼ੀਆ ਦੀ चुप ਜੁੱਤੀ कर ਦੇ जा यार, ਬਰਾਬਰ एवें फजूल ਉਹਨੂੰ ਅੱਛਾ, ਗੱਲ ਕੀ ਕਰਨੀ ਹੈ ਤੇ ਉਹ ਸੁਣਦਾ ਹੀ ਕੋਈ ਨਹੀਂ ਨਾ। ਅਧੂਰਾ ਤੂੰ ਮੁਸਲਮਾਨ ਮੁਸਲਮਾਨ- ਰਹਿ ਗਿਆ ਸੀ। ਅਧੂਰਾ ਸਵਾਲ ਤੇ ਹੈ, ਪਰ ਉਹ ਸੁਣੇਗਾ ਤੇ ਸਵਾਲ ਕਰੇਗਾ ਨਾ। ਉਹ ਸੁਣਦਾ ਬਹਿਰੀਨ ਵੀ ਚੁੱਪ ਕਰ ਜਾਏ ਨਾ, ਉਹਨੂੰ ਗਾਲਾਂ ਕੱਢਣ ਦੋ, 1 ਮਿੰਟ ਲਾਏਗਾ। ਉਹ ਚੁੱਪ ਕਰ, ਉਹ ਗਾਲਾਂ ਹੀ ਕੱਢੀ ਜਾਂਦਾ, ਚੁੱਪ ਹੀ ਨਹੀਂ ਪਿਆ ਕਰਦਾ। ਇੱਥੇ ਮੀਂਹ ਪੈ ਰਿਹਾ ਗੜ ਚਾਲਕ ਸਾਹਿਬ ਉੱਤੇ ਆਓ, ਸਿਰਫ ਇਲਮੀ ਸਵਾਲ ਪੁੱਛਣਾ। ਤੁਹਾਨੂੰ ਪਤਾ ਹੈ ਅਸੀਂ ਗੱਲ ਗਲੋਚ ਨਹੀਂ ਕਰਦੇ, ਤੁਸੀਂ ਉੱਤੇ ਆਓ। ਇਲਮੀ ਸਵਾਲ ਕਿਸੇ ਇਲਮੀ ਬੰਦੇ ਕੋਲੋਂ ਪੁੱਛੋ, ਇਹਨੇ ਜੋਗਾ ਹੈ ਵੇ। ਇਹ ਸਾਰੀ ਜ਼ਿੰਦਗੀ ਬਕੌਲ ਨਾਸਰ ਬੱਟ ਰਿਕਸ਼ਾ ਚਲਾਉਂਦਾ ਰਿਹਾ, ਚੂਚੇ ਵੇਚਦਾ ਰਿਹਾ ਉੱਥੇ, ਤੇ ਇੱਥੇ ਆ ਕੇ ਬਕਵਾਸ ਕਰਨਾ ਸ਼ੁਰੂ ਹੋ ਗਿਆ। ਐ ਵੀ ਹੁਣ ਨਾ ਬੋਲਿੰਗ, ਚੁੱਪ ਕਰਕੇ ਆ ਕੇ ਟਰੂ ਮੁਸਲਮ ਨਾਲ ਗੱਲ ਕਰ, ਗਾਲ ਨਾ ਕੱਢੀ, ਨਹੀਂ ਤੇ ਮੈਂ ਥੱਲੇ ਲਾ ਦੂੰਗਾ। ਸ਼ਾਰਕ ਸਾਹਿਬ ਤੁਸੀਂ ਕਹਿ ਰਹੇ ਸੋ ਕਿ ਮਿਰਜ਼ਾ ਸਾਹਿਬ ਦੇ ਹਾਂ ਇਸ ਤਰ੍ਹਾਂ ਹੀ ਔਲਾਦ ਹੋਈਏ ਜਿਸ ਤਰ੍ਹਾਂ ਹਜ਼ਰਤ ਇਬਰਾਹੀਮ ਅਲੈਹਿਸਲਾਮ ਦੇ ਹਾਂ ਹੋਈਏ ਤੇ ਹਜ਼ਰਤ ਮਰੀਮ ਅਲੈਹਿਸਲਾਮ ਦੇ। ਮੁਨਾਫਕਤ ਨਾ ਕਰੇ, ਗਾਲੀਆਂ ਜਿਹੜੇ ਸਹਾਬਾ ਨੂੰ ਗਾਲੀਆਂ ਦਿੰਦੇ ਨੇ, ਗਾਲੀਆਂ ਇਹ ਸ਼ੀਆ ਦਿੰਦੇ ਨੇ, ਗਾਲੀਆਂ ਦਿੰਦਾ ਹੈ। ਗੁਸਤਾਖੀਆਂ ਮੈਂ ਕਰਨਾ। ਅੱਛਾ ਚਲੋ ਮੇਰੀ ਗੱਲ ਸੁਣੋ। ਮੁਨਾਫਕਤ ਕਿਉਂ ਨਹੀਂ ਮੁਨਾਫਕਤ ਕਰਨਾ ਹੈ? ਅਹਿਲੇ ਤਸ਼ੀਹ ਸਹਾਬਾ ਨੂੰ ਗਾਲੀਆਂ ਦਿੰਦੇ ਨੇ, ਹਜ਼ਰਤ ਆਇਸ਼ਾ ਰਜ਼ੀ ਅੱਲਾਹ ਤਾਲਾ ਅਨਹਾ ਨੂੰ ਗਾਲੀਆਂ। ਕਾਦੀਆਨੀ ਦज्जाल ਕਜ਼ਾਬ ਖਾਣੇ ਨੇ ਗਾਲਾਂ ਦਿੱਤੀਆਂ ਨੇ, ਉਹਦਾ ਜਵਾਬ ਤੁਹਾਡੇ ਪਿਓ ਨੇ ਦੇਣਾ ਹੈ। ਪੂਰੀ ਮੁਸਲਿਮ ਉਮਤ ਨੂੰ ਜ਼ੁਰੀਅਤੁਲ ਬਗਾਇਆ ਕਹਿ ਕੇ ਗਿਆ ਉਹ ਲਾਂਤੀ। ਯਾਰ ਕੀ ਬੰਦਾ ਕਿਉਂ ਨਹੀਂ ਸੁਣਦਾ? ਟਰੂ ਮੁਸਲਮ ਯਾਰ ਉਹ ਸੁਣਨ ਨੂੰ ਤਿਆਰ ਹੀ ਨਹੀਂ ਹੈ। ਉਹਨੂੰ 2 ਵਾਰੀ 3 ਵਾਰੀ ਤੇਰੇ ਸਾਹਮਣੇ ਚੁੱਕਿਆ ਵੀ ਲੈ, ਗੱਲ ਕਰ ਲੈ ਆਰਾਮ ਨਾਲ। ਸ਼ਾਹਰੁਖ ਖਾਨ ਜਿਹੜਾ ਬੰਦਾ ਸਹਾਬਾ ਨੂੰ ਗਾਲਾਂ ਦਿੰਦਾ ਹੈ ਨਾ, ਉਹਨਾਂ ਦੇ ਉੱਤੇ ਲਾਨਤ ਭੇਜੋ। ਤੁਸੀਂ ਵੀ, ਅਸੀਂ ਵੀ ਭੇਜਦੇ ਆ। ਚਾਹੇ ਅਸੀਂ ਮਿਰਜ਼ਾ ਸਾਹਿਬ ਹੋਏ ਨੇ, ਚਾਹੇ ਕੋਈ ਵੀ ਹੋਏ, ਤੁਸੀਂ ਉੱਤੇ ਆ ਕੇ ਭੇਜੋਗੇ। ਮਿਰਜ਼ਾ ਸਾਹਿਬ ਨੇ ਵੀ ਗਾਲਾਂ ਦਿੱਤੀਆਂ ਨੇ ਸਹਾਬਾ ਨੂੰ, ਅੰਬੀਆ ਤੱਕ। ਅਮਰ ਭਾਈ ਉਹ ਪਿਛਲੇ 2 ਘੰਟੇ ਦਾ ਟੋਕਰਾ ਲੈ ਕੇ ਪਿਆ ਫਿਰਦਾ ਤੇ ਭਰੋਦੇ ਨਹੀਂ ਤੇ ਕਿੰਜ ਜਾਇਦਾ ਉਹ। ਹਾਂ ਨਹੀਂ ਤੇ ਇਹ ਜਿਹੜਾ ਨਾ ਅਲੀ ਹਕ ਨੂੰ ਤੇ ਚੁੱਕਦੇ ਟੋਕਰਾ ਹਾਂ ਤੇ ਹੁਣੇ ਭਰ ਕੇ ਟੋਰ ਛੱਡਦਾ। ਉਦੋਂ ਆਰਾਮ ਨਹੀਂ ਆ ਰਿਹਾ, ਉਹ ਟੋਕਰਾ ਇਹ ਖਾਲੀ ਹੈ। ਬਹਿਰੀਨ ਦਾ ਟਰੂ ਮੁਸਲਮਾਨ ਵਾਲਾ ਤੇ ਕੰਮ ਹੀ ਨਹੀਂ। ਹਾਂ ਉਹਦਾ ਟੋਕਰਾ ਖਾਲੀ ਹੈ, ਹਾਂ ਭਰ ਜੀ ਜਾਏਗਾ ਤੇ ਚੁੱਪ ਕਰ ਜਾਏਗਾ। ਨਾ ਗੰਦਾ ਦੇਖੋ, ਉਹ ਜਿਸ ਗਲਾਜ਼ਤ ਤੇ ਉਤਰਿਆ ਹੈ, ਸਾਨੂੰ ਸ਼ਰੀਅਤ ਗਾਲਾਂ ਦੇ ਨਾਲ ਫਨਾਹ ਕਰ ਦਿੰਦਾ। ਅਗਰ ਮੈਨੂੰ ਸ਼ਰੀਅਤ ਮਾਇਨੇ ਨਾ ਹੁੰਦੀ, ਇਹਨੂੰ ਮੈਂ ਦੇਖਿਆ ਤਾਂ ਮੈਂ ਕਰਦਾ। ਅਲੀ ਸਾਹਿਬ ਕੌਣ ਨੇ ਜਿਹੜੇ ਜੀ ਦੇਖੋ ਤੁਮ ਇਹ ਸਭ ਤੋਂ ਨਾ ਜਿਹੜੇ ਆਂਦੇ ਰਹਿੰਦੇ ਨੇ। ਪਹਿਲੇ ਸਿਆਲ ਆਇਆ ਸੀ, ਹੁਣ ਉਹ ਪਤਾ ਨਹੀਂ ਕੋਈ ਹੋਰ ਸ਼ੈਲ ਆਈ ਹੈ ਉਹਨਾਂ ਨੇ। अली भाई आपने कोई बात करनी है, कोई सवाल है आपका पूछे। अली ਸਵੇਰੇ साहब ਉਹ ਬੱਟ ਦੀ ਰਾਮਜ਼ਦਗੀ ਵੇਖ ਕੇ ਆਏ ਸਨ ਸਵਾਲ ਕਰਨ ਵਾਸਤੇ। ਫਿਰ ਉਹਨਾਂ ਨੂੰ ਕਲੀਅਰ ਕੀਤੀ ਸੀ ਉਹ ਹਦੀਸ। ਉਹਦੇ ਬਾਅਦ ਉਹਨਾਂ ਨੇ ਖੂਨ ਦੇ ਬਾਰੇ ਚ ਪੁੱਛਿਆ ਸੀ ਕਿ ਮੈਂ ਕਿਹਾ ਅੰਮਾ ਆਇਸ਼ਾ ਤੋਂ ਇੱਕ ਹਦੀਸ ਮਰਵੀ ਹੈ ਕਿ ਜਿਹਦੇ ਅੰਦਰ ਕਹਿੰਦੇ ਨੇ ਅੰਮਾ ਆਇਸ਼ਾ ਕਿ ਮਨੀ ਜਿਹੜਾ ਉਹ ਨਾਪਾਕ ਨਹੀਂ ਹੈ। ਅਗਰ ਕੱਪੜੇ ਨੂੰ ਲੱਗ ਵੀ ਜਾਂਦਾ ਸੀ ਤਾਂ ਅਸੀਂ ਖੁਰਚ ਕੇ ਤੇ ਉਸੇ ਲਿਬਾਸ ਦੇ ਅੰਦਰ ਨਮਾਜ਼ ਵੀ ਪੜ੍ਹ ਲੈਣੇ ਸਾਂ। ਸਾਹ ਸਿੱਤਾ ਦੀ ਹਦੀਸ ਹੈ। ਹਾਂ ਲੇਕਿਨ ਜਿੱਥੇ ਖੂਨ ਲੱਗ ਜਾਏਗਾ, ਖੂਨ ਨੂੰ ਸਾਫ਼ ਕਰਨ ਦੀ ਜ਼ਰੂਰਤ ਹੈ। ਕਿਉਂ? ਖੂਨ ਹੈ ਜਿਸੇ ਅਗਰ ਮੈਂ ਕੋ ਅਹਿਲੇ ਸੁਨਨਤ ਦੇ ਮਸਾਜਿਦ ਸਹੀ ਹੈ, ਇਸ ਤਰ੍ਹਾਂ ਹੀ ਗਲਤ ਦਸੀ ਤੇ ਇਹਦੀ ਕਰੈਕਸ਼ਨ ਤੁਸੀਂ ਆਪ ਕਰ ਦਿਓ। ਦਰੁਸਤ ਹੈ, ਦਰੁਸਤ। अच्छा मलक कासर साहब हो, जरा प्लान हाजिर हो। जी जी नईम साहब, हाँ जी नईम मान भाई। अच्छा एक ते अमर भाई नी ते मनी तस्वीर बराबर तो बंदा नहीं वड्डी करो, ਤੁਹਾਨੂੰ ਗੱਲ ਸੁਣਾਵਾਂ ਬਾਤ। ਮੈਂ ਤੁਹਾਡੀ ਵੱਡੀ ਕਰ ਸਕਦਾ, ਮੈਂ ਆਪਣੀ ਟਾਈਮ ਛੋਟੀ ਕਰ ਸਕਦਾ। ਮੈਂ ਦੱਸੋ। ਨਹੀਂ ਨਹੀਂ ਦੋਵਾਂ ਦੀ ਬਰਾਬਰ ਕਰਨੀ ਹੈ, गल नहीं, सुनाओ मोहम्मद कोई। ਦੋਵਾਂ ਦੀ ਬਰਾबर करनी है। ਹਵਾਲਾ ਤੁਸੀਂ ਲਾਣਾ ਇਹਨਾਂ ਨਾਲ। ਮੌਜੂਦ ਦੇ ਉੱਤੇ ਬੜਾ ਮਸਲਾ ਚੁੱਕਿਆ ਅੱਜ ਮਰਦਈ ਇਹਨਾਂ ਨੇ ਕਿ ਇਹਨੂੰ ਘਰ ਦੂਸਰੀ ਦਫਾ ਰੋਟੀ ਨਹੀਂ ਲੱਭਦੀ ਤੇ ਤੂੰ ਵੱਡਾ ਕਰਕੇ ਪਾਏ। ਤੇ ਵੇਖੋ ਸਾਹਬ ਲਾਓ ਕਿਹੜੀ ਕਿਹੜੀ ਸ਼ਾਇਦ ਉਹਨਾਂ ਦੀ ਚੁਮਾਸ ਕਰਦੀਆਂ ਨੇ ਕਿ ਅਮਨ ਨਜ਼ੀਰ ਦੀ ਫੋਟੋ ਵੱਡੀ ਹੋ ਗਈ ਹੈ ਤੇ ਉਹਦੇ ਤੋਂ ਵੀ ਉਹ ਸੜ ਰਹੇ ਨੇ ਕਿ ਇਹਨੂੰ ਵੱਡਾ ਕਿਉਂ ਕੀਤਾ ਤੂੰ? ਇਹਨੂੰ ਕੋਈ ਬਹਾਨਾ ਨਹੀਂ ਤੇ ਤੂੰ ਉਹਨੂੰ ਵੱਡਾ ਕਰਕੇ ਪਾਏ। ਅੱਛਾ ਅਮਰ ਭਾਈ ਤੁਹਾਨੂੰ ਇੱਕ ਮੈਂ ਗੁਲਾਮ ਰਸੂਲ ਰਾਜਕੀ ਨਾਲ ਹਵਾਲਾ ਭੇਜਿਆ, ਉਹਨੂੰ ਜਰਾ ਲਾਓ ਫਿਰ ਨਾਲ। ਗੁਲਾਮ ਰਸੂਲ ਰਾਜਕੀ ਦਾ ਵਾਲਾ ਦੇਖ ਲੈਣਾ। अस्सलाम वालेकुम वरहमतुल्लाहि वबरकातुहू। वालेकुम अस्सलाम वरहमतुल्लाहि वबरकातुह। नजफ बारिश हो रही है थोड़ी साइड ते? ਇੱਥੇ ਤੇ ਉਹ ਹਾਲ ਹੋ ਗਿਆ। ਤੇ ਬਾਰਿਸ਼ ਨਹੀਂ, ਮੌਸਮ ਬੜਾ ਸੋਹਣਾ ਬਣਿਆ। ਥੋੜੀ ਦੇਰ ਅਗਰ ਇਹੋ ਜਿਹੀ ਬਾਰਿਸ਼ ਦੀ ਕੰਡੀਸ਼ਨ ਰਹੀ ਤਾਂ ਇੱਥੇ ਤੇ ਸਲਾਬ ਆ ਜਾਣਾ। ਸਵੇਰੇ ਵਰਦੀ ਪਾ ਕੇ ਕਸ਼ਤੀ ਤੇ ਜਾਣਾ ਪੈਣਾ। लेकिन मौसम बहुत प्यारा बने, बहुत प्यारा मौसम है।
और गुलाम रसूल राजे की साथ दा हुण मेरे ਕਿਉਂ ख्याल नाल ਬਹਿਰੀਨ खाना ਤੈਨੂੰ ਵੀ ਤਰਾਕੀ ਨਹੀਂ ਆਉਂਦੀ? ਮਨੋ ਤੇ ਆਉਂਦੀ ਔਰ ਮਨੋ ਆਫਿਸ ਦੇ ਅੰਦਰ ਯਾਰ ਕਿਹੋ ਜਿਹਾ ਬੰਦਾ ਤੂੰ ਸਾਕੀ ਹੈ? ਨਹੀਂ ਅਟਰੀਓ ਮੁਸਲਮ ਦਾ ਸਵਾਲ ਹੈ ਨਾ, ਤਰਾਕੀ ਨਾ ਹੁੰਦੀ ਹੋਵੇ ਤਾਂ ਪਾਣੀ ਵੱਲ ਨਹੀਂ ਜਾਣਾ ਚਾਹੀਦਾ ਕਿ ਜਾਣਾ ਚਾਹੀਦਾ? यार छोटे होने वाले साहब ने तैराकी सिखाई है और आंधी भी है, हमने ट्रेनिंग में मेरी बड़ी मदद दी थी तैराकी में। ओ यार अली भाई ते कमेंट किने म्यूट किए थे मेरी ब्रॉड थे, मनो नहीं पता अली साहब, मैं वापस खोल लेंगा, हो सकता है किसी ने कर छड़े होन गलती दे नाल, किसी मॉडरेटर ने कर छड़े ना इते करो गल। ਅੱਛਾ ਉਹ ਦੱਸਣਾ ਇਹ ਆ ਕਿ ਮਿਰਜ਼ਾ ਸਾਹਿਬ ਜਿਹੜਾ ਨਾ ਉਹ ਫਾਤਿਹ ਮਸੀਹ ਦੀ 21 ਨੰਬਰ ਆਇਤ ਦਲੀਲ ਵਿੱਚ ਨਕਲ ਕੀਤੀ, ਮਾ ਕਾਨਾ ਮੁਹੰਮਦ ਨਬਾ ਅਹਦ ਮਿਨ ਰਿਜਾਲਿਕੁਮ। ਇਹ ਆਇਤ ਨਕਲ ਕਰਕੇ ਮਿਰਜ਼ਾ ਸਾਹਿਬ ਲਿਖਦੇ ਨੇ ਕਿ यानी मोहम्मद सल्लल्लाहु अलैहि वसल्लम तो मर्दों में से किसी के बाप नहीं है मगर वो रसूल और ख़त्म करने वाला नबियों का। ये आयत भी साफ दलालत करती है कि बाद रसूलुल्लाह सल्लल्लाहु अलैहि वसल्लम के बाद कोई रसूल दुनिया में नहीं आएगा। इसके मद्दे मुकाबल ये थी बात मिर्ज़ा साहब की। अब गुलाम रसूल राजकी साहब यहाँ पर आ जाते हैं सामने। ये गुलाम रसूल राजकी मिर्ज़ा कादियानी का साहबी था, इनका मुनाजर था, ठीक है, ये मुनाजरे किया करता था और बड़ी इसकी इन्होंने तारीफ किया कि बड़ा पाए का फाजल बंदा था, ये पढ़ा लिखा बंदा था इनके मुताबिक। वो कहता है कि इस आयत के ये मानी करना कि नबियों का ख़त्म करने वाला कुरान के भी खिलाफ है, हदीस के भी खिलाफ है, लुगत के भी खिलाफ है और मुहावरा अरब के भी खिलाफ है। सुभान अल्लाह, ये मानी करने वाला सुभान अल्लाह, सुभान अल्लाह, ठीक है। वो कहता है कि ये कुरान के इसलिए खिलाफ है कि कुरान में वाज़ेह हुक्म है कि अल्लाह ताला रसूल भेजेगा। ये कहता है कोई रसूल आ नहीं सकता, वो कहता है वाज़ेह हुक्म है रसूल भेजेगा, इसलिए नबियों का खत्म करने वाला मानी कुरान के खिलाफ है। नहीं मवान साहब एक तो बस थोड़ा जिहा तुसी अगे पढ़ोगे ना अगले सफे ते इस तो वड्डी चवल मारी है अपनी की कहता जान और सिकंदर ने फसा ली है। जेड़ा तुसी 41वां निशान पढ़ रहे हो ना नहीं आएगा ना पुराना, इधर आगे थोड़ा जिहा पढ़ो अगले सफे ते जाओ, बड़े मजेदार इक्तबास है। वो लिखे उस खातम नबीयीन के बाद किसी रसूल का आना जायज नहीं रखता। पढ़े मैं सिर्फ इस मखसूस आयत तो गल की है कि पीर के आना पे तो मुरीद के पे आना है। जी मैं कह रहा तुसी पीर साहब दा अगे अगली 3-4 जड़ियां लाइनां ने ना अगले पेज ते वो पढ़ना देखना, ओदे अंदर और भी ज्यादा अच्छी तुहानू महसूस ना होते पैसे वापस। ਤੁਸੀਂ ਸਾਨੂੰ ਦੱਸੋ ਨੂਰ ਦਾ ਰਾਹ ਕਿੱਧਰ ਹੈ ਅੱਜ ਤੁਸੀਂ ਦੱਸੋਗੇ अमर भाई साहब ना किसी इल्म दे कोल कोई शय है वे ते पढ़ लो, तुसी पढ़ लवोगे ते और मजेदार है। वो खुरम राना पढ़दा कहता पूरा पढ़े, मैं क्या पूरा पढ़, अगले सफे ते कहता आप ही फंस गया। मैं क्या हाँ नहीं ये इधर नहीं इसकी वजाहत दी, वो दूसरी जगह दी हुई है। मैं क्या यार लांतिया बरी साहब हुण मामला फस गया ना, जिथे फसे इस हाल कढो कोई कि मुर्शद कहते ने कि इस आयत दा खातम नबीयीन का मानी ये है कि नबियों को खत्म करने वाला। मुरीद कहता है ये मानी कुरान के खिलाफ है। मुरीद ते हुज्जत थोड़ी है, अगर आंदी है वही आंदी है तो वो ते मिर्जा साहब ते आंदी है जेड़ा शैतान ने हाँ वो ते मिर्जा साहब गल सुनो ना, मुरीद अगे आयत लिख मारी है कुरान दी सूरतुल हज नहीं आयत उस नकल कर मारी है। हो सके कि इस आयत के खिलाफ होने मानी, फिर क्या करा उसकी दलील का वजन चेक करना ना, या को शायद मानी मुरीद गलत किया तो मानी छोड़ने पैने ने, तो या गुरु दे मानी मनने पैने ते मुरीद दी आयत नाल खिलवाड़ मारना पेगा को मुरीद कुरान नाल खिलवाड़ करना पे रज़ियत उस गटर दा नाम जे तो मुरीद दी गल मनो, जिथे जान मुरीद दी गल मनो तो पता लगदा गुरु खिलवाड़ कर गया। हां वही कह रहे ना, वो एखो जी लानत है मरज़ियत, जिथे तो मिर्जा कादियानी जान फसदी है वो बाकी अंबिया ते शात में नहीं करदे। नहीं साहब वो ए सफेद दे ते वो मुंह खोल के ओदे मुंह दे अंदर मूत्र सड़नगे, जिथे ओ मिर्जा कादियानी दी जान बचाना से अंबिया दी हद तक कर जांदे ने। तुहानू लगदा है फैज़ल मोहतरमा जेड़ा गुलाम रसूल जेड़ा किसी खेत दी मूली है, ਇਹ ਤਾਂ ਸਭ ਤੋਂ ਅੱਛੀ ਦਲੀਲ ਹੁੰਦੀ ਹੈ ਸਾਡੇ ਵਾਸਤੇ ਕਿ ਮਿਰਜ਼ਾ ਕਾਦੀਆਨੀ ਨੇ ਆਪ ਤਰਜਮਾ ਕੀਤਾ ਹੈ ਖਾਤਮ ਨਬੀਨ ਦਾ। ਤੁਸੀਂ ਕਹਿੰਦੇ ਬਈ ਮੋਹਰ ਦਾ ਮਾਨੀ ਤਸਦੀਕ ਹੈ, ਤੇ ਉਹਨੇ ਤੇ ਆਪ ਇੱਥੇ ਕਲੀਅਰ ਆਪਣੇ ਕਲਮ ਦੇ ਨਾਲ ਲਿਖਿਆ ਕਿ ਨਬੀਓ ਕੇ ਖਤਮ ਕਰਨ ਵਾਲਾ। ਤੇ ਮੈਂ ਜਦੋਂ ਸਵਾਲ ਪੁੱਛਿਆ ਨਹੀਂ ਇਹਦੀ ਵਜ਼ਾਹਤ ਉਹਨਾਂ ਚੌਥੀ ਜਗ੍ਹਾ ਕੀਤੀ ਹੈ ਕਿ ਜਿੱਥੋਂ ਚੌਥੀ ਕਿਤਾਬ ਉਹ ਛਪੀ ਕੋਈ ਨਹੀਂ। ਤੇ ਕੁਰਾਨ ਦੇ ਖਿਲਾਫ ਚੱਲੇ ਵਿੰਦੇ ਨੇ, ਹਦੀਸ ਦੇ ਵੀ ਖਿਲਾਫ ਨੇ। ਹੁਣ 4 ਦਲੀਲਾਂ ਉਹਨੇ ਦਿੱਤੀਆਂ ਨੇ।
ਜਾਂ ਚਾਰ ਦਲੀਲਾਂ ਗਲਤ ਨੇ, ਉਹ ਕੁਰਾਨ ਹਦੀਸ ਨਾਲ ਖਿਲਵਾੜ ਕੀਤਾ ਤੇ ਜਾਂ ਗੁਰੂ ਨਾਲ ਖਿਲਵਾੜ ਕੀਤਾ, ਦੋਵਾਂ ਚੋਂ ਕਿਸੇ ਕੀਤਾ ਹੀ ਹੈ। पेंचर ऑयल आंदे नईम साहब कि जिथे मिर्जा साहब ने किया ना कि भाई नबियों को खत्म करना ना, वो कुल तन नबूवत तक उन्होंने खत्म करना नहीं किया। दूसरी जगह तो उन्होंने क्या भाई अहले आ सकते हैं कि अहले बंद ने, ठीक है। उन्होंने ना एक ही तीर के नाल दो शिकार करने, उन्होंने कहना भाई फैजान साहब ने जो बात की है ना बिल्कुल दुरुस्त है, लेकिन असल में मिर्जा साहब ने जो बात की है वो सियाक व सबाब के हवाले से की है। यहाँ पे अगर मिर्जा साहब ने इसकी वजाहत नहीं भी की ना तो चौथी किताब में इसकी वजाहत मौजूद है। शरई आ सकते, शरई नहीं आ सकते, गैर शरई आ सकते, हकीकी नहीं आ सकते, गैर हकीकी आ सकते। और ऐसा रामजदगी का बंदा की जवाब देवे? बड़ा जवाब है दा लतीफ मज़ामीन आपको समझ ਇਹਦਾ ਬੜਾ ਜਵਾਬ ਹੈ, ਇਹਦਾ ਬੜਾ ਜਵਾਬ ਹੈ। जी दबो मैं सुनना चाहूँगा। ਹਾਂ ਨਾ ਤੇ ਮੈਂ ਜਨਵਰੀ 1897 ਦੀ ਗੱਲ ਹੈ ਕਿ ਗੁਲਾਮ ਰਸੂਲ ਦਸਤਗੀਰੀ ਸਾਹਿਬ ਨਾਲ ਇਹਨਾਂ ਦਾ ਮੋਬਾਈਲ ਦਾ ਜ਼ਿਕਰ ਚੱਲ ਰਿਹਾ ਸੀ। ਮਿਰਜ਼ਾ ਸਾਹਿਬ ਨੇ ਇੱਕ ਇਸ਼ਤਿਹਾਰ 'ਚ ਉਹਨਾਂ ਨੂੰ ਜਵਾਬ ਦਿੱਤਾ ਕਿ ਉਹਨਾਂ ਆਖਿਆ ਕਿ ਮਿਰਜ਼ਾ ਸਾਹਿਬ ਤੁਸੀਂ ਮੁਦਈ ਨਬੂਵਤ ਹੋ, ਠੀਕ ਹੈ, ਤੇ ਤੁਸੀਂ ਤਯਨ ਕਰੋ ਵਕਤ ਦਾ ਵੀ ਤੇ ਸਜ਼ਾ ਦਾ ਵੀ ਕਿ ਹੱਥਾਂ ਟਾਈਮ ਵਿੱਚ ਨਾਜ਼ਲ ਹੋਣੀ ਹੈ। ਉਹਨਾਂ ਦਾ ਮੁਤਾਬਾ ਸੀ ਫੌਰੀ ਅਸਰ ਹੋਵੇ ਮੋਬਾਈਲ ਦਾ। ਮਿਰਜ਼ਾ ਕਾਦੀਆਨੀ ਆਖਿਆ ਕਿ ਇਹ ਮੜੇ ਤੇ ਇਲਜ਼ਾਮ ਹੈ ਕਿ ਮੈਂ ਮੁਦਈ ਨਬੂਵਤ ਹਾਂ। ਮੜੇ ਤੇ ਵਹੀ ਵਲਾਇਤ ਆਉਂਦੀ ਹੈ ਜਿਸ ਤਰ੍ਹਾਂ ਸ਼ੇਖ ਅਬਦੁਲ ਕਾਦਰ ਜਿਲਾਨੀ ਰਹਿਮਹੁੱਲਾ ਤੇ ਆਉਂਦੀ ਸੀ। ਜਿਹੜਾ ਇਸ ਤੋਂ ਵੱਧ ਕੇ ਆਖਦਾ ਉਹ ਮੜੇ ਤੇ ਇਲਜ਼ਾਮ ਲਾਉਂਦਾ ਹੈ। ਹੁਣ ਦੱਸੋ 97 ਦੀ ਗੱਲ ਮਿਰਜ਼ਾ ਸਾਹਿਬ ਖੁਦ ਕਹਿ ਰਹੇ ਨੇ ਕਿ ਮੜੇ ਤੇ ਇਲਜ਼ਾਮ ਹੈ, ਤਾਂ ਉਸ ਨੂੰ ਮਾਰੀ ਕਿੰਜ ਬਦਲ ਸਕਣਾ ਹੈ? ਉਹ ਨਹੀਂ ਮਮਾਨ ਸਾਹਿਬ ਇਹ ਤੇ ਗੱਲ ਉਹਨੇ ਮਰਦ ਤੋਂ ਪਹਿਲੇ ਵੀ ਕੀਤੀ ਨਾ ਬਈ ਕਿ ਮਨੂ ਖਤਮ ਨਬੂਵਤ ਦਾ ਮੁਨਕਿਰ ਕਹਿੰਦੇ ਨੇ, ਮੁੱਦਈ ਨਬੂਵਤ ਕਹਿੰਦੇ ਨੇ, ਮੇਰੇ ਉੱਤੇ ਮੌਜਜ਼ਾਤ ਦਾ ਇਲਜ਼ਾਮ ਲਾਉਂਦੇ ਨੇ, ਲैलतुल कदर ਦਾ ਇਨਕਾਰੀ ਕਹਿੰਦੇ ਨੇ। ਇਹ ਸਾਰੇ ਇਲਜ਼ਾਮਾਤ ਨੇ, ਠੀਕ है। जिस कदर मेरी वही के अंदर मेरा नाम नबी के रसूल रखा गया है तो वो सिर्फ और सिर्फ रखा गया है मजाजी तौर पर, हकीकी तौर पर नहीं। इसमें नबी रसूल अला वजहल की ना की थे लिखा है, मैंने याद आ जाना और मैं दसना अला वजहल मजाज ला अला वजहल हकीकत मिजाज दा रंग ते मेरा ना जेड़ा खाली मैंने पुकारा गया नबी दा रसूल कह के, लेकिन हकीकत दे मायने ते रसूल नहीं किया। हेलो, हाँ जी जनाब, जी कैसे हैं सब लोग? करम मौला दे, अपने सुनाओ। ठीक है जी हाँ जी, कौन सी ब्रॉड चल रही है और क्या मकसद है ब्रॉड का, बता दें थोड़ा सा। खत्म ने बहुत ब्रॉड चल रही है, रद्द कादियानी थे, आपने कुछ कहना? रद्द कादियानियत में भी कादियानी जो है वो गलत है। ठीक होगी, ये बात करनी थी आपने। नहीं, मैं आपसे पूछ रहा हूँ, मैं ब्रॉड पूछ रहा हूँ, फिर उसके रिलेटेड बात करूंगा ना। अब आप थोड़ा सा तारुफ करवा देना, फिर अच्छा हो जाएगा ना। आप किसी महफिल में आपने सलाम तारुफ किया, मेरा आपने तारुफ करवाया तो फिर बात कैसे मुमकिन होगी आपसे? मेरा नाम इमरान खान है और मैं जर्मनी हामबुर्ग में जी। रहता हूँ, हामबुर्ग में रहता हूँ, जर्मनी में। हैम्बर्ग में रहते हैं। हमारे एक बड़े अच्छे दोस्त हैं नासिर भट्ट साहब, वो भी हैम्बर्ग में रहते हैं। हाँ, अच्छा ठीक हो गया। आप बहुत अहमदी? से- जी बहुत से लोग हैं जर्मनी में, पाकिस्तान में। जी जी, आप अहमदी हैं? नहीं, मैं अहमदी नहीं हूँ, मैं मुसलमान हूँ। मुसलमान, ठीक हो गया। हाँ। मिर्जा साहब को क्या समझते हैं? मैं मिर्जा साहब को जी जी, मैं मिर्जा साहब को कुछ नहीं समझता, क्योंकि मेरा अकीदा नहीं है इस बात पे, तो मैं कुछ नहीं कह सकता इस बारे में। मेरा नबी पे अकीदा, नबी पे ईमान है, तो मैं अपने नबी को आखिरी नबी मानता हूँ। और नबी करीम सल्लल्लाहु अलैहि वसल्लम ने फरमाया था, मफहूम बयान करो हदीस का, कि मेरे बाद तकरीबन 30 दज्जाल और कज़्ज़ाब झूठी नबूवत का दावा करेंगे। हाँ जी, तो आप मिर्जा साहब को उनमें शमूलियत इख्तियार कर सकते हैं? मिर्जा साहब, उनका कोई क्रेडिट है या नहीं? बिल्कुल है। इन्होंने कहा जी मैं नबी हूँ और नबी का झूठा दावा किया, जबकि ये नहीं है। चलें ठीक है, बात अगर आपके इख्तिताम को पहुंच गई, एक और इमरान खान साहब आ गए। माशाल्लाह नाम फेमस ही है इमरान खान साहब का। अस्सलाम वालेकुम व रहमतुल्लाह। वालेकुम अस्सलाम व रहमतुल्लाहि व बरकातहू। क्या है इमरान खान साहब आपका? जी असद भाई, अल्लाह का शुक्र है। आप सुनाएं, आप कैसे? अल्हम्दुलिल्लाह, करम हो। जी नईम साहब, तुसी अपनी गल कंटिन्यू करो। जी जी, बोलें, कुछ बोलना चाहेंगे आप? नहीं कोई नहीं, बाद में करते हैं, बात आपको नहीं कंटिन्यू, इल्मी बात हो रही हो, पहले हमारी तो लगी रहेगी। तो एक बात ना मैं ऐड करना चाहता हूँ, वो जो उधर भी बात आपकी हो रही थी ना, जल्दी जल्दी कोई ऐसा लफ्ज़ सख्त दो तरफ़ा गुफ्तगू के दौरान निकालने से रोकना चाहिए अपने आप को। हाँ, बमरे मजबूरी
जब आपकी किसी के साथ कोई हो रही होती है, एक सेकंड यार, एक कॉल आ रही जरूरी है, करें बात। मन तो लगे मेरे से तंबी से। चल ठीक है उस्ताद जी, उससे वापस आके कर दें। जी नईम साहब, मेरा ਪੰਜ ਨਾਰਾ ਪੰਜ ਤਨੀ ਸਵਾ ਲੱਖ ਨਾਰਾ ਹੈ ਦਰਿਆਲੀ। ठीक हो गया जी नईम साहब। देखो जिथे मिर्जा साहब ने मरण तो गई थोड़ा अरसा पहले, आखिरी पहली नहीं बयान अहमदिया नहीं, पूरे 23 जिल्दां दे अंदर भी आखिरी इक़्तिबासात दे अंदर लिखा है कि मेरा ना जिथे रसूल या नबी क्या अल्लाह ने पुकारा है वो मजाज दे रंग दे अंदर है, हकीकत ते मबनी नहीं है। ठीक है, तो ऐसा कोई जवाब नहीं है। साहब कहते ने मनु नबी ते रसूल क्या कि मेरी वही दिन पुकारा गया वजहल मिजाज दे मूड होते ला वजह हकीकत दे मायने दे होते नहीं। ते एदा की जवाब होएगा? नहीं फिर अगे चले ना, फिर गल ए वे कि जिसले मुरीद ने इनकार किया तो फिर क्यों आखा ने कि इनकार गलत है जे नबूवत दा दावा नहीं थे? इनकार इस तरह गलत है क्योंकि ना उन्हां दा रखा गया है, लेकिन वो उन्हां नु को शरीयत नहीं अता कीती गई ना उन्हां दा आखिरी इक़्तिबास। देखो ना, देखना चाहिए कि ਉਹਦਾ ਮਰਨ ਦੇ ਟਾਈਮ ਤੇ ਕੀ ਕੀ ਮਰਨ ਦੇ ਟਾਈਮ ਤੇ ਉਹਨੇ ਰੋਣਾ ਹੀ ਪਾਇਆ, ਹੀ ਵੈਣ ਪਾਇਆ ਕਿ ਭਾਈ ਮੈਨੂੰ ਕਹਿੰਦੇ ਨੇ ਮੈਂ ਲੈਲਤੁਲ ਕਦਰ ਦੇ ਇਨਕਾਰੀਆਂ, ਮੌਜਜ਼ਾਤ ਦੇ ਇਨਕਾਰੀਆਂ, ਫਰਿਸ਼ਤੇ ਦੇ ਇਨਕਾਰੀਆਂ, लेकिन मेरे वही कायदे ਜਿਹੜੇ अहले सुन्नत वल जमात ਦੇ ने अगर मेरी वही दे अंदर या मेरी शैतानी खजाइन दे अंदर या मेरी शैतानी इल्हाम दे अंदर अगर नबी ते रसूल दा कोई लफ्ज आया है वो सिर्फ और सिर्फ मजाज दे रंग दे होते हैं, अल्लाह ला वजह हकीकत दे होते मबनी नहीं है रसूल ते नबी दा लफ्ज। अच्छा मजाजी नबी एक साहब शरीयत नबी तो अफजल हो सकता है हर लिहाज नाल कुली तौर ते? बशीर ते कहंदा 2 नंबर खलीफा ते कहंदा भाई इन्ने दलाइल ने इस मौजू दे होते हैं कि मैं ले इथे मैं जेड़ी गल पूछी है ਤੁਹਾਡੇ ਮੁਤਾਬਕ ਵੀ ਜਿਹੜਾ ਬੰਦਾ ਕਹਿੰਦਾ ਮੈਂ ਮਜਾਜ਼ੀ ਨਬੀ ਹਾਂ ਉਹ ਇੱਕ ਸਾਹਿਬ ਸ਼ਰੀਅਤ ਨਬੀ ਦੇ ਇੱਕ ਮੁਸਤਕਿਲ ਨਬੀ ਨੂੰ ਕੁਲੀਆ ਤੌਰ ਅਫਜ਼ਲੀਅਤ ਹੋ ਸਕਦੀ ਉਹਨੂੰ? नहीं बिल्कुल नहीं हो सकती, कुल किस तरह हो सकती है? तो फिर वो मजाजी नबी किस तरह हज़रत ईसा अलैहिस्सलाम तो अफजल होवे बंदा अफजलियत दा दावा भी करे आके मैं हर लिहाज नाल तो अफजल हां मुतलकन अफजल हां, तो फिर मजाजी नबी किस तरह हो सकता है? हाँ जी, वो आयत दमाज़ल थोड़े दिन पहले भी गुफ्तगू हुई कि गई फरमाया कि इमाम मोहम्मद नबी अहद मिन रजालिकुम वला का रजाल ला रजाल दुनिया लेकिन रजाल आखिरा। ते ऐसी जदों पूछे भाई इत्थे ते यानी कि नबी करीम सल्लल्लाहु अलैहि वसल्लम तुहाडे किसी मर्दा दे अंदर बाप नहीं, लेकिन आखिरत दे मर्दा दे बाप ने। पूछे भाई कौन है वो आखिरत दे मर्द? ते कहंदे वो मिर्जा कादियानी। उत्थे ते जमा दा सीगा रजल दा, ते मिर्जा कादियानी किस तरह होगी? कहंदे जी कामिल पैरवी क्योंकि मिर्जा कादियानी ने कीती हाले तक जदों दी दुनिया बनी है तां से वो रजाल अल आखिरा भी है, तां से ही और बाकी अंबिया तो अफजल है क्योंकि जिहो जी पैरवी कामिल पैरवी मिर्जा कादियानी कीती है वो ना हजरत तौबा नाज़ुबिल्लाह ना हजरत ईसा कीती है, ना हजरत मूसा कीती है, ना हजरत ईसा कीती है, ना हजरत किससे भी पैगंबर भाई जिंज भी वेखो ना तुसी के एक गैर साहबी तो अफजल नहीं हो सकता जो मर्जी कर लेवे, जो मर्जी कर लेवे ना गैर साहबी तो अफजल नहीं हो सकता। एक साहबी जो मर्जी कर लेवे वो नबी तो अफजल नहीं हो सकता। बिल्कुल साहबी आला तो आला तरीन दर्जे तक चला भी ना तभी नबी तो अफजल नहीं हो सकता। बिल्कुल ताबी अफजल तो अफजल भी हो मैं पूछता ये साहबी भी नहीं सी एक तो तेरे स्टेप तो सी एक साहब शरीयत नबी तो अफजल के हो गया मुतलकन अफजल जुजवी भी नहीं, असी जुजवी भी ना मनते हैं ना, ये मुतलकन अफजलियत के दावेदार नबूवत का दावा नहीं तो अफजलियत का दावा कर बैठे ने। वो कह रहे हैं कि अफजलियत का दावा कहां से करने लगे ने क्यों जी कामिल पैरवी नहीं की दुनिया जदों दी बनी है ते क़यामत तक कामिल पैरवी भाई कामिल पैरवी गल सुनो ना कि कामिल पैरवी करे या ना करे अफजलियत होने से ना कम अज कम उस रुतबे के उत्ते दा रुतबा तो चाहिए ना तां ही अफजल होता है पता। अच्छा मैं कल आ गई सी विच मैं कहन लगा सी कि तुसी जदों उत्थे बराड़ उन्हां दी गए ना खालिद बिन वलीद दी बराड़ ते उत्थे तुसी ना थोड़ा जिहा फस के ते जल्दी कह दिता है कि बई मैं उन्होंने ते शैतान दा कलाम मनना वा। उन्हां दे अगे सवाल रखो, उन्होंने कहो भी एक बंदा दावा करे तुहाडे सामने कि यह मेरे ते कलाम नाज़िल होया ते ये कलाम रहमान दा कलाम है, अल्लाह दा कलाम है, ते तुहाडे कोले दो ही रस्ते बचते ने या कोई तीसरा रस्ता भी हुंदा है?
ਜਾਂ ਤੇ ਤੁਸੀਂ ਉਹਨੂੰ ਮੰਨੋਗੇ ਕਿ ਇਹ ਰਹਿਮਾਨ ਦਾ ਕਲਾਮ ਹੈ, ਜਾਂ ਉਹ ਮੁਫਤਰੀ ਹੈ ਔਰ ਉਹ ਇਫਤਰਾ ਕਰ ਰਿਹਾ ਹੈ ਔਰ ਸ਼ੈਤਾਨ ਦਾ ਕਲਾਮ ਪੇਸ਼ ਕਰ ਰਿਹਾ ਹੈ। ਤੀਸਰਾ ਕੋਈ ਰਸਤਾ ਹੁੰਦਾ ਕੋਈ ਨਹੀਂ। ਮਿਰਜ਼ਾ ਕਾਦੀਆਨੀ ਦੇ ਬੇਟੇ ਨੇ ਵੀ ਕਿਹਾ ਹੈ ਕਿ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਦਾ ਦਾਵਾ 2 ਸੂਰਤਾਂ ਤੋਂ ਖਾਲੀ ਨਹੀਂ ਹੈ। ਕਿੱਥੇ ਲਿਖਿਆ ਮੌਲਵੀ ਸਾਹਿਬ? ਆਏ ਨਾ ਕਬਾ ਉਹਦੇ ਚ ਕਲਮਾਤੁਲ ਫਜ਼ਲ ਚ ਲਿਖਿਆ ਹੈ। मिर्जा कादियानी आप कह रहे हैं मुफ्ती मानते नहीं कलमातुल फसल दी इबारत है। या वो सच्चा है तो या वो मुफ्तरी है, तीसरा कोई रास्ता नहीं है। मिर्जा खुद भी लिखा कि कतल बीच गल ठीक है कि अगर हाँ देखो तीसरा रास्ता है नहीं, लेकिन वो तीसरा रास्ता बनाना चाह रहा है मेरे से। कहता तू अगर मनना भी है कि दज्जाल है, कज़ाब है और शैतानी खजाइन है, तेनू इजाजत नहीं ऐसी देवांगे ना अपनी बरात से ना साडी बरात से कि तू अपने अकीदे का इजहार करे। तीसरा जो मुनाफिकत का रास्ता है कि भाई सुमन बुकमन हो जाओ, ਤੁਸੀਂ ਜਿਹੜਾ ਉਹ ਰਸਤਾ ਮੈਂ ਨਹੀਂ ਇਖਤਿਆਰ ਕਰਨਾ। ਠੀਕ ਹੈ ਨਾ? ਨਹੀਂ ਉਹ ਠੀਕ ਹੈ, ਤੁਸੀਂ ਉਹਨੂੰ ਕਹੋ ਕਿ ਉਹ ਬੋਲ ਕੇ ਕਵੇ ਨਾ, ਤੁਸੀਂ ਉਹਦੇ ਅੱਗੇ ਸਵਾਲ ਰੱਖੋ, ਉਹਨੂੰ ਕਹੋ ਵੀ ਇੱਕ ਬੰਦਾ ਇਹ ਦਾਵਾ ਕਰੇ ਤੇ ਮੈਂ ਉਹਨੂੰ ਕੀ ਆਖਾਂ, ਜਾਂ ਮੈਂ ਉਹਨੂੰ ਰਹਿਮਾਨ ਦਾ ਕਲਾਮ ਮੰਨਾਂ ਤੇ ਜਾਂ ਸ਼ੈਤਾਨ ਦਾ ਮੰਨਾਂ, ਤੇ ਜਾਂ ਫਿਰ ਮੁਨਾਫਿਕ ਬਣਾ ਤੇ ਮੈਂ ਮੂੰਹ ਤੇ ਟੇਪ ਲਾ ਲਵਾਂ ਤੇ ਆਖਾਂ मंडा मंडा तेरे सामने मैं आके कहा हम तो मिर्जा साहब की बड़ी इज्जत करते हैं, हम तो उनको बुजुर्ग में ये तो नहीं ना हो सकता। वो चाह रहे ने ना, ਇਹ वो ਚਾਹੁੰਦਾ ਹੈ ਕਿ ਜਨਾਬ ਅਸੀਂ ਆਪਣੀ ਬਰਾਤ ਤੇ ਵੀ ਸਾਨੂੰ ਉਹ ਕੜੀ ਕਰਵਾ ਛੜੇ, ਠੀਕ ਹੈ, ਕੜਾ ਕਰਵਾ ਛੜੇ, ਹੱਥਕੜੀ ਲਾ ਦੇਣ ਤੇ ਸ਼ਰੀਅਤ ਅਸੀਂ ਬਿਆਨ ਨਹੀਂ ਕਰਨੀ। ਉਹ ਅਗਰ ਸਾਡੇ ਸਾਹਮਣੇ अलैहिस्सलाम सलातो भी है तो फिर भी ਅਸੀਂ मिर्जा साहब कह के मुखातिब करेंगे, लेकिन वो मेरे सामने मिर्जा साहब नहीं कहेगा, वो मेरे सामने मसीह मौत ते दरूद सलाम ते इस तो भी वध के कहेगा। लेकिन मनु इजाजत नहीं अपनी ना शरीयत बयान करनी दी, ना अपनी बरात दे होते ना ओदी बरात दे होते। नहीं इंसाफ की गल है, इंसाफ की गल है। ਉਹਨੂੰ ਕਹੋ ਕਿ ਮੈਂ ਤੇਰੀ ਬਰਾਤ ਤੇ ਆਇਆ ਨਾ, ਤੂੰ ਜੋ ਮਰਜ਼ੀ ਉਹਦੇ ਨਾਲ ਕਰੀ ਜਾ, ਸਾਰਾ ਦਿਨ ਤੁਸੀਂ ਉਹਨੂੰ ਝੂਠੇ ਨੂੰ ਮੁਫਤਰੀ ਨੂੰ ਜੋ ਕਹਿੰਦੇ ਰਹਿੰਦੇ ਹੋ। ਅਸੀਂ ਤੁਹਾਨੂੰ ਨਹੀਂ ਰੋਕਦੇ, ਤੁਸੀਂ ਆਪਣੀ ਬਰਾਤ ਤੇ ਆਜ਼ਾਦ ਹੋ, ਅਸੀਂ ਆਪਣੀ ਬਰਾਤ ਚ ਆਜ਼ਾਦ ਹਾਂ। ਅਸੀਂ ਆਪਣੀ ਬਰਾਤ ਤੇ ਜੋ ਇਜ਼ਹਾਰ ਕਰਨੇ ਆ ਨਾ, ਜੇ ਤੁਸੀਂ ਉਹਦੇ ਨਾਲ ਵੱਟੋ ਸੱਟਾ ਕਰਨਾ ਹੈ ਨਾ ਤੇ ਫਿਰ ਤੁਹਾਡੀ ਮਰਜ਼ੀ ਨਹੀਂ ਹੈ ਕਿ ਤੁਹਾਡੇ ਨਾਲ ਕੋਈ ਬੰਦਾ ਗੱਲ ਕਰੇ। ਸਾਡੇ ਨੂੰ ਖਸਮਾਂ ਨੂੰ ਕਹੋ ਨਹੀਂ ਕਰਨੀ ਤੇ ਨਾ ਕਰੋ, लेकिन ये ਤੁਸੀਂ ਬਾਈਕਾਟ ਖੁਦ ਕਰ ਰਹੇ ਹੋ, ਸਾਡੀ ਤਰਫੋਂ ਨਹੀਂ ਹੋ ਰਿਹਾ। हेलो मेरी भी बात सुनो मेरे सामने, ठीक है ना? कोई दूसरा बंदा आया सी, ਉਹਨੇ ਕੋਈ ਬਕਵਾਸ ਕੀਤੀ, ਠੀਕ ਹੈ। ਹੁਣ ਮੈਂ ਨਾਲ ਬੈਠ, ਮੈਂ ਨਹੀਂ ਸਾਂ, ਜਾਫਰੀ ਸਾਹਿਬ ਬੈਠੇ ਸਨ, ਜਾਫਰੀ ਸਾਹਿਬ ਨੂੰ ਵੀ ਔਰ ਇਹ ਜਿਹੜਾ ਟੋਪੀ ਖਾਨ ਹੈ ਉਜ਼ੈਰ ਖਾਨ ਜਿਹੜਾ, ਇਹਨਾਂ ਨੇ ਦੋਵਾਂ ਨੇ ਉਹਨੂੰ ਕੂਫੀ ਕਿਹਾ ਕਿ ਬਈ ਤੁਸੀਂ ਆਪ ਬੁਲਾਇਆ ਤੇ ਮੈਂ ਨੇ ਉਹਨੂੰ ਕਿਹਾ ਕਿ ਬਈ ਤੁਸੀਂ ਕਿਉਂ ਗਏ, ਮੈਂ ਮੁਖਾਤਿਬ ਹੀ ਨਹੀਂ ਸਾਂ ਉੱਥੇ, ਠੀਕ ਹੈ। ਮੈਂ ਕਿਉਂ ਚੌਥੇ ਬੰਦੇ ਦੀ ਗੱਲ ਜਿਹੜਾ ਚੌਥੀ ਪੰਜਵੀਂ ਜਗ੍ਹਾ ਤੇ ਜਾ ਕੇ ਕਰਾਂ? मैं आजाद हाँ अपनी बरौड़ चलाने पे अपने असूल के मुताबिक, वो आजाद है अपनी बरौड़ अपने असूल के मुताबिक चलाने से। हाँ अगर बहन किसी ने गुफ्तगू करनी है आमने सामने बह के, ना एहतराम दा पहलू कदी उन्हें छड्या ना कदी मैं छड्या, लेकिन ए मरज़ई अड्डे को हरामजादे ने थल्लों अद्धी बचदी रिकॉर्डिंग लैके जाके उन्होंने प्राइवेट करन लगे ने। ए देखो जी साडे खुलफा नूं गालां कढ रहा है, ए नहीं दस रहे कि सैफी हरामजादा इत्थे थल्ले आके बकवास कीती है, ओहदे बाद जेड़ा ओहदा की कहदा मंजी ठुकी है मरज़ईयां दी। लेकिन कच अगर सोचते हैं कि भाई कच दे बने ने कि इन्हां नूं सवाल नहीं कह सकते या असूल वही होणगे जेड़ा ए चाहणगे ते 74 ते ए काफर करार पाए ने, मैं नहीं, ठीक है। 74 दे खिलाफ होगी, इन्हां दे खिलाफ नहीं होगी। हेलो इमरान खान साहब थोड़ा इमरान खान साहब इंतजार कर लो थोड़ा जा, जल्दी ना करे करो। मोहन लोच मर्ज़े दे घर तलिया सी जिन्हें तजर्रुद दी जिंदगी गुजार के अपने सेट दा खाना खराब कर लिया ते ओदे बाद जेड़ा है दूसरी कीती ओने, ठीक है ना। जदों इलाज दी पाइपलाइनां वड्डियां कीतियां ना ते लोच ओदे घर तलिया गया। अच्छा उस मनु को तुसी कोई ਇਹੋ ਜਿਹਾ ਅਸੂਲ ਬਣਾ ਦਿਵੋ ਕਿ ਜਿੱਥੇ ਉਹ मेरे सामने बह के सलातो व सलाम पढ़ रहा है ते मनु इजाजत नहीं है दज्जाल कज़ाब पढ़न दी, क्योंकि ओदे जज्बात मजरू हो जाएंगे। ठीक हो गया जी, की पढ़ना जी मिर्जा साहब, मैं मिर्जा साहब करे, लेकिन वो मिर्जा साहब नहीं करेगा, वो मनु पोक करन से सलातो व सलाम पढ़न दा कायल है। लेकिन मनु ओनू इजाजत है कि वो मिर्जा साहब ने जो समझदा बयान करे, लेकिन मनु इजाजत नहीं जेड़ा मैं समझना मैं बयान कर, ठीक है। और ਇਹਦੇ ਬਾਅਦ ਇਸ ਤੋਂ ਜ਼ਿਆਦਾ ਮੇਰੇ ਉੱਤੇ ਪਾਬੰਦੀ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਬਈ ਤੂੰ ਆਪਣੀ ਬਰਾਤ ਤੇ ਬਹਿ ਕੇ ਵੀ ਨਾ ਤੂੰ ਆਪ ਮਿਰਜ਼ਾ ਸਾਹਿਬ ਨੂੰ ਸੀਗਾ ਵਾਹਿਦ ਅੰਦਰ ਬੁਲਾਣਾ, ਨਾ ਕਿਸੇ ਨੂੰ ਬੁਲਾਣ ਦੇਣਾ, ਤੇ ਤਾਂ ਕਿਤੇ ਗੁਫ਼ਤਗੂ ਕਰੀ। ਤੇ ਮੈਨੂੰ ਦੱਸਣ ਇਹਨਾਂ ਨੇ ਮੈਨੂੰ ਤਿਤਲੀਆਂ ਦਿੱਤੀਆਂ ਨੇ ਜਿਹੜਾ ਮੇਰੇ ਉੱਤੇ ਇਹਨੇ ਪਾਬੰਦੀਆਂ ਲਾ ਰਹੇ ਨੇ। ਨਹੀਂ ਤੇ ਤੁਹਾਡੀ ਕਿਹੜੀ ਖੋਤੀ ਖੂਬੀ ਹੈ ਤੂੰ ਵੇਂਗੇ ਗੁਫ਼ਤਗੂ ਕਰਸੇ?
मैं खत्म मैं तो कहां से मैं साड़ी जूती ने नहीं परवाह ਹਾਂ ਆਪਣੀ ਬਰਾੜ ਤੇ ਬਹਿ ਕੇ ਮੰਜੀ ਠੋਕ ਇਹਨਾਂ ਦੀ कोई कह रहा ना शाहरुख आया है और तो सानू नजर आया किसी मरजाई बराड़ दे होते तो मैं कहना ਆਪਣੀ ਬਰਾੜ ਤੇ ਬਹਿ ਕੇ ਮੰਜੀ ਠੋਕ ਕੰਮ ਰਹਿ ਗਿਆ ਨਾ ਜਿੱਥੇ ਅੱਛੇ ਅੰਦਾਜ਼ ਨਾਲ ਗੁਫ਼ਤਗੂ ਹੁੰਦੀ ਸੀ ਸਵਾਲ ਜਵਾਬ ਹੁੰਦੇ ਸਨ ਉਸ ਬੰਦੇ ਨੂੰ ਵੀ ਇਹਨਾਂ ਨੇ ਆਰਾਮਜ਼ਦਗੀ ਕਰ ਕਰਕੇ ਉਹਨੇ ਕਿਹਾ ਯਾਰ ਮੈਂ ਤੰਗ ਆ ਗਿਆ ਮੇਰਾ ਦਿਲ ਅਪਸੈਟ ਹੋ ਗਿਆ ਕਿ ਅੱਛੇ ਤਰੀਕੇ ਨਾਲ ਆ ਕੇ ਗੁਫ਼ਤਗੂ ਕਰਦਾ ਸੀ ਤੇ ਹੁਣ ਕੰਮ ਖਰਾਬ ਹੋਣਾ ਸ਼ੁਰੂ ਹੋ ਗਿਆ ਅੱਛਾ ਜਦੋਂ ਤੱਕ ਸ਼ਰੀਅਤ ਅਸੀਂ ਨਹੀਂ ਬਿਆਨ ਕਰੀਏ ਜ਼ੁਬਾਨ ਤੋਂ ਅਸੀਂ ਓ ਹੋ ਜੀ ਮੁਸਲਮਾਨਾਂ ਵਿੱਚ ਬਹੁਤ ਅੱਛੇ ਹੈ ਜੀ ਤੇ ਜਦੋਂ ਅਸੀਂ ਸ਼ਰੀਅਤ ਬਿਆਨ ਕਰਨ ਲੱਗੀਏ ਤੇ ਸਾਡੇ ਦਿਵਾਲੇ ਹੋ ਗਏ ਨੇ ਤੇ ਹੋ ਜਾਣ ਬਈ ਸਾਨੂੰ ਸਾਡੇ ਨਾਲ ਕੋਈ ਭੈਣ ਵਿਆਹ ਨਹੀਂ ਉਹਨਾਂ ਨੇ ਸਾਨੂੰ ਜਿਹੜਾ ਉਹਦਾ ਉਹਨਾਂ ਦਾ ਭਾਰ ਹੈ ਇੱਥੇ ਵੀ ਤੇ ਬਨੇਰੇ ਤੇ ਬਹਿ ਕੇ ਹੁਣ 60 ਬੰਦੇ ਨੇ ਵਿੱਚੋਂ ਮਨੋ ਸ਼ੋਰਟ 100% ਯਕੀਨ ਹੈ ਕਿ 40 ਮਰਜ਼ਾਈ ਨੇ ਲੇਕਿਨ ਫਿਰ ਵੀ ਅਸੀਂ ਕਹਿੰਦੇ ਕਿ ਜਨਾਬ ਤੁਸੀਂ ਅਗਰ ਗੁਫ਼ਤਗੂ ਕਰਨ ਦੇ ਕਾਇਲ ਹੋ ਤੁਹਾਡੇ ਸਾਹਮਣੇ ਅਸੀਂ ਦਿਨ ਦਜਾਲ ਤੇ ਕਜ਼ਾਬ ਮੰਨੇ ਮਿਰਜ਼ਾ ਸਾਹਿਬ ਕਹਿ ਕੇ ਮੁਖਾਤਬ ਕਰ ਲਾਂਗੇ ਹੁਣ ਇਸ ਤੋਂ ਵੀ ਉੱਤੇ ਤੁਸੀਂ ਚਾਹ ਰਹੇ ਹੋ ਕਿ ਬਈ ਅਸੀਂ ਮਿਰਜ਼ਾ ਸਾਹਿਬ ਕਹੀਏ ਤੇ ਤੁਸੀਂ ਸਾਹਮਣੇ ਉਹ ਬਹਿ ਕੇ ਦਰੂਦ ਔਰ ਸਲਾਮ ਪੜੋ ਤੇ ਆਪਣੀ ਬਰਾਡਾ ਤੇ ਜਦੋਂ ਮੁਸਲਮਾਨ ਇੱਕ ਦੂਸਰੇ ਨੂੰ ਮੁਖਾਤਬ ਨੇ ਤੇ ਸਿੱਧਾ ਵਾਹ ਚ ਜਿਹਨੇ ਬੁਲਾਇਆ ਉਹਦੀ ਤੇ ਫਲਾਣੀ ਢਿੰਗੜੀ ਦੇ ਛੱਡਣੀ ਅਸੀਂ ਭਾਈ ਅਸੀਂ ਤੇ ਤੁਸੀਂ ਆਪ ਦੱਸੋ ਨਈਮ ਸਾਹਿਬ ਹੈ ਕਿ 74 ਤੇ ਸਾਡੇ ਖਿਲਾਫ ਕਾਰਵਾਈ ਮੁਸਲਮਾਨਾਂ ਦੇ ਖਿਲਾਫ ਕਾਰਵਾਈ ਇਹ ਮਰਜ਼ਾਈਆਂ ਦੇ ਖਿਲਾਫ ਹੋਈ ਹੈ ਜਿਹੜੇ ਇਹਨੇ ਸਖਤ ਪਾਬੰਦੀ ਸਾਡੇ ਤੇ ਲਾਉਣ ਦੀ ਕੋਸ਼ਿਸ਼ ਹੋ ਰਹੀ ਹੈ ट्रुथ सीकर ਹੁਣ ਥੱਲੇ ਕਹਿ ਰਿਹਾ ਹੈ ਚਲੋ ਸਹੀ ਹੈ ਗੱਲ ਹੀ ਨਾ ਕਰ ਪਰਾਂ ਦਫਾ ਹੋ ਜਿਸ ਤਰ੍ਹਾਂ ਜ਼ਨਾਨੀਆਂ ਨਹੀਂ ਕਹਿੰਦੀਆਂ ਆਹੋ ਸਾਡੇ ਨਾਲ ਗੱਲ ਹੀ ਨਾ ਕਰੋ ਪਰਾਂ ਦਫਾ ਹੋ ਨਹੀਂ ਇੰਨੇ ਵਕਤ ਜ਼ਿਆਦਾ ਤਵੱਕੁਆਤ ਰੱਖ ਲਈਆਂ ਨੇ ਇਹਨਾਂ ਨੇ ਬਈ ਅਸੀਂ ਕਿਹੜਾ ਤੁਹਾਡੀ ਸਾਡੀ ਕਿਹੜਾ ਖੋਤੀ ਇਹਨਾਂ ਤੱਕ ਖੁੱਬੀ ਏ ਚੀਕਾਂ ਤੁਹਾਡੀਆਂ ਵੱਜਦੀਆਂ ਨੇ ਜਿਹੜੇ ਅਸੀਂ ਹਵਾਲਾ ਪੜਦੇ ਆ ਤੇ ਤੁਸੀਂ ਖੁਦ ਵਜ਼ਾਹਤਾਂ ਕਰਨੇ ਆ ਜਾਂਦੇ ਹੋ ਕਿ ਸਾਡੇ ਮਤਲਬ ਤੋਂ ਇਲਾਵਾ ਹੋਰ ਕੋਈ ਮਤਲਬ ਨਾ ਬਿਆਨ ਕਰ ਦਿਓ ਚੀਕਾਂ ਤੇ ਤੁਹਾਨੂੰ ਵੱਜਦੀਆਂ ਨੇ ਜੀ ਬਲਕਿ ਉਹ ਜਿਹੜੀ ਵੀਡੀਓ ਤੁਸੀਂ ਬਣਾਈ ਹੈ ਕਦੀ ਬਰਾੜ ਦੇ ਉੱਤੇ 2-4 ਦਫਾ ਚਲਾਇਆ ਕਰੋ ਲੋਕਾਂ ਨੂੰ ਪਤਾ ਜਿਹੜੇ ਤੁਹਾਡੀ ਬਰਾੜ ਜਾ ਕੇ ਵੀਡੀਓ ਦੇਖਣ ਨਈਮ ਸਾਹਿਬ ਇੱਥੇ ਸੀਰਤ ਅਲ ਮਹਿਦੀ ਦਾ ਹਵਾਲਾ ਪੜ ਰਹੇ ਆ ਕਿ ਤੁਸੀਂ ਲੋਕ ਸਾਰਾ ਦਿਨ ਸ਼ਿਰਕ ਦੀ ਕੀ ਕਹਿੰਦੇ ਕੁੱਤੀ ਨਵਾਉਂਦੇ ਹੋ ਤੇ ਤੁਹਾਡੇ ਤੇ ਆਪਣੇ ਮਿਰਜ਼ੇ ਕਾਦੀਆਨੀ ਦੇ ਜਿਹੜੇ ਸਾਬੀ ਨੇ ਉਹ ਮਰੇ ਤੇ ਥੱਲੋਂ ਬਰਫ਼ ਦਾ ਗੋਲਾ ਗੰਡਾ ਬਣਾ ਕੇ ਚੂਪਦੇ ਰਹੇ ਨੇ ਤੇ ਅਲੀਮ ਇਹ ਬਾਤ ਕਹਾਂ ਲਿਖੀ हुई है ਤੇ ਉਹ ਚੁੱਕ ਕੇ ਲੈ ਕੇ ਗਿਆ दूसरा तीसरा बंदा ਉੱਥੇ ਕਹਿ ਰਿਹਾ कि बात खराब करते हैं वैसे ही हुआ लेकिन ये नॉनसेंस की है साबी ने वो लानती हो एक मुंह तो ਉਹਨੂੰ ਸਾਬੀ ਕਹਿ ਰਹੇ ਹੋ ਔਰ ਸੀਰਤੁਲ ਮਹਿਦੀ ਤੋਂ ਗੱਲ ਯਾਦ ਆ ਗਈ ਯਾਰ ਜੀ ਆਮਰ ਭਾਈ ਸੀਰਤੁਲ ਮਹਿਦੀ ਚ ਲਿਖਿਆ ਹੈ ਕਿ ਮਿਰਜ਼ਾ ਕਦਿਆਨੀ ਜਨਾਜ਼ੇ ਪੜਾਣਾ ਹੈ ਤੇ ਬਾਕੀ ਜਮਾਤ ਕਦੇ ਨਹੀਂ ਕਰਾਈ ਹੋਇਆ ਇੰਜੇ ਕਿ ਜੁਮੇ ਦੇ ਦਿਹਾੜੇ ਜਨਾਜ਼ੇ ਗਾਇਬ ਹੋਣ ਲੱਗ ਪਏ ਮੈਂ ਨਹੀਂ ਸਮਝ ਆਈ ਜਨਾਜ਼ੇ ਕਿੰਜ ਗਾਇਬ ਹੋਣ ਲੱਗ ਪਏ ਜੁਮੇਲ ਦੇ ਮੈਂ ਤੁਹਾਨੂੰ ਹਵਾਲਾ ਭੇਜਦਾ ਜ਼ਰਾ ਜਨਾਜ਼ੇ ਗਾਇਬ ਹੋਣ ਲੱਗ ਪਏ ਉਹ ਵੀਡੀਓ ਲਾਓ ਜਿਹੜੀ ਤੁਸੀਂ ਇੰਨੀ ਮਿਹਨਤ ਕਰਕੇ ਤੁਸੀਂ ਗੱਲ ਜਾਰੀ ਰੱਖੋ ਅੱਜ ਵਾਲੀ ਤੇ ਮਿਹਨਤ ਕੀਤੀ ਕੋਈ ਨਹੀਂ ਉਹ ਤੇ 5 ਮਿੰਟ ਮੈਂ ਗਿਆ ਮੈਂ ਉਹਦੀ ਬਰਾੜ ਤੇ ਤਾਇਆ ਅਠਵਾਲ ਦੀ ਬਰਾੜ ਤੇ ਮੈਂ ਕਿਹਾ ਉਹ ਕਿੱਧਰ ਗਿਆ ਮੁਹੰਮਦ ਅਹਿਮਦ ਇਹ ਪਤਾ ਨਹੀਂ ਹੈ ਉੱਤਰ ਗਿਆ ਥੱਲੇ ਮੈਂ ਕਿਹਾ ਉਹਨੂੰ ਬੁਲਾ ਪਿਛਾ 1 ਮਿੰਟ ਇਹ ਕੀ ਕਰਨਾ ਮੈਂ ਕਿਹਾ ਉਹਨੇ ਬੇੜਾ ਗਰਕ ਕਰਤਾ ਤੁਹਾਡੇ ਸਾਹਬੀ ਦੀ ਉਹਨੇ ਮੰਜੀ ਠੋਕਦੀ ਤੁਹਾਨੂੰ ਪਤਾ ਹੀ ਨਹੀਂ ਲੱਗਾ ਇਹ ਕੀ ਆਖਿਆ ਤੇ ਮੈਂ ਕਿਹਾ ਵੀ ਤੁਸੀਂ ਮਤਲਬ ਭੰਗ ਪੀਤੀ ਤੁਸੀਂ ਉਹ ਪਿਆ ਕਹਿੰਦਾ ਨੌਨਸੈਂਸ ਗੱਲਾਂ ਕਰਦਾ ਰਿਹਾ ਤੇ ਬੇਵਕੂਫੀ ਹੈ ਉਹ ਮੈਂ ਉਹਨੂੰ ਕਹਿ ਕੇ खड़ी है ना दे वो सामने बैठ के कह रहे थे समझ नहीं आ रही गाल की हो रही है तो हमने तो भाई तहकीक के बाद मसीह मौत को माना है बंदा लाल है जुत्ती पंपी जेड़ी शहादत दे अंदर आए हैं 100 मार के एक गिने ਉਹ ਮੁਹੰਮਦ ਅਹਿਮਦ ਕਹਿੰਦਾ ਹੈ ਕਿ ਦੇਖੋ ਜੀ ਉਹ ਜਿੰਨੇ ਕੀਤੀ ਇਹ ਹਰਕਤ ਤੇ ਨੌਨਸੈਂਸ ਹੈ ਬੇਵਕੂਫੀ ਉਹਨੇ ਜਿਹੜੀ ਕੀਤੀ ਹੈ ਮੈਂ ਹੁੰਦਾ ਤੇ ਮੈਂ ਉਹਨੂੰ ਰੋਕਣਾ ਸੀ ਇਹ ਨਾ ਕਰ मेरे ਮੈਂ ਕਿਹਾ ਲੀਮ ਅਹਿਮਦ ਤੇ ਵੀਡੀਓ ਬਣਾਉਣਾ ਚਾਹੁੰਦਾ ਇਹਦੀ ਅਕੀਦਤ ਉੱਤੇ ਮੁਹੱਬਤ ਉੱਤੇ ਉਸਤਾਦ ਜੀ ਤੁਸੀਂ ਨਾ ਤਰਸਾਓ ਤੁਸੀਂ ਉਹ ਆਡੀਓ ਚਲਾਓ ਇੰਨੀ ਮਜ਼ੇਦਾਰ ਤੁਸੀਂ ਜਿਹੜੀ ਉਹ ਕੀਤੀ ਹੈ ਅੱਛਾ ਮੈਂ ਚਲਾ ਦੇਣਾ ਸੇਬ ਰਾਜਾ ਭਾਈ ਆਏ ਨੇ ਇਹਨਾਂ ਨੂੰ ਗੱਲ ਕਰ ਲੈ ਮੈਂ ਕੱਢ ਕੇ ਚਲਾਣਾ ਠੀਕ ਹੋ ਗਿਆ ਜੀ ਸ਼ੇਬ ਸਾਹਿਬ ਤੁਸੀਂ ਵੇਖ ਰਹੇ ਹੋ ਇਹਨਾਂ ਦੇ ਤਵੱਕਾਤ ਸਾਡੇ ਤੋਂ ਕਿੰਨੇ ਕੋ ਜ਼ਿਆਦਾ ਹੁੰਦੇ ਜਾ ਰਹੇ ਨੇ ਤੇ ਕਿਹੜੀ ਤਵੱਕਾਤ ਦੇ ਬਿਨਾਂ ਤੇ ਗੱਲ ਕਰਨਾ ਚਾਹੁੰਦੇ ਨੇ ਜਾ ਦੇਖ ਰਹੇ ਹਾਲਾਤ ਇਹਨਾਂ ਦੇ ਹਾਲਾਤ ਦਾ ਗੂੰ ਹੋਏ ਪਏ ਤੁਸੀਂ ਮਿਰਜ਼ੇ ਨੂੰ ਮਿਰਜ਼ਾ ਨਹੀਂ ਕਹਿਣਾ ਮੈਂ ਮਿਰਜ਼ਾ ਅਸੀਂ ਕਿਸੇ ਨੂੰ ਕਜ਼ਨ ਹੋ ਕੇ ਭਰਾ ਹੋ ਕੇ ਮੁਖਾਤਬ ਕਰਨਾ ਤੇ ਮਿਰਜ਼ਾ ਕਹਿ ਕੇ ਕਹਿਣਾ ਵੱਡਾ ਮਿਰਜ਼ਾ ਯਾਨੀ ਸਾਨੂੰ ਅਗਰ ਪਾਕਿਸਤਾਨ ਵਿੱਚ ਜਾਈਏ ਸਾਡਾ ਅਗਰ ਕੋਈ ਮੁਲਾਜ਼ਮੀਨ ਹੈ ਵੱਡੇ ਮਿਰਜ਼ਾ ਸਭ ਛੋਟੇ ਮਿਰਜ਼ਾ ਸਭ ਮੁਖਾਤਬ ਕਰਨੇ ਹੈ ਤੇ ਉਹ ਤੁਸੀਂ ਸਿਰਾ ਵਾਹਿਦ ਦੇ ਅੰਦਰ ਨਾ ਆਪਣੀ ਬਰਾੜ ਤੇ ਬੁਲਾਣਾ ਨਾ ਸਾਡੀ ਬਰਾੜ ਤੇ ਛੱਡ ਹੀ ਦਵੋ ਬਲਕਿ ਮੈਂ ਸੀਰਤ ਮਹਿਦੀ ਦੀ भारत लफ्ज ब लफ्ज पढ़ी याद है मिर्जा भी नहीं जे भी नहीं जीम चढ़ते पंजाब की बोली मिर्जा बीवी की गल बड़ी मनता है मैं क्या तुसी भी रन मरीद ही सारे
ਹੈ ਇੱਥੇ ਕਹਿ ਰਹੇ ਕਿ ਬਈ ਮੈਂ ਬੜੇ ਅੱਛੇ ਭਾਂਡੇ ਧੋਣੇ, ਤੇ ਮੈਂ ਤੁਹਾਡਾ ਤੇ ਜਿਹਨੂੰ ਕੀ ਕਹਿੰਦਾ ਹਮਾਮੇ ਦੀ ਮੰਨਿਆ ਉਹ ਵੀ ਜਿਹੜਾ ਜਨਾਨੀ ਦੇ ਥੱਲੇ ਲੱਗਿਆ ਤੇ ਮਰਜ਼ਾਈ ਅੱਗੋਂ ਗਾਲਾਂ ਦੇਣ ਲੱਗ ਪਏ ਨੇ। ਤੂੰ ਸੀਗਾ ਵਾਹੀ ਚ ਕਿਉਂ ਬੁਲਾਇਆ? ਮੈਂ ਕਿ ਮੇਰੇ ਦਵਾਲੇ ਹੋ ਰਹੇ ਹੋ, ਜਿਹਨੇ ਸੀਗਾ ਵਾਹੀ ਦੇ ਅੰਦਰ ਲਿਖਿਆ ਤੇ ਮਿਰਜ਼ਾ ਵੀ ਨਹੀਂ ਲਿਖਿਆ, ਮਿਰਜ਼ਾ ਲਿਖਿਆ, ਉਹ ਹਲੇ ਤੱਕ ਬਾਹਰ ਛਪ ਰਹੀ ਹੈ। ਉਹ ਕਹਿੰਦੇ ਨਾ ਅਸਲ ਦੇ ਵਿੱਚ, ਉਸ ਕਹਿੰਦੇ ਨਾ ਅਸਲ ਦੇ ਵਿੱਚ ਨਾ ਅਸੀਂ ਆਪਣੇ ਜਿਹੜੇ ਕੁੱਤੇ ਨੂੰ ਕੁੱਤਾ ਕਹਿ ਸਕਨੇ ਆ, ਤੁਸੀਂ ਨਹੀਂ ਸਾਡੇ ਕੁੱਤੇ ਨੂੰ ਕੁੱਤਾ ਕਹਿਣਾ, ਤੁਸੀਂ ਟੋਮੀ ਟੋਮੀ ਕਹੋ। जी सुनो वीडियो सुनना जरा, म्यूट करो वीडियो तो मैं सुनना। वो लफ्ज़ कितना नहीं समझ रहे साहब सीरतुल महदी का एक रेफरेंस लेके रिवायत कोई बता रहे ना, उसको लेके तो एमने को बड़ा तंग करने की वो जो काम है उनका जो वो कर रहे थे, और मैं दूसरों को भी देख रहा था वो झूठ बोल रहे जी जी कि वो सही कह रहे थे। वो सीरतुल महदी में से रिवायत लिखी हुई है। अब उस रिवायत के अंदर हो क्या रहा है कि हजूर का जब वसाल हुआ है, हजूर की वफात हुई है, तो उसका एक पस मंजर पूरा बड़ी लंबी डिटेल है ना, कि मुखालफिन आगे थे, वो तमाशा कर रहे थे, फिर पुलिस को बुलाया, पुलिस ने कंट्रोल किया, फिर कुछ लोगों की रहनुमाई में वो लाके गए, कुछ हिंदू बदतमीजी कर रहे थे, फिर जो अच्छे कोई हिंदू थे उन्होंने उनको रोका, कुछ एक ईसाई भी है उन्होंने भी जियारत की, सब ने इस डिले कुछ हुआ प्रॉब्लम्स की वजह से, मगर खैर खैरियत से ये सारा काम हो गया। वो लाश मुबारक की भी हरमती करना चाह रहे थे, ये मैं जुबानी बता रहा हूँ, मगर उसका फिर एक हिस्सा आता है, उस हिस्से में आता है कि हजूर के कोई साहबी, वो नाम भी लिखा हुआ है उस साहबी का ना, वो इतने जज्बाती हो गए कि वो जब पहुंचे तबूत के साथ लिपट गए, और तबूत के अंदर बर्फ लगी हुई थी, तो वो बर्फ ऑब्वियसली पिघलनी भी है और बॉडी को लग के पिघल रही है, तो वो ऐसे जज्बाती हुए, कैसा कोई सैड़ा साहबी सीगा, वो वाला पानी पीने लग गए। तो मैंने कहा यार ये कोई हरकतें अच्छी नहीं है, मतलब कि कोई पता नहीं कैसे जज्बात उनके हो रहे हैं, वहां पर किसी ने रोका भी होगा, मगर वो चीज किताब में नहीं आई। किताब में सिर्फ के साथ ही आ गया कि वो इस कदर मतलब दुख में थे कि वो हजूर दी लाश वाला पानी पी ला पाए। ठीक है, अभी मुझे लग रहा है नहीं सही है इस पे, ये बात तो मैंने तो कर ली। अलामा साहब आए, वो तुसी रोकिया नहीं उन्होंने, वो तुस तुहाडे साहबी नूं इंज कर गया। अब जो दूसरे छोटे छोटे पीर फोत होते हैं, उनके साथ क्या चीजें होती हैं वो हमें नहीं पता, हम भी उसी सोसाइटी में नहीं है, हर चीज हमारे सामने थी जी। सिंपल है ना, जो भी करता होगा स्टुपिडिटी करेगा, कोई अकल का काम थोड़ी कर रहे हो। वो सीधे तबू पर हर नवी कभी कह देने हैं ਤੇ ਸਾਡੇ ਹਲ ਤੇ नहीं कोई आने की जरूरत हैगी, ਅਸੀਂ आपे देख लांगे। बाती हो गए, बहुत ज्यादा उनके दिल में दुख हुआ, तो उस दुख के अंदर वो क्या करने लगे कि जो तबूत से पानी पिघल रहा था ना हजूर की बॉडी को जो लग के आ रहा था, जो लाश को लग के मुबारक को लग के आ रहा था, उसने वो पीना शुरू कर दिया। और मैंने ये कहा कि ये नॉनसेंस हरकत है, ऐसे कौन करता है कि मैयतों के ऊपर से पानी उतरा वो पीने लग जाए ना, जज्बा ऐसे कौन से जज्बात हैं। तो और किताबों के अंदर सिर्फ ये लिखा आ गया, और मैं कह रहा हूँ मेरा एक उसने जाना, कई लोगों ने उनको रोका भी होगा, मगर वो किताबों में बात नहीं आई। मतलब मैं अगर मेरे जैसा कोई बंदा होता, मैं एज फेलो होता, तो मैं रोक देता भाई ये केड़ी हरकत है, भाई ये कौन सी हरकत तुम कर रहे हो, ये तो अच्छी बात नहीं है। तो इस पे आके वो तमाशा क्रिएट ਟੁੱਟ ਸਿਕਰ ਹੈ ਇਹਦੇ ਚ ਕਿ ਉਹ ਕਹਿ ਰਿਹਾ ਕਿ ਨੌਨਸੈਂਸ ਔਰ ਬੇਵਕੂਫੀ ਵਾਲੀ ਹਰਕਤ ਹੈ, ਤੇ ਅਗਰ ਮੈਂ ਉੱਥੇ ਹੁੰਦਾ ਤੇ ਮੈਂ ਉਹਨੂੰ ਰੋਕ ਦਿੰਦਾ। ਤੇ ਟੁੱਟ ਸਿਕਰ ਸਵਾਲ ਹੈ ਵੇ, ਇੱਕ ਸੈਕਿੰਡ, ਟੁੱਟ ਸਿਕਰ ਸਵਾਲ ਹੈ ਵੇ ਕਿ ਤੂੰ ਵੀ ਇਹਨੂੰ ਨੌਨਸੈਂਸ ਹਰਕਤ ਸਮਝਣਾ ਹੈ? ਇਹ ਮੈਂ ਉਹਦਾ ਸਕੈਨ ਲਾਣਾ, ਮੈਂ ਇੱਥੇ ਲਾਣ ਲੱਗਾ, ਇੱਕ ਸੈਕਿੰਡ ਹੋਲਡ ਰੱਖ। ਨੌਨਸੈਂਸ ਨਾਲ ਸਟੂਪਿਡਿਟੀ ਵੀ ਕਹੀ ਉਹਨੇ, ਬੜੀ ਸਟੂਪਿਡ, ਹਾਂ ਸਟੂਪਿਡ ਔਰ ਨੌਨਸੈਂਸ ਹੀ ਤੁਹਾਡੇ ਮਿਰਜ਼ਾ ਕਾਦੀਆਨੀ ਦਾ ਉਹ ਕਹਿ ਸਕਦਾ ਹੈ ਸਟੂਪਿਡਿਟੀ, ਉਹਨੇ ਆਪ ਪੀ ਲੈਣਾ ਸੀ ਜੋ ਆਪ ਹੁੰਦਾ। ਟੁੱਟ ਸਿਕਰ ਨੇ ਕਸਮ ਇਹਨੇ ਵੀ ਪੀ ਲੈਣਾ ਸੀ। ਨਹੀਂ ਉਸਤਾਦ ਸਾਡੇ ਨੇ ਹਰਕਤ, ਤੁਸੀਂ ਅਮਰ ਭਾਈ ਸ਼ਰਤ ਲਾ ਲਓ। ਸੁਣੋ ਤੂੰ ਸੁਣੋ ਤੂੰ इस बंदे दा मुनाफिक बंदा तो ज्यादा नहीं है, तू तेरे तो फिर भी तू ਉਹ ਫਿੱਟ ਆਉਂਦੀ ਹੈ, ਤੂੰ ਤੇਰੇ ਤੇ ਕੀ ਪੀਣ ਲੱਗਾ। ਬਲਕਿ ਅਲੀਮ ਮੁੱਕੇ ਆਇਆ, ਉਹਨੇ ਕਿਹਾ ਯਾਰ ਵੀਡੀਓ ਬਣਾਉਣ ਚ ਸਾਨੂੰ ਮਦਦ ਹੋ ਜਾਏਗੀ, ਹਵਾਲਾ ਤੇ ਦਵੋ ਸਾਨੂੰ। ਫਿਰ ਉਸਤਾਦ ਨੇ ਕਿਹਾ ਬੜਾ ਲੰਬਾ ਹਵਾਲਾ, ਖਲੋ ਜੋ ਪੜ੍ਹ ਕੇ ਦੇਣੇ ਤੁਹਾਨੂੰ। ਤੇ ਪਿਆਰੇ ਜ਼ੂਰ ਦਾ ਥੋਕਾ ਸ਼ਾਇਦ ਨਹੀਂ ਛੱਡਦੇ, ਮੈਂ ਦੀ ਆਖਰੀ ਸਫਾਤ ਦੀ ਗੱਲ ਹੈ ਤੇ ਪਿਆਰੇ ਜ਼ੂਰ ਦਾ ਥੋਕਾ ਵਾਲਾ ਸ਼ਾਇਦ ਨਹੀਂ ਛੱਡਦੇ। ਸੀਰਤ ਉਲ ਮਹਿਦੀ ਦੀ ਆਖਰੀ ਸਫਾਤ ਦੀ ਗੱਲ ਹੈ। ਹਾਂਜੀ ਮੈਂ ਲੈ ਕੇ ਰੱਖਿਆ ਸਕਰੀਨ। ਅੱਛਾ ਤੱਕੋ ਕਿ ਮਰਨੇ ਦਾ ਜ਼ਿਕਰ ਜਿਹੜਾ ਨਾ, ਮਰਨੇ ਦਾ ਜ਼ਿਕਰ ਜਿਹੜਾ ਨਾ ਉਹ ਪਹਿਲੇ 10 ਸਫਾਤ ਚ ਵਿੱਚ ਰਵਾਇਤਾਂ ਨੇ ਤੇ ਆਖਰ ਜਿਵੇਂ ਕਿ ਦਫਨਾਣੇ ਦੇ ਜ਼ਿਕਰ ਚ ਗੱਲ ਕੀਤੀ। ਫਿਰ
ਨਹੀਂ ਤਾਂ ਉਹੀ ਕਹਿ ਰਹੇ ਨਾ ਸਾਰਾ ਦਿਨ ਆਖਰੀ ਸਫੇ ਚ ਮਾਰ ਅਮਰ ਭਾਈ ਅਮਰ ਭਾਈ ਮੇਰਾ ਖਿਆਲ ਹੈ ਹਿੱਸਾ ਅਵਲ ਦੇ ਕੋਈ ਸਫਾ 85 ਦੇ ਉੱਤੇ ਹੈ। नहीं हिस्सा दोम दी ना आखिरी ਨਹੀਂ ਆਖਰੀ ਸਫਾਤ ਚ ਯਾਰ 471 है या 431 करके रखे यार स्क्रीनशॉट में लेके रखे है तो अगे जिन दो में उत्तर थले कर ਦਿੱਤੇ ਨਾ ਇਹਨੇ स्क्रीनशॉट ਇਹਨੇ पेज ਹੁੰਦੇ ਨੇ ਪਤਾ ਨਹੀਂ ਹਰ ਕਿੱਥੋਂ ਲਈ ਕਿੱਧਰ ਕੀਤੀ ਮੈਂ आप हाईलाइट करके लाइए ਇਹਨਾਂ ਤੇ ਮੁਸ਼ਕਿਲ ਨਹੀਂ ਹੈ ਮੈਨੂੰ ਜਿੱਥੇ ਤੱਕ ਯਾਦ ਹੈ ਦੂਸਰੀ ਜਿਲਦ ਹੈ ਸਫਾ 431 अच्छा मैं कर देना तो फिर डायरेक्ट नवी ले लेना वो स्क्रीनशॉट मैं डिलीट करता मैं अगे डाटा इन्ना दिहाड़ी दा आंदा माशाल्लाह फिर नालों नाल डिलीट भी करना पैंदा है। इमरान भाई करो गल। वालेकुम अस्सलाम रहमतुल्लाह। अच्छा मेरा एक सवाल है नहीं भाई मिर्जा साहब ਦੀ ਮਈਤ ਨੂੰ ਗੁਸਲ ਦਵਾ ਲਿਆ ਗਿਆ ਸੀ ਲਾਹੌਰੋਂ ਜਾਂ ਫਿਰ ਉੱਥੇ ਕਾਦੀਆਨ ਜਾ ਕੇ ਦਵਾਇਆ ਗਿਆ ਸੀ? ਇਹ ਚੈੱਕ ਕਰਨਾ ਚਾਹੁੰਦੇ ਨੇ ਬਰਫ਼ ਜਿਹਨੂੰ ਲੱਗ ਕੇ ਆ ਰਹੀ ਕੀ ਸੀ ਹਾਲਤ ਦਗਰਗੂ ਸੀ। ਇਹ ਚੈੱਕ ਕਰਨਾ ਚਾਹੁੰਦੇ ਨੇ ਕਿ ਇਹ ਫਿਰ ਨਵੇਂ ਸੇ ਤੂੰ ਸੀਰਤ ਦੀਆਂ ਕਿਤਾਬਾਂ ਮੇਰੇ ਕੋਲ ਖੁਲਵਾਏਗਾ ਸਾਰੀਆਂ वही ना आप वो बात क्यों पूछते हैं जो बताने के काबिल नहीं है? नहीं तो जस्सस है कि गुसल लाहौर गुसल शरीफ लाहौर ਚ ਹੋ ਗਿਆ ਸੀ ਜਾਂ ਕਾਦੀਆਨ ਜਾ ਕੇ ਹੋਇਆ ਸੀ? ਤੁਸੀਂ ਗੱਲ ਸਿੱਧੀ ਕਰੋ ਤੁਸੀਂ ਜਦੋਂ ਸਿੱਧੀ ਗੱਲ ਕਰੋ ਬਈ ਉਹ ਜਿਹੜਾ ਪਾਣੀ ਸੀ ਉਹ ਕਿੱਥੋਂ ਟੱਚ ਹੋ ਕੇ ਆ ਰਿਹਾ ਸੀ ਸਿੱਧੀ ਗੱਲ ਕਰੋ। मैं दुबर च भी हो क्या रे पूरे जिस्म दे से चारे लेकिन की इंसाना की हरकत है ਇੱਥੇ ਇਹਨਾਂ ਦਾ ਮੂੰਹ ਬੰਦ ਹੈ ਕਿ ਬਈ ਸ਼ਿਰਕ ਕਰਤੇ हैं बरेलवी शिरक ऐसे तो ਵੱਡਾ ਮਹੀਨ ਭਾਈ ਮੇਰਾ ਇਹ ਇਸ਼ਾਰਾ ਗੱਲ ਦਾ ਹਵਾਲਾ ਮੋੜੋਗੇ ਜਾਂ ਮੈਂ ਟੋਰ ਜਾਂ ਬਰੋਡ ਤੋਂ ਮੈਂ ਰੋਟੀ ਖਾਣ ਲੱਗਾ ਸੀ। ਹਵਾਲਾ ਪੜਦੇ ਆ ਬਰੀ ਨੇ ਤਾਂ ਗੱਲ ਹੀ ਕੋਈ ਨਹੀਂ ਹੋਈ ਤੈਨੂੰ ਅਗਲੀ ਗੱਲ ਨਹੀਂ ਭਾਈ ਆਖਰੀ ਲਮਹਾਤ ਪੜ੍ਹ ਕੇ ਸੁਣਾ ਦਿਓ ਬਾਕੀ ਹੈ। एक सेकंड ठहर एक सेकंड ठहर मैं यकीन ही नहीं आया जो तू पढ़े रहा सवेरे वाली मैं ये कहाँ लिखा हुआ है ਲੈ ਵੀ ਟੁੱਟ ਸਿਕਰ ਐ ਸੀਰਤੁਲ ਮਹਿਦੀ ਆ 423 ਸਫਾਈ ਪੜ੍ਹਾਂ ਕੀ ਲਿਖਿਆ ਹੈ ਇਹ ਤੂੰ ਵੀ ਇਹਨੂੰ ਨੌਨਸੈਂਸ ਤੇ ਸਟੂਪਿਡਿਟੀ ਸਮਝਣਾ ਹੈ ਬੇਵਕੂਫੀ ਸਮਝਣਾ ਹੈ ਜਾਂ ਤੂੰ ਇਹਨੂੰ ਮੁਹੱਬਤ ਔਰ ਅਕੀਦਤ ਦਾ ਇਜ਼ਹਾਰ ਸਮਝਣਾ ਕਿੱਧਰ ਗਿਆ ਟੁੱਟ ਸਿਕਰ ਹੁਣ ਆ ਗੱਲ ਕਰ नबूवत का दावे से पहले एक ही कहने लग गया टुट सिकर ही वो गल जी कहना पाया कि इसमें क्या है इसमें है जो कुछ है वो कहता है कि मिर्ज़ा कादियानी के जिस्म को एक लकड़ी के ताबूत में रखा गया था जिसके अंदर काफ़ी तादाद बर्फ़ की भरी थी और वो पिघल कर पानी के कतरों की शक्ल में ताबूत में से गिरती थी। सैयद अहमद नूर साहब काबली जो कादियान से बटाले पहुंचे थे वफूर मोहब्बत में बेताब गाड़ी के अंदर ही ताबूत से जा लिपटे और यहाँ तक बढ़े कि ताबूत से गिरने वाले कतरात हाथ में ले लेकर पीते रहे। ओए होए 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 साकी गरा ला रोटी दा साकी रोटी दा गरा ला ਤੁਸੀਂ ਲਾਣ ਜੋਗਾ ਛੱਡਿਆ ਉਹਨੂੰ कहना रोटी खानी है। टोनी साहब आए ने टोनी साहब दूसरे आदमी ने ਅੱਲਾ ਦੀ ਕਸਮ ਮੈਂ ਝੂਠ ਨਹੀਂ ਸੀ ਬੋਲਿਆ ਵੇਖ ਲਓ ਭਾਵੇਂ सुनो सुनो थू सुनो ਗੱਲ ਤੇ ਆਕੜੇ ਤੂੰ ਤੇਰੇ ਤੇ ਫੇਰ ਵੀ ਇਹ ਟੋਨੀ ਸਾਹਿਬ ਨੇ ਵੀ ਇੱਕ ਦਿਨ ਇਹ ਮੈਂ ਰਵਾਇਤ ਪੇਸ਼ ਕੀਤੀ ਸੀ ਤੇ ਟੋਨੀ ਸਾਹਿਬ ਨੇ ਵੀ ਕਿਹਾ ਸੀ ਕਿ ਇਹ ਜਿਹੜੀ ਹਰਕਤ ਕੀਤੀ ਗਈ ਹੈ ਇਹ ਅੱਛੀ ਨਹੀਂ ਹੈ। ਇਹ ਟੋਨੀ ਸਾਹਿਬ ਨੇ ਵੀ ਇਹਦੀ ਮਜ਼ਮਤ ਕੀਤੀ ਸੀ ਤੇ ਹੁਣ ਟੋਨੀ ਸਾਹਿਬ करने की अच्छी नहीं है ਹੁਣ ਤੇ ਬਈ ਆਗੇ ਨੇ ਦੋ ਅਲਫਾਜ਼ ਆਗੇ ਨੇ ਬਈ ਇਹ ਨੌਨਸੈਂਸ ਹੈ ਤੇ ਸਟੂਪਿਡਿਟੀ ਹੈ ਇਹ ਹੁਣ ਇਸ ਤੋਂ ਜ਼ਿਆਦਾ ਵਜ਼ਨੀ ਅਲਫਾਜ਼ ਆਣਗੇ ਟੋਨੀ ਸਾਹਿਬ ਦੇ ਤੇ ਫਿਰ ਉਹ ਕਾਬਲੇ ਕਬੂਲ ਨੇ ਨਹੀਂ ਤੇ ਸਟੂਪਿਡਿਟੀ ਤੇ ਨਾਲ ਕੀ ਕਹਿੰਦਾ ਤੋਬਾ ਨਾਉਜ਼ ਬਿੱਲਾ ਜਿਹੜਾ ਇਹਨਾਂ ਨੇ ਉਹ ਮਰਜ਼ਈਓ ਦਾ ਖਰਾਜ ਕਰਾਓ ਤੁਹਾਡੇ ਸਾਹਬੀਆਂ ਕੀ ਕਹਿ ਗਿਆ ਸਟੂਪਿਡਿਟੀ ਕਹਿ ਗਿਆ ਤੇ ਉਹ ਕਹਿ ਰਹੇ ਬਈ ਨੌਨਸੈਂਸ ਕੀਤੀ ਹੈ ਤੇ ਸਾਹਬੀਆਂ ਦਾ ਮਿਆਰ ਹੈ ਬਣਾਇਆ ਜੇ ਲਾਂਤੀ ਹੋ मैं कहना नबी ते साबी दी जूती दे बराबर भी है ने बशमूल दज्जाल ते कज़ाब। ਅੱਛਾ ਬੈਨ ਭਾਈ ਤੁਹਾਡੀ ਖਾਲਿਦ ਨਾਲ ਕੀ ਗੱਲ ਹੋਈ ਸੀ ਅੱਜ ਮੈਂ ਉੱਥੇ ਜਦੋਂ ਪਹੁੰਚਿਆ ਤੁਹਾਡੇ ਪਿੱਛੇ ਨਾ ਤੇ ਤੁਸੀਂ ਬਸ ਉਹ ਸਮਝ ਲਓ ਐਂਡ ਤੇ 5-10 ਸੈਕਿੰਡ ਸਨ ਉਦੋਂ ਬਾਅਦ ਮੇਰੀ ਥੋੜੀ ਜਿਹੀ ਗੱਲ ਹੋਈ ਉਹਦੇ ਨਾਲ ਉਹ ਮੈਨੂੰ ਕਹਿ ਰਹੇ ਸੀ ਤੁਸੀਂ ਮਜ਼ੰਮਤ ਕਰੋ ਜੀ ਉਹ ਜਿਹੜੇ ਤੁਹਾਡੇ ਭਾਈ ਕੇ ਕੇ ਗਏ ਨੇ ਮੈਂ ਕਿਹਾ ਯਾਰ ਮੇਰੇ ਕੋਈ ਗੱਲ ਸੁਣੀ ਨਹੀਂ ਤੇ ਮੈਂ ਕਿਸੇ ਉਹਨਾਂ ਦੀ ਗੱਲ ਮਜ਼ੰਮਤ ਕਰਾਂ ਮੈਨੂੰ ਦੱਸ। ਉਹ ਕਹਿੰਦੇ ਨੇ
ਉਹਦੇ ਨਾਲ ਤੇ ਹਮੇਸ਼ਾ ਆਰਾਮ ਸਕੂਨ ਨਾਲ ਗੁਫ਼ਤਗੂ ਹੋਈ ਹੈ। ਬਾਕੀ ਜਿਹੜੇ ਸ਼ਾਹ ਤੂੰ ਬਹੁਤੇ ਸ਼ਾਹ ਦੇ ਵਫਾਦਾਰ ਨੇ ਨਾ, ਇਹ ਕਹਿ ਰਹੇ ਨੇ ਬਈ ਇਹ ਬਰਾੜ ਲਾਉਂਦੇ ਨੇ ਤੇ ਮਿਰਜ਼ੇ ਨੂੰ ਮਿਰਜ਼ਾ ਕਹਿ ਕੇ ਬੁਲਾਉਂਦੇ ਨੇ, ਸੀਵਾ ਵਾਹਿਦ ਅੱਲਾ ਕਹਿ ਕੇ ਬੁਲਾਉਂਦੇ ਨੇ, ਬਲਕਿ ਇਸ ਤੋਂ ਵੱਧ ਕੇ ਤੋਹੀਨ ਕਰਦੇ ਨੇ ਸਾਡੇ ਅਕਾਬਰੀਨ ਦੀ। ਮਸਰੂਰੇ ਨੂੰ ਮਸਰੂਰਾ ਕਹਿ ਕੇ ਬੁਲਾਉਂਦੇ ਆ ਅਸੀਂ, ਖਲੀਫਾ ਯਦ ਅੱਲਾਹ ਖਲੀਫਤੁਲ ਖਾਮਸ ਨਹੀਂ ਕਹਿੰਦੇ। ਉਹ ਇੱਕ ਮਿਆਰ ਸੈੱਟ ਕਰਨਾ ਚਾਹ ਰਿਹਾ ਹੈ ਜਿਹੜਾ ਉਹਦੇ ਹੱਕ ਦੇ ਅੰਦਰ ਹੈ ਤੇ ਸਾਡੇ ਮੁਖਾਲਿਫ। ਕਹਿੰਦਾ ਤੁਸੀਂ ਆਪਣੇ ਬਰਾੜ ਤੇ ਬੈਠੋਗੇ ਤੇ ਤੁਹਾਨੂੰ ਇਜਾਜ਼ਤ ਨਹੀਂ ਹੈ ਕਿ ਤੁਸੀਂ ਦਜਾਲ ਤੇ ਕਜ਼ਾਬ ਤੇ ਆਪਣੇ ਅਕੀਦਤ ਦਾ ਇਜ਼ਹਾਰ ਕਰੋ ਜਾਂ ਸ਼ਰੀਅਤ ਦਾ ਇਜ਼ਹਾਰ ਕਰੋ। ਤੁਸੀਂ ਪਾਬੰਦ ਹੋ ਕਿ ਆਪਣੀ ਬਰਾੜ ਤੇ ਵੀ ਮਿਰਜ਼ਾ ਸਾਹਿਬ ਕਹਿਣਾ। ਤੁਸੀਂ ਪਾਬੰਦ ਹੋ ਕਿ ਅਗਰ ਕੋਈ ਬੰਦਾ ਇੱਥੇ ਮਿਰਜ਼ੇ ਨੂੰ ਮਿਰਜ਼ਾ ਕਵੇ ਤੇ ਉਹਨੂੰ ਜਿਹੜਾ ਤੁਸੀਂ ਰੋਕਣਾ ਹੈ। ਮਫਹੂਮ ਮੈਂ ਬਿਆਨ ਕਰ ਰਿਹਾ, ਠੀਕ ਹੈ। ਔਰ ਤੁਸੀਂ ਜਿਹੜਾ ਹੈ ਅਗਰ ਤੁਸੀਂ 30 ਦਜਾਲਾ ਤੇ ਕਜ਼ਾਬਾ ਦੇ ਅੰਦਰ ਸ਼ਾਮਿਲ ਵੀ ਕਰਦੇ ਹੋ, ਨਾ ਤੁਹਾਨੂੰ ਆਪਣੀ ਬਰਾੜ ਤੇ ਸ਼ਰੀਅਤ ਬਿਆਨ ਕਰਨ ਦਾ ਹੱਕ ਹੈ, ਨਾ ਸਾਡੀ ਬਰਾੜ ਤੇ ਤੁਹਾਨੂੰ ਹੱਕ। ਤੇ ਤੁਸੀਂ ਜਿਹੜਾ ਸ਼ੈਤਾਨੀ ਖਜ਼ਾਨ ਕਹਿੰਦੇ ਹੋ, ਇਹ ਬੜੇ ਅਹਿਮਦੀਆ ਦੇ ਜਿਹੜੇ ਦਿਲ ਮਜਰੂ ਹੋ ਰਹੇ ਨੇ ਕਿ ਸ਼ੈਤਾਨੀ ਖਜ਼ਾਨ ਕਹਿ ਰਹੇ ਹੋ। ਮੈਂ ਕਿਹਾ ਦੋ ਹੀ ਕੰਮ ਹੋ ਸਕਦੇ ਨੇ, ਜਾਂ ਤਾਂ ਅਸੀਂ ਉਹਨੂੰ ਰਹਿਮਾਨ ਦਾ ਕਲਾਮ ਮੰਨ ਲਈਏ ਔਰ ਮਸਰੂਰ ਦੇ ਹੱਥ ਬੈਠ ਕਰੀਏ ਕਿ ਜਨਾਬ ਅਸੀਂ ਮੰਨ ਲਿਆ ਮਿਰਜ਼ਾ ਸਾਹਿਬ ਨੂੰ ਕਿ ਬਈ ਇਹ ਰੂਹਾਨੀ ਖਜ਼ਾਨੇ ਤੇ ਬੜਾ ਰੂਹਾਨੀਅਤ ਦਾ ਮਹਮੂਲ ਹੈ ਮੁੰਬਾ, ਜਿਹੜਾ ਉਹ 85 ਕਿਤਾਬਾਂ ਦਾ ਸਾਨੂੰ ਢੇਰੀ ਦੇ ਕੇ ਗਿਆ, ਜਾਂ ਤੇ ਫਿਰ ਇਹ ਮੰਨੀਏ ਕਿ ਬਈ ਇਹ ਸ਼ੈਤਾਨੀ ਖਜ਼ਾਨੇ ਜਿਹੜਾ ਅਸੀਂ ਮੰਨਦੇ, ਸਾਰੇ ਮੁਸਲਮਾਨ ਮੰਨਦੇ ਨੇ। ਉਹ ਕਹਿੰਦੇ ਨਹੀਂ, ਨਾ ਤੂੰ ਇੱਥੇ ਬਿਆਨ ਕਰਨੀ ਸ਼ਰੀਅਤ ਆਪਣੀ, ਅਸੀਂ ਬਿਆਨ ਕਰ ਸਕਨੇ ਆ, ਨਾ ਤੂੰ ਆਪਣੀ ਬਰਾੜ ਤੇ ਕਰਨੀ। ਮੈਂ ਕਿਹਾ ਯਾਰ ਇਹ ਨਾ ਆਪਣੀ ਬਰਾੜ ਤੇ, ਮੈਂ ਕਿਹਾ ਜਦੋਂ ਤੂੰ ਮੇਰੇ ਨਾਲ ਮੁਖਾਤਬ ਹੈ, ਤੂੰ ਮੈਨੂੰ ਇਹਤਰਾਮ ਦਿੱਤਾ, ਮੈਂ ਡਬਲ ਤੈਨੂੰ ਇਹਤਰਾਮ ਦੇਣ ਦਾ ਕਾਇਲ ਨਾ ਦਿੱਤਾ ਹੋਏ ਤੇ ਫਿਰ ਵੀ ਗੱਲ ਕਰ। ਲੇਕਿਨ ਅਗਰ ਮੈਨੂੰ ਸ਼ਰੀਅਤ ਮੁਹੰਮਦੀ ਨਾ ਆਪਣੀ ਬਰਾੜ ਤੇ ਬਿਆਨ ਕਰਨ ਦੀ ਇਜਾਜ਼ਤ ਹੈ, ਨਾ ਤੇਰੀ ਬਰਾੜ ਤੇ ਬਿਆਨ ਕਰਨ ਦੀ ਇਜਾਜ਼ਤ ਹੈ, ਮੈਨੂੰ ਕਿਹੜਾ ਡਮੂ ਵੱਡੇ ਤੇਰੇ ਨਾਲ ਗੱਲ ਕਰਨ ਅਸੀਂ। ਅੱਛਾ, ਕੋਈ ਦਕੀਕ ਨੁਕਤਾ ਨਾ ਸੁਹੇਬ ਰਾਜਾ ਭਾਈ ਬਿਆਨ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਦਿਆ ਜੇ ਮੌਕਾ। ਵੈਸੇ ਤਾਂ ਤੁਸੀਂ ਕੋਈ ਵੀ ਅਮਰ ਭਾਈ ਇਹਨਾਂ ਦੀ ਨਾ ਕਿਤਾਬ ਖੋਲੋ ਨਾ ਤੇ ਉਹਦਾ ਇੱਕ ਸਫਾ ਤੁਸੀਂ ਪੜ੍ਹਨਾ ਸ਼ੁਰੂ ਕਰੋ ਤੇ ਤੁਹਾਨੂੰ ਇੰਨੇ ਦਕੀਕ ਨੁਕਤੇ ਮਿਲਦੇ ਨੇ ਕਿ ਬੰਦਾ ਹੈਰਾਨ ਹੋ ਜਾਂਦਾ। ਅੱਛਾ, ਇਸ ਤੋਂ ਉੱਪਰ ਵਾਲੀ ਇਬਾਰਤ ਜਿਹੜੀ ਇਸ ਤੋਂ ਉੱਪਰ ਜਿਹੜਾ ਪੈਰਾਗ੍ਰਾਫ ਉਹਦੇ ਚ ਲਿਖਿਆ ਹੈ कि दोस्तों ने जमात के मुस्तकबिल के मुतल्लिक जिक्र ज़िकार जारी रखे थे, हत्ता के खिलाफत के इंतखाब का मामला भी एक तरह से गाड़ी में हल हो गया था। हेलो ਉਹ ਲਾਸ਼ ਲੈ ਕੇ ਵਜਾਉਂਦੇ ਨੇ ਤੇ ਰਾਹ ਚ ਖਿਲਾਫਤ ਦੇ ਮੁੱਦੇ ਗੱਲਾਂ ਕਰਦੇ ਨੇ, ਇਹਨੂੰ ਦੱਬ ਕੇ ਤੇ ਖਲੀਫਾ ਕਿਹਨੂੰ ਬਣਾਣਾ ਹੈ। तो कहते ने खिलाफत के इंतखाब का मामला भी एक तरह से गाड़ी में हल हो गया था। अमर भाई खोला हुआ है लगे हाथ, तो इसकी रिवायत नंबर 826 खोल ले जरा, 746 सफा है। इन्हां नूं टोपी कराई गई है भी खलीफा दोम की होगा। ओ यार ऐसा दोम ने ਇੱਕ ਮਿੰਟ ਨਈਮ ਭਾਈ ਉਹਨਾਂ ਨੂੰ ਗੱਲ ਪੂਰੀ ਕਰ ਲੈਂਦੇ ਹੋ ਤੇ ਸਫਾ ਗਲਤ ਪੇ ਦੱਸ ਦਿਓ, ਸਫਾ ਦੁਬਾਰਾ ਦੇਖ ਕੇ ਦੱਸਣਾ, ਮੈਂ ਰਵਾਇਤ ਨੰਬਰ ਦੱਸ ਦਿਓ। ਰਾਜਾ ਜੀ ਗੱਲ ਮੁਕੰਮਲ ਬਹੁਤ ਫਿਰ ਕਰਾਂ। ਇਹ ਗੱਲ ਕਰ ਰਿਹਾ ਸੀ ਕਿ ਮਰਜ਼ੀਆਂ ਨੂੰ ਇਹ ਕਹਾਣੀ ਕਰਾਈ ਗਈ ਹੈ ਕਿ ਖਲੀਫਾ ਜਿਹੜਾ ਹੈ ਉਹ ਖੁਦਾ ਚੁੰਦਾ ਹੈ ਤੇ ਇਸ ਤੋਂ ਉੱਪਰ ਹੀ 3 ਲਾਣਾ ਪੜ੍ਹ ਲਓ। ਤੇ ਮੈਂ ਪੜ੍ਹਨਾ ਪਿਆ ਤੇ ਲਿਖਿਆ ਦੋਸਤੋं ने जमात के मुस्तकबिल। ਮੇਰੇ ਦਿਲ ਦੇ ਨਾਲ ਇਹ ਖਿਆਲ ਆਇਆ ਸੀ ਕਿ ਇਹ ਮੁਮਕਿਨ ਨਹੀਂ ਕਿ ਮਿਰਜ਼ੇ ਦੀ ਅਸੀਂ ਇਹ ਇਬਾਰਤ ਪੜ੍ਹੀਏ ਤੇ ਥੱਲੋਂ ਰਾਮਜ਼ਦਗੀ ਮਿਰਜ਼ਾਈ ਨਾ ਕਰਾਂ, ਠੀਕ ਹੈ ਨਾ। ਉਹ ਮੁਮਕਿਨ ਹੀ ਨਹੀਂ ਕਿ ਅੱਲਾਹ ਤਾਲਾ ਨੇ ਅੱਖੋਂ ਮੌਤ ਤੋਂ ਪਹਿਲੇ ਵਿਖਾ ਛੜਿਆ, ਉਹਨੇ ਥੱਲੇ ਬਗਾਤੀ ਸ਼ੁਰੂ ਕਰ ਛੜੀ ਕਿ ਜਦ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਬਹੁਤ ਹੋਏ ਸਨ ਤੇ ਉਹਨੇ ਦੀ ਤਦਫੀਨ ਦਾ ਵੀ। ਓਏ ਮੁਸਲਮਾਂ ਦਾ ਕਿਉਂ ਨਾ ਸੁਣਾਈਏ? ਐਚਐਸ ਜ਼ਿਆਦੇ ਹੋ ਜਿਹਦੀ ਹੱਦ ਕੋਈ ਨਹੀਂ। ਮੁਸਲਮਾਂ ਕਜ਼ਾਬ ਦਾ ਵਾਕਿਆ ਕਿਉਂ ਨਾ ਸੁਣਾਈਏ? ਜਦੋਂ ਮੁਸਲਮਾਂ ਮਰਿਆ ਸੀ ਤੇ ਕੀ ਹੋਇਆ ਸੀ? ਸੁਣਾਓ ਮੈਂ ਵਾਕਿਆ। ਬਦਬਖਤ ਹਾਂ, ਕਜ਼ਾਬ ਦਾ ਜਾਂ ਮੁਸਲਮਾਂ ਪੰਜਾਬ ਦਾ? ਮੁਸਲਮਾਂ ਕਜ਼ਾਬ ਇਹਦੀ ਬੜੀ ਮੁਸ਼ਾਬਤ ਹੈ ਅਮਰ ਭਾਈ, ਦੋਵੇਂ ਤਮਸੀਲ ਇਹਦੀ ਮੁਸਲਮਾਨ ਬੜੀ ਮੁਸ਼ਾਬਤ। ਇੱਕ ਮਿੰਟ ਗੱਲ ਆ ਗਈ ਮੂੰਹੇ ਕਿਉਂ ਛੋੜੋ ਨਾ। ਐਸੇ ਸੀਰਤੁਲ ਮਹਿਦੀ ਲਿਖਿਆ ਮਿਰਜ਼ਾ ਕਦਿਆਨੀ ਨੇ ਸੀਨੇ ਤੇ ਵੱਡਾ ਸੂਆ ਲਾਇਆ ਗਿਆ, ਉਹਦੇ ਸੀਨੇ 'ਚ ਵੱਡਾ ਨੇਜ਼ਾ ਖਬੋਇਆ ਗਿਆ, ਵੱਡਾ ਨੇਜ਼ਾ, ਇਹਨੂੰ ਵੀ ਵੱਡਾ ਸੂਆ ਲਾਇਆ ਗਿਆ। ਦੋਵਾਂ ਦੀ ਮੁਵਾਸਤ ਬੜੀ ਮਿਲਦੀ ਹੈ। ਉੱਥੇ ਨੇਜ਼ਾ ਸੀ, ਇੱਥੇ ਵੱਡਾ ਸੂਆ ਸੀ ਕਿ ਨੇਜ਼ਾ ਮੁਯਸਰ ਨਹੀਂ ਸੀ ਨਾ ਮੁਵਾਸਤ ਸਾਬਤ ਕਰਨ ਸੂਆ ਲਾ ਦਿੱਤਾ। ਨਹੀਂ ਵੱਡਾ ਸੂਆ ਕਾ ਸੀ ਮਹਿਦੀ ਦਾ ਵਾਲਾ ਜੇ ਅੱਗੇ ਵੀ ਮੋਰੀ ਸੀ, ਉਹਨੂੰ ਪਤਾ ਨਹੀਂ ਕਹਿੰਦੀ ਸੀ, ਲਾਇਆ ਵੀ ਸੀਨੇ ਤੇ ਨੇ। ਉਹੀ ਕਹਿ ਰਹੇ ਨਾ ਉਹਦਾ ਅਜ਼ਾਬ ਤੇ ਦੁਨੀਆ ਤੋਂ ਸਟਾਰਟ ਹੋ ਗਿਆ। 4 ਘੰਟੇ ਦੇ ਅੰਦਰ ਲਾਸ਼ ਬਹੁ ਮਾਰਨਾ ਸ਼ੁਰੂ ਹੋ ਗਈ। ਉਹਨੇ ਬਰਫਾ ਲੈਣੀ ਪਈ, ਉਹਨੇ ਕਿਹਾ ਬਈ ਇਹ ਬਰਫ਼ ਤੇ ਲੈ ਆਏ ਹੁਣ ਜ਼ਾਇਆ ਹੋਣ ਲੱਗੀ ਤੇ ਕਤਰੇ ਥੱਲੇ ਡਿੱਗ ਰਹੇ ਨੇ ਤੇ ਉਹ ਥੱਲੇ ਗੋਲਾ ਬੰਦਾ ਉਹਨਾਂ ਆ ਕੇ ਖਾਣ ਲੱਗ ਪਿਆ ਲਾਂਤੀ।
ਉਹ ਕੀ ਪਤਾ ਕਾਦਿਆਂ ਜਾ ਕੇ ਲੋਕਾਂ ਨੂੰ ਦੱਸਣਾ ਹੋਵੇ ਬਈ ਆ ਮਸੀਲੇ ਈਸਾ ਨੂੰ ਵੀ ਤੀਰ ਵਜੇ ਨੇ ਸਲੀਬ ਤੇ। ਇਹ ਉਹ ਮਰਜ਼ੇ ਦੀ ਵਾਕਿਆਤ ਹੋਣੇ। ਮਿਰਜ਼ੇ ਦੀ ਮੌਤ ਤੋਂ ਵੀ ਐਡੇ ਚਾਲੂ ਨੇ ਕਿ ਉਹ ਜਿਹੜਾ ਨਾ ਉਹ ਆਂਦਾ ਥੱਲੇ ਮਰਜ਼ਾਈ ਪਿਆ ਆਂਦਾ ਮੈਂ ਆ ਕੇ ਤੇ ਨਬੀ ਪਾਕ ਦੀ ਵਫਾਤ ਦਾ ਬਿਆਨ ਕਰਨਾ ਚਾਹੁੰਦਾ ਵਾਂ। ਉਹ ਇਹਦੇ ਤੇ ਤੁਹਾਨੂੰ ਕੀ ਤਕਲੀਫ ਕੀ ਇਹਦੇ ਚ ਮਸਲਨ ਜਿਹੜਾ ਸਾਹਮਣੇ ਲੱਗੇ ਇਹਦੇ ਚ ਕਿਹੜੀ ਗਲਤ ਗੱਲ ਹੈ? ਤੁਸੀਂ ਇਹਨੂੰ ਕੀ ਸਟੂਪਿਡਿਟੀ ਸਮਝਦੇ ਹੋ ਜਾਂ ਨੌਨਸੈਂਸ ਇਹਨੇ ਹਰਕਤ ਕੀਤੀ ਹੈ? ਅਗਰ ਤੁਸੀਂ ਉੱਥੇ ਹੁੰਦੇ ਤੇ ਤੁਸੀਂ ਇਹਦੀ ਲਾਸ਼ ਨਾਲ ਲੱਗਿਆ ਪਾਣੀ ਨਹੀਂ ਸੀ ਘੁੱਟ ਭਰਨੀ ਹੈ ਬਈ ਐਚਐਸ ਬੇਟੇ? ਕਿੰਨੇ ਨੰਬਰ ਰਵਾਇਤ ਨਹੀਂ मैं शरुंके ला ला के पीना सी अमर भाई। एहसास हो में अमर भाई ते सफा नंबर 744 है, रवायत नंबर 826 है। 745 होगी रवायत 826 है ना? 726। ਅੱਛਾ ਮੈਂ ਤੇ ਆਖਿਆ ਕਿ ਜ਼ਿਆ ਭਾਈ ਬੋਲਣ ਹੀ ਨਹੀਂ ਲੱਗੇ ਜਿੰਨਾ ਕੋ ਉੱਥੋਂ ਆਫ ਕੇ ਆਏ ਨੇ ਉਹ ਪਾਗਲ ਬੰਦੇ ਨਾਲ ਲੱਗੇ स्टिंग मंगा लो स्टिंग ਤੇ ਬੋਲ ਹੀ ਪਿਓ ਆਖਰ। अच्छा जिया भाई दी हिम्मत इस्लाम है जरा इतनी देर बर्दाश्त किया ने उन्होंने निशान। ਓਏ ਹੁਣ ਦੇਖੋ ਖੁਰਮ ਰਾਣਾ ਮੈਂ ਹਲੇ ਤੁਹਾਨੂੰ 3 ਤਲਾਕਾਂ ਦਈਆਂ ਨੇ, ਤੁਸੀਂ ਹਲੇ ਪੇਕੇ ਆਪਣੇ ਨਹੀਂ ਤੇ ਮੈਨੂੰ ਲਾਈਵ ਸ਼ੇਅਰ ਕਰਨੀ ਸ਼ੁਰੂ ਕਰ ਛੜੀ ਹੈ ਖੁਰਮ ਨੇ। ਹੈ ਉਹ ਫਾਈਟਰ ਦਾ ਤੁਸੀਂ ਹਿਸਾਬ ਲਾਓ। ਸਵੇਰੇ ਜਦੋਂ ਉਹਦੀ ਛਤਰੋਲ ਹੋ ਰਹੀ ਹੈ ਉਹਨਾਂ ਦੀ ਟੈਕਸੀ ਗਰੁੱਪ ਵਾਲਿਆਂ ਦੀ, ਮੈਨੂੰ ਉੱਥੇ ਬਰਾਡ ਤੋਂ ਬਲੌਕ ਕੀਤਾ ਹੈ ਐਸਆਈਡੀ ਤੋਂ, ਤੇ ਮੈਨੂੰ ਪਰਸਨਲ ਜਾ ਕੇ ਆਪਣੀ ਲਾਈਵ ਸ਼ੇਅਰ ਕਰ ਰਹੇ ਜਿੱਥੇ ਬਲੌਕ ਕੀਤਾ ਹੈ। ਯਾਨੀ ਐਡੇ ਕੋਸੇ ਨਹੀਂ ਮਰੀਜ਼ ਨੇ ਬਲੌਕ ਕਰਕੇ ਸ਼ੇਅਰ ਕਰ ਰਹੇ ਨੇ। ਇਹਦਾ ਮਤਲਬ ਹੈ ਕਿ ਮਿਰਚ ਜਿੱਥੇ ਦੇਣੀ ਹੁੰਦੀ ਹੈ ਨਾ ਉਹ ਬਿਲਕੁਲ ਦਰੁਸਤ ਥਾਂ ਤੇ ਗਈ ਹੈ। ਸਰ ਤੁਸੀਂ ਸਮਝਦੇ ਨਹੀਂ ਇਹਨਾਂ ਦੀ ਜ਼ਰੂਰਤ ਹੈ ਸਾਡੇ ਨਾਲ ਗੱਲ ਕਰ, ਸਾਡੀ ਕਿਹੜੀ ਜ਼ਰੂਰਤ ਹੈ? ਇਹ ਮੈਂ ਕਹਿ ਰਿਹਾ ਨਾ ਤੇ ਮੇਰੇ ਤੇ ਪਾਬੰਦੀ ਇੰਜ ਲਾਣ ਲੱਗੇ ਜਿਸ ਤਰ੍ਹਾਂ 74 ਚ ਮੈਨੂੰ ਕਾਫਰ ਕਰਾਰ ਦਿੱਤਾ। ਸਸਮਾਨ ਨੂੰ ਨਹੀਂ ਗੱਲ ਕਰਨੀ ਤੇ ਉਹਨਾਂ ਨੂੰ ਕਹੋ ਦੌੜੋ ਇੱਥੋਂ। ਅੱਛਾ ਜੀ 826 ਨੰਬਰ ਤੁਸੀਂ ਇਹਦਾ ਤੁਹਾਨੂੰ ਪਤਾ ਲੱਗ ਗਿਆ ਗੱਲ ਦਾ ਤੇ ਫਿਰ 826 ਨੰਬਰ ਹਿੱਸਾ ਸੋਮ ਜੇ ਕੀ ਆਖਿਆ ਭਾਈ? ਮੈਂ ਕਿਹਾ ਤੁਹਾਨੂੰ ਗੱਲ ਦਾ ਪਤਾ ਲੱਗ ਗਿਆ ਤੇ ਫਿਰ ਤੁਹਾਨੂੰ ਤਾਂ ਮੈਨੂੰ ਸ਼ਾਬਾਸ਼ ਦੇਣੀ ਸੀ। ਅੱਜ ਮੈਂ ਉੱਥੇ ਬਟਾਲਵੀ ਸਾਹਿਬ ਦਾ ਦਿਫਾ ਕੀਤਾ। ਵਾਹ ਵਾਹ ਮੈਂ ਦੇਖਦਾ ਸੀ ਜਿਹੜਾ ਤੁਸੀਂ ਕੱਚਾ ਦਿਫਾ ਕਰਦੇ ਸੀ ਪਏ, ਮੈਂ ਦੇਖਦਾ ਸੀ ਬਟਾਲਵੀ ਸਾਹਿਬ ਨੇ ਗੱਲ ਨਹੀਂ ਆਖੀ ਹੈ ਉੱਤੋਂ ਤੋਂ ਮੈਂ ਕਿਹਾ ਬਰੇਲਵੀ ਪਿਆਰ ਲਈ ਨਹੀਂ ਉੱਤੋਂ ਇੱਕ ਹੋਰ ਬਰੇਲਵੀ ਵੀ ਆਇਆ ਸੀ, ਉਹਨੇ ਫਿਰ ਹਵਾਲਾ ਵੀ ਪੜ੍ਹ ਕੇ ਸੁਣਾਇਆ। ਮੈਂ ਕਹਿੰਦਾ ਉਧਰਲੇ ਪਾਸੇ ਲਈ ਜਾਣਾ ਚਾਹੁੰਦਾ ਸੀਗਾ ਵੀ ਉਸ ਪਾਸੇ ਜਾਵੇ, ਲੇਕਿਨ ਮੈਂ ਇਹ ਤਾਂ ਕਿਹਾ ਨਾ ਵੀ ਝੂਠ ਬੋਲ ਰਿਹਾ ਨਾ ਬਟਾਲਵੀ ਸਾਹਿਬ ਤੇ ਰਿਵਿਊ ਤੇ ਸ਼ਾਬਾਸ਼ ਦਿਓ ਨਾ। ਨਹੀਂ ਲੇਕਿਨ ਤੁਸੀਂ ਜੇ ਸਹੀ ਨੀਅਤ ਨਾਲ ਕਰਦੇ ਨਾ ਤੇ ਤੁਸੀਂ ਉਹ ਰਿਵਿਊ ਦੀ ਜਿਹੜੀ ਇਬਾਰਤ ਪੜਿਆ ਸੀ ਨਾ ਉਹਦੇ ਵਿੱਚ ਬ੍ਰੈਕਟ 'ਚ ਲਿਖਿਆ ਹੈ गो के इस आजिज को जाती तजर्बा नहीं हुआ, जाती मुशाहिदा में मेरे में ये बात नहीं है। ਉਹ ਛੱਡ ਗਿਆ ਸੀ, ਉਹ ਤੂੰ ਪੜਦਾ ਪਿਆ ਸੀ, ਉਹ ਬ੍ਰੈਕਟ ਵਾਲੀ ਗੱਲ ਛੱਡਦਾ ਸੀ ਪਿਆ ਤੇ ਤੁਹਾਡੀ ਵੀ ਨੀਅਤ ਨਹੀਂ ਸੀ ਨਾ ਉਹਨੂੰ ਪੜਨ ਦੀ ਸਹੀ ਪੜ੍ਹ। ਵੀ ਉਹੀ ਗੱਲ ਸੀ ਨਾ, ਉਹਦੇ ਵਿੱਚ ਵੀ ਤਾਂ ਲੋਕਾਂ ਦਾ ਹੀ ਹਵਾਲਾ ਸੀ ਨਾ, ਲੋਕਾਂ ਦੀ ਗੱਲ ਹੀ ਕਰ ਰਿਹਾ ਸੀ ਨਾ, ਆਪਣੀ ਤਾਂ ਉਹਨਾਂ ਗੱਲ ਹੀ ਨਹੀਂ। ਆਪਣਾ ਉਹਨਾਂ ਦਾ ਜ਼ਾਤੀ ਤਜਰਬਾ ਨਹੀਂ ਹੈ ਕਿ ਕੋਈ ਗੱਲ ਸੱਚੀ ਨਿਕਲੀ ਕਿ ਝੂਠੀ ਨਿਕਲੀ, ਉਹ ਤਾਂ ਬਟਾਲੇ ਰਹਿੰਦੇ ਸਨ। ਇਹ ਇੱਥੇ ਨਹੀਂ, ਮੈਨੂੰ ਜੇ ਪਤਾ ਹੁੰਦਾ ਵੀ ਅਮਰ ਭਾਬੀ ਵੇਖ ਲਿਆ ਤੇ ਫਿਰ ਮੈਂ ਸਾਰੀ ਬਹਿਸ ਜਿਹੜੀ ਇੱਧਰ ਹੀ ਲੈਣੀ ਸੀ, ਇੱਧਰ ਹੀ ਕੰਮ ਪਾ ਦੇਣਾ ਸੀ, ਲੇਕਿਨ ਮੈਨੂੰ ਪਤਾ ਨਹੀਂ ਸੀ ਵੀ ਤੁਸੀਂ ਵੇਖ ਰਹੇ ਹੋ। ਗੋਡਿਆਂ ਪਰ ਹੋ ਕੇ ਕੱਚਾ ਉਹ ਸ਼ੇਖ ਬਟਾਲਵੀ ਦੀ ਗੱਲ ਹੈ, ਗੋਡਿਆਂ ਪਰ ਹੋ ਕੇ ਮਾਰਨੀ ਸੱਟ ਤੜਾ ਉਹ ਖਿੱਚ ਕੇ ਨਾ, ਉਹ ਪਤਾ ਉੱਤੇ ਆਉਂਦਾ ਸੀ WhatsApp ਤੇ ਹੁੰਦਾ ਸੀ, ਉਹ ਇੰਡੀਆ ਨੂੰ ਕਹਿੰਦਾ ਸੀ ਮੇਰਾ ਜੀ ਚਾਹਤਾ ਹੈ ਕਾਨ ਤੇਰਾ ਕਾਨ ਪਕੜ ਕੇ ਕਾਨ ਕੇ ਨੀਚੇ ਚਪੇਟ ਮਾਰੂ। ਉਹ ਕੀ ਨਾ ਸੀ ਉਹਦਾ बीवी ऐसी ना, तो वो बंदा जेड़ा अपने बंदे नु आंदी भी तू आप भी बड़े वलीउल्लाह बने फिरते हैं। आज मैंने वलीउल्लाह देखा है हवा में उड़ रहा था, वो अल्लाह दी बंदी मैं ही सी, तभी एक टेढ़ा टेढ़ा उड़ रहे थे। मैंने भी कच्चा कच्चा ये घर की मुर्गी दाल बराबर, ऐसे तो नहीं कहा ना लोगों ने। अच्छा अमर भाई, मरज़इयां नु बहुत तकलीफ हो रही है कि मिर्ज़े कादियानी दी तुसी ओ आखिरी सफर बयान कर रहे हो, एक सीट रखी है, किसी मरज़ई ने अगर आके नबी पाक ते इतराज करना है तो जल्दी जल्दी आ जाए, ਅਸੀਂ ਜਵਾਬ ਦਿਆਂਗੇ। ਇਹਨਾਂ ਦੀ ਗਰਦਨ ਲਾ ਦੇਾਂਗੇ ਨਬੀ ਪਾਕ ਦੇ ਉੱਤੇ ਭੌਂਕੇ ਤੇ ਇਹਨਾਂ ਨੂੰ ਇੰਜ ਮਾਰਾਂਗੇ, ਉਹ ਸੂਆ ਮਾਰਾਂਗੇ ਜਿਹੜਾ ਮਿਰਜ਼ੇ ਕਾਦੀਆਨੀ ਦੀ ਛਾਤੀ ਤੇ ਮਾਰਿਆ ਸੀ ਨਾ ਉਹਨੇ, ਡਾਕਟਰ ਗੁਲਾਮ ਹੁਸੈਨ ਨੇ, ਉਹ ਸੂਆ ਮਾਰਾਂਗੇ ਇਹਨਾਂ ਦੀ ਛਾਤੀ ਤੇ, ਨਾ ਲਾਂਤੀਆਂ ਦੀ ਅਸਲੀ ਤੈਸੀ। ਇਹ ਮੌਤ ਨੂੰ ਚੁੱਕੋ, ਇਹ ਜਿਹੜੀ ਪਈ ਜੇ ਸਾਹਮਣੇ। ਇਹ ਅਮਰ ਭਾਈ ਉਹ ਸੂਆ ਕਿਉਂ ਮਾਰਿਆ ਸਾਨੇ? ਇਸ ਵਾਸਤੇ ਤੇ ਨਹੀਂ ਉਹਨੇ ਮਾਰਿਆ ਬਈ ਜਾਣਦਿਆਂ ਕਿਧਰੇ ਫਟ ਨਾ ਜਾਏ ਰਸਤੇ 'ਚ ਲਾਸ਼। ਇਹ ਬੋਲਦਾ ਹੀ ਜੋ ਨਹੀਂ, ਉਹ ਜਾਨ ਛੁਡਾਣੀ ਨੇ ਤਾਂ ਮਾਰਿਆ ਨੇ ਸੂਆ, ਜਾਨ ਹੀ ਛੋੜਦਾ ਸੀ। ਇਹ ਟੱਟੀਆਂ ਮੈਂ ਥੱਕ ਉਹਨਾਂ ਆਖਿਆ ਦੀ ਜੇ ਟੱਟੀਆਂ ਕੋਲ ਜਾਨ ਛੁਡਾਓ ਨੂੰ ਸੂਆ ਲਾਓ ਵੱਡਾ। ਪਹਿਲਾਂ ਇਹ ਦੱਸੋ ਉਸ ਦਿਨ ਵੀ ਗੱਲ ਕੀਤੀ ਸਾਕੀ ਭਾਈ ਜੀ, ਬੰਦਾ ਰਾਤ ਦੀ ਰੋਟੀ ਖਾ ਕੇ
ਰਾਤ ਦੀ ਰੋਟੀ ਖਾ ਕੇ ਤੇ ਸਾਰੀ ਰਾਤ ਉਹ ਜਲਾਬ ਉਹਨੂੰ ਪਾਣੀ ਵਾਲੇ ਆਉਂਦੇ ਨੇ, ਉਹਦੇ ਅੰਦਰ ਕੋਈ ਸ਼ੈ ਰਹਿ ਜਾਂਦੀ ਹੈ? ਕੱਖ ਵੀ ਨਹੀਂ ਰਹਿ ਜਾਂਦਾ। ਜਿਹਨੂੰ 4-5 ਦਫਾ 6 ਦਫਾ ਮੋਸ਼ਨ ਆ ਜਾਣ ਤੇ ਉਲਟੀ ਵੀ ਆ ਜੇ। ਇਹ ਹਕੀਮ ਜਈਆ ਮੰਨਿਆ ਸੀ 5 ਪਿਚਕਾਰੀਆਂ ਮਾਰੀਆਂ ਸੋ। हकीम जैया मंदिर से 5 पिचकारियां। वो चीमे ने भी गिने ने, एक दफा रात को खाना खाते हुए आया है, एक दफा रात 11 बजे इफ्तिखार चीमे ने भी गिन के दिते सर। चलो 5 गिन लो। 5 वारी बंदे नूं पानी वाले मोशन आ जान, उल्टी भी आ जाए, ਉਹਦੇ ਅੰਦਰ ਸ਼ੈ ਰਹਿ ਕੋ ਨਹੀਂ ਜਾਂਦੀ। 10 ਵਜੇ ਜਿਹੜਾ ਬੰਦਾ ਮਰੇ ਸਵੇਰੇ 10 ਵਜੇ, ਸਵੇਰੇ 10 ਵਜੇ ਉਹਦੀ 2:30 ਵਜੇ ਲਾਸ਼ ਨੂੰ ਬਰਫ਼ ਲਾਉਣ ਦੀ ਲੋੜ ਪੈ ਜਾਂਦੀ ਹੈ? नहीं कदी भी नहीं। क्यों लानी पैंदी है? बो ना मारे। बो शुरू हो गई सी 2:30 बजे बो शुरू हो गई सी भाजी। अगर बो शुरू ना ये भी मरज़ई ना आखन। आमर भाई इथे बहुत लंबा रिकॉर्ड ने पेशा ना। आमर भाई इथे बहुत लंबा रिकॉर्ड है। मिर्जा कदयानी ने कुड़ी 300 पेचस मार गई है। चलो कुड़ियां ਨੂੰ ਮਾਰੋ ਗੋਲੀ। ਮੈਂ ਪਿਆ ਕਹਿਣਾ ਇੱਕ ਤਦਾਦ ਲਿਖੀ ਹੈ। ਇੱਕ ਬੰਦਾ ਹੈ, ਉਹਨੂੰ ਰਾਤ ਦੇ ਖਾਣੇ ਤੋਂ ਬਾਅਦ ਸਵੇਰੇ 6-7 ਵਜੇ ਤਾਈਂ ਤੇ ਉਹ ਪੇਚਸ ਕਰਦਾ ਰਿਹਾ ਨਾ, ਤੇ ਬਿਲਕੁਲ ਐਵੇਂ ਤੇ ਨਹੀਂ ਵਿਚਾਰਿਆ ਚੀਕਿਆ ਨਾ, ਐਵੇਂ ਤੇ ਨਹੀਂ ਵਿਚਾਰਿਆ ਚੀਕਿਆ ਅਮੀਰ ਸਾਹਿਬ ਮਨ ਵਬਾਈ ਆਜ਼ਾ ਹੋ ਗਿਆ। ਹਾਂਜੀ, ਉਹਦੇ ਬਾਅਦ ਉਹਦੇ ਅੰਦਰੋਂ ਪਾਣੀ ਖਤਮ ਹੋਇਆ ਹੈ, ਡੀਹਾਈਡਰੇਸ਼ਨ ਹੋਈ ਹੈ, ਪਾਣੀ ਜਿਸਮ ਖਤਮ ਹੋਇਆ ਹੈ ਤੇ ਉਹਦੀ ਡੈਥ ਇਹਦੇ ਨਾਲ ਹੋਈ ਹੈ, ਕਿਉਂਕਿ ਇੰਨਾ ਕੁ ਪਾਣੀ ਬੈਠਾ ਉਹ ਨਿਕਲਿਆ ਕਿ ਉਹਦੇ ਜਿਸਮ 'ਚ ਪਾਣੀ ਖਤਮ ਹੋ ਗਿਆ। ਅਗਰ ਇਹ ਨਮਕੋਲ ਵਗੈਰਾ ਉਹਨੂੰ ਦਿੰਦੇ, ਉਦੋਂ ਚਲੋ ਇੰਨੀ ਰਿਸਰਚ ਵੀ ਨਹੀਂ ਹੁੰਦੀ ਲੋਕਾਂ ਦੀ, ਪੁਰਾਣੇ ਜ਼ਮਾਨੇ ਦੀ ਗੱਲ ਹੈ, ਲੇਕਿਨ ਅਗਰ ਇਹ ਉਹਨੂੰ ਪਾਣੀ 'ਚ ਨਮਕ ਔਰ ਚੀਨੀ ਮਿਕਸ ਕਰਕੇ ਦਿੰਦੇ ਨਾ, ਗਲਾਸ ਘੁੱਟ ਦਿੰਦੇ, ਤੇ ਸ਼ਾਇਦ ਉਹ ਨਾ ਉਹ ਹੁੰਦਾ ਇਸ ਤਰ੍ਹਾਂ। ਲੇਕਿਨ ਚਲੋ ਉਹ ਤੇ ਵਕਤ ਤੇ ਨਹੀਂ ਟਲ ਸਕਦਾ, ਜਿਹੜਾ ਵਾਅਦਾ ਉਹ ਤੇ ਆਇਆ ਸੀ, ਵਕਤ ਆਇਆ ਸੀ, ਤੇ ਉਹਦਾ ਤੇ ਇਲਾਜ ਕੋਈ ਨਹੀਂ। ਲੇਕਿਨ ਪਾਣੀ ਦੀ ਕਮੀ ਨਾਲ ਉਹਦੇ ਅੰਦਰੋਂ ਜਦੋਂ ਪਾਣੀ ਖਤਮ ਹੋ ਗਿਆ, 6:30-7 ਵਜੇ ਤੋਂ ਬਾਅਦ ਉਹਦੀ ਜ਼ੁਬਾਨ ਬੰਦ ਹੋ ਗਈ, 9:30 ਤੇ 10 ਦੇ ਦਰਮਿਆਨ ਉਹਦੀ ਮੌਤ ਵਾਕਿਆ ਹੁੰਦੀ ਹੈ। 3 ਵਜੇ ਪਿਛਲੇ ਟਾਈਮ, 2:30-3-4 ਵਜੇ ਇਹ ਉਹਦੀ ਮੰਜੀ ਚੁੱਕ ਕੇ ਸਟੇਸ਼ਨ ਤੇ ਲਿਆਉਂਦੇ ਨੇ, ਬਰਫ਼ ਲਾਣੀ ਪੈ ਜਾਂਦੀ। ਕਿਉਂ ਯਾਰ? ਕਿਹੜਾ ਬੰਦਾ ਜਿਹਨੂੰ 3-4 ਘੰਟਿਆਂ ਦੇ ਅੰਦਰ ਜਿਹਦੀ ਲਾਸ਼ 'ਚ ਬੋ ਆਉਣੀ ਸ਼ੁਰੂ ਹੋ ਜਾਂਦੀ? ਮਿਰਜ਼ਾ ਕਾਦੀਆਨੀ। ਇੰਜੀ ਗੱਲ ਆ। ਅਲੈਸਾ ਮਿਨਕੁਮ ਰਜੁਲੁਨ ਰਸ਼ੀਦ। ਕਿ ਤੁਹਾਡੇ 'ਚ ਕੋਈ ਵੀ ਮਰਜ਼ਾਈਆਂ 'ਚ ਰਜੁਲੁ ਰਸ਼ੀਦ ਨਹੀਂ ਹੈ ਕਿ ਗੌਰ ਕਰੇ ਕਿ ਦਾਵਾ ਇਹਦਾ ਨਬੂਵਤ ਹੈ, ਤੇ 10 ਵਜੇ ਦੀ ਰੂਹ ਹੀ ਨਿਕਲਦੀ ਜਿਸਮ 'ਚੋਂ, ਤੇ 3 ਵਜੇ ਇਹਨੂੰ ਬਰਫ਼ ਲਾਣੀ ਵੀ ਪੈਂਦੀ। ਵਜ੍ਹਾ ਕੀ ਹੈ? 5 ਘੰਟੇ ਬਾਅਦ ਇਹਦੇ ਜਿਸਮ 'ਚੋਂ, ਲਾਸ਼ 'ਚੋਂ ਬੋ ਆਵਣ ਕਿਉਂ ਸ਼ੁਰੂ ਹੋ ਗਈ ਹੈ? ਵਜ੍ਹਾ ਇਹੀ ਹੈ, ਅੱਲਾ ਦੇ ਨਬੀ ਦੇ ਖਾਲੀ ਹੈ, ਮੈਦਾ ਵੀ ਖਾਲੀ ਹੈ। ਹਾਂ, ਜਿਸਮ ਤੇ ਖਾਲੀ ਹੋ ਗਿਆ ਸਾਰਾ, ਖੁਰਾਕ ਸਾਰੀ ਖਤਮ ਹੋ ਗਈ, ਅੰਦਰੋਂ ਪਾਣੀ ਵੀ ਖਤਮ ਹੋ ਗਿਆ, ਜਿਹੜਾ ਕੋਈ ਫੂਡ ਦਾ ਹੈ ਸੀ, ਕੋਈ ਜ਼ਰਾ ਸ਼ਰਾ, ਉਹ ਵੀ ਨਿਕਲ ਗਿਆ। ਤੇ ਸਮੈਲ ਕਿਉਂ ਆਉਂਦੀ ਪਈ ਬਾਡੀ 'ਚੋਂ? ਇਹਦੀ ਤੇ 3 ਦਿਨ ਲਾਸ਼ ਪਈ ਰਵੇ, ਇਹਦੇ 'ਚ ਸਮੈਲ ਨਹੀਂ ਆਉਣੀ ਚਾਹੀਦੀ ਹੈ। ਅਗਰ ਇਹਨੇ ਇਹ ਜ਼ੁਲਮ ਨਾ ਪਾਏ ਹੁੰਦੇ, ਅਗਰ ਇਹ ਦਾਅਵੇ ਨਾ ਕੀਤੇ ਹੁੰਦੇ, ਵਮਾ ਅਰਸਲਨਾਕਾ ਇਲਾ ਰਹਿਮਤਨ ਲਿਲ ਆਲਮੀਨ, ਮਨੋਂ ਲਾਮ ਹੋ ਗਿਆ, ਲੌਲਾ ਕਾ ਮਾ ਲਾ ਖਲਕਤਾ। ਉਹ ਕੀ ਹੈ? ਮੇਰੇ ਤੇ ਵੀ ਇੰਜ, ਮੇਰੀ ਵਜ੍ਹਾ ਤੋਂ ਅੱਲਾਹ ਤਾਲਾ ਜ਼ਮੀਨ ਅਸਮਾਨ ਬਣਾਏ ਨੇ। ਅਗਰ ਇਹ ਦਾਅਵੇ ਨਾ ਕੀਤੇ ਹੁੰਦੇ, ਨਬੀ अलैहिस्सलातु वस्सलाम ਦੀਆਂ ਤੋਹੀਨਾਂ ਨਾ ਕੀਤੀਆਂ ਹੁੰਦੀਆਂ, ਅੱਲਾ ਦੇ ਮਾਸੂਮ ਨਬੀ ਦੇ ਬਾਰੇ ਇਹ ਬਕਵਾਸਾਂ ਨਾ ਕੀਤੀਆਂ ਹੁੰਦੀਆਂ, ਲੌਲਾ ਕਾ ਲਮਾ ਖਲਕਤ ਇਲਾ ਫਲਾਕ, ਯਾਨੀ ਅਗਰ ਮੈਂ ਤੈਨੂੰ ਨਾ ਪੈਦਾ ਕਰਦਾ ਤੇ ਸਮਾਨਾਂ ਨੂੰ ਪੈਦਾ ਨਾ ਕਰਦਾ। ਅਗਰ ਇਹ ਦਾਅਵੇ ਨਾ ਕੀਤੇ ਹੁੰਦੇ, ਸੁਬਹਾਨ ਅੱਲਾ ਜੀ ਅਸਰਾ ਬਿਅਬਦਿਹੀ ਲੈਲਾ, ਜੋ ਕੋਈ ਨਬੀ ਪਾਕ ਦੀਆਂ ਆਇਤਾਂ ਨਬੀ ਪਾਕ ਦੇ ਖਾਸੇ ਸਨ, ਮੁਹੰਮਦ ਰਸੂਲੁल्लाह ਵੱਲਜ਼ੀਨਾ ਮਾਹੂ ਅਸ਼ਿੱਦਾ ਅਲਲ ਕੁਫਾਰ ਰੁਹਮਾ ਬੈਨਹੁਮ, ਕਹਿੰਦਾ ਮੇਰਾ ਨਾਮ ਮੁਹੰਮਦ ਰੱਖਿਆ ਗਿਆ ਸੱਚ। ਅਗਰ ਇਹ ਤੋਹੀਨਾਂ ਨਾ ਕੀਤੀਆਂ ਹੁੰਦੀਆਂ ਤੇ ਇਹ ਨਾ ਆਖਿਆ ਹੁੰਦਾ ਕਿ ਲੋਕੀ ਕਹਿੰਦੇ ਨੇ ਮੈਂ ਹਸਨ ਔਰ ਹੁਸੈਨ ਤੋਂ ਅੱਲਾ ਵਾਂ, ਹਾਂ ਮੈਂ ਹਸਨ ਔਰ ਹੁਸੈਨ ਤੋਂ ਅੱਲਾ ਵਾਂ, ਇਹ ਬਕਵਾਸਾਂ ਨਾ ਕੀਤੀਆਂ ਹੁੰਦੀਆਂ ਤੇ 5 ਘੰਟਿਆਂ 'ਚ ਲਾਸ਼ ਬੋ ਨਾ ਮਾਰਦੀ। ਲਾਸ਼ ਨੇ ਬੋ ਤਾਂ ਮਾਰੀ ਏ, ਇਹਨੇ ਨਬੀ ਪਾਕ ਦੀਆਂ ਗੁਸਤਾਖੀਆਂ ਕੀਤੀਆਂ, ਅਹਿਲੇ ਬੈਤ ਦੀਆਂ ਗੁਸਤਾਖੀਆਂ ਕੀਤੀਆਂ, ਹਸਨੈਨ ਕਰੀਮੈਨ ਨਬੀ ਪਾਕ ਦੇ ਨਵਾਸਿਆਂ ਦੀਆਂ ਗੁਸਤਾਖੀਆਂ ਕੀਤੀਆਂ, ਸਹਾਬਾ ਦੀਆਂ। ਇਹ ਹੁਣ ਨਹੀਂ ਉਹ ਪਿਆ ਮਰਜ਼ੀ ਪੈਂਦਾ ਕਿ ਅਸੀਂ ਤੇ ਹਜ਼ਰਤ ਅਬੂ ਹੁਰੈਰਾ ਨੂੰ ਵੀ ਇੰਜ ਕਹਿ ਦਿੰਦੇ ਹਾਂ, ਸਾਡਾ ਕੀ ਵੇ, ਸਾਡੇ ਤੇ ਸ਼ਰਮ ਹੈ ਹੀ ਕੋਈ ਨਹੀਂ, ਅਸੀਂ ਤਾਂ ਹਰਾਮ ਖਾਨ ਗਿੱਜੇ ਹਾਂ। ਇਹ ਸੁਣੀ ਨਹੀਂ ਤੁਸੀਂ ਉਹਦੀ ਆਵਾਜ਼?
ਤੇ ਭਾਈ ਅਗਰ ਤੁਸੀਂ ਇਹ ਬਕਵਾਸਾਂ ਕਰੋਗੇ ਨਾ, ਜੇ ਤੁਸੀਂ ਵੀ ਉਹਦੇ ਨਕਸ਼ੇ ਕਦਮ ਤੇ ਚੱਲ ਕੇ ਹਜ਼ਰਤ ਅਬੂ ਹੁਰੈਰਾ ਨੂੰ ਇਹ ਆਖੋਗੇ ਤੇ ਤੁਸੀਂ ਵੀ ਤਿਆਰ ਹੋ ਜਾਓ ਮੇਰਾ ਪੁੱਤਰ। ਤੁਸੀਂ ਵੀ ਜਦੋਂ ਮਰੋਗੇ ਨਾ ਤੁਹਾਡੇ ਵੀ ਘਰਦਿਆਂ ਨੂੰ 2-3 ਘੰਟੇ ਦੇ ਅੰਦਰ ਅੰਦਰ ਲਾਸ਼ ਨੂੰ ਬਰਫ ਹੀ ਲਾਣੀ ਪਵੇਗੀ। तो फिर सूरत अल हाका पढ़ के सुनाते हैं। और मरो सूरत अल इनाम 93 पढ़ो, वो आई जे देते फिट जो अल्लाह पे इफ्तरा बांधे और के मुझे खुदा ने वही की है। बेशक बेशक। तो फिर मौत के वक्त फरिश्ते कहते ने लिहा इधर फिर दे अपनी जान। अस्सलाम वालेकुम। उस टाइम दर्दनाक मौत। जी वालेकुम सलाम। कैसे हैं आप सब? तबीयत से ठीक है? अल्हम्दुलिल्लाह। अच्छा हामिद साहब, ये मिशकात की जो है ना हदीस 1300 1361 वो भी ज़रा पढ़ के आप सुनाएं, जिसमें नबी सल्लल्लाहु अलैहि वसल्लम ने फरमाया कि अम्बिया की जो अजसाम है ना, अजसाद, उस पे मट्टी हराम कर दी गई है, यानी वो गले सड़ेंगे नहीं। तो ये जो मिर्ज़ा दज्जाल है ये तो कब्र से बाहर ही गलना सड़ना शुरू हो गया। हाँ हाँ, अभी तो मैं कह रहा हूँ कि घंटे भी ज़्यादा नहीं गुजरे, सवेरे 9:30 और 10 के दरमियान इसकी मौत वाक़या हुई है। 2:30-3 बजे ये इसकी बॉडी उठा के वहाँ लेकर जाना चाहते थे लाहौर रेलवे स्टेशन पर, तो बर्फ़ लगा के ले जानी पड़ी है। बदबू आ रही थी, जिस्म से ऐसी बैड स्मेल आ रही थी। इन्होंने उसको संदूक में बंद किया, संदूक में, और उसके अंदर भी बर्फ़ रखनी पड़ गई है। हल्की फुल्की हो ना स्मेल तो उसके संदूक के अंदर से वैसे ही नहीं आती। जी जी। इन्होंने संदूक के अंदर उसकी बॉडी को रख के उसको बर्फ लगाई है, इतनी बैड स्मेल थी। फिर माल गाड़ी का वो डिब्बा जिसमें वो कचरा वगैरह फेंकते हैं, वो खड़ा रहता है स्टेशन पर, पता है, एक साइड पे, उसमें इसका वो संदूक रखा है। जी जी। कि चलो अगर ये मुसाफिरों के डब्बे में रख के ले जाते तो मेरा ख्याल है मुसाफिरों ने दौड़ जाना था वो डिब्बा छोड़ के। फिर मैं एक और बात आपको बताऊं जो कोई नहीं बताएगा आपको। बटाला स्टेशन पर जब ये उतरे हैं ना, तो बटाला स्टेशन से आगे पैदल कादियान जाना था। वो 10-11 किलोमीटर का सफ़र है। उस ज़माने में तांगे वगैरह जाते थे, पैदल जाते थे लोग। ये पैदल लाश उठाकर लेकर गए। जिस चारपाई पर मिर्जा कादियानी का संदूक रखा हुआ था उसके साथ लंबे लंबे बांस बांधे गए। है किसी को पता? नॉर्मल आप किसी का जनाजा उठाते हैं तो जो चारपाई के ऊपर संदूक भी पड़ा हो, तो जो चारपाई के नीचे 4 पाए होते हैं उसको पकड़ लेते हैं ना सारे। हाँ जी। जी जी। इसकी चारपाई के ऊपर संदूक रख के चारपाई के साथ लंबे लंबे बांस बांधे गए। वो बांस पकड़कर उठाया बॉडी को। क्यों? वो दूर रहें, मंजी से दूर रहेंगे ना इस तरह। अगर वो 20 फुट लंबा बांस है तो वो आप जाहिर है कि उससे 10 फुट तो दूर होंगे ही ना चारपाई से। वो भाई ऐसा जो था फैल सकता था। वो भाई ऐसा फैल सकता था। वो भाई ऐसा लाश को फैलन लगी ऐसी। आहो पता है मिर्जा साहब ने ताउन दे बारी लोकां नूं कहा सी मेरे नेड़े ना आयो, परंपरा रो दूर रहो। हाँ, तो मेरा कहने का मतलब ये है, नहीं ते अमर भाई फिर जिस वक्त दफनाया ने ते उन्हां बांसां दे नाल ही ते किते नहीं ना विच कीता। हाँ इस तरह ही कीता दूरों ही। तू जिस वे कवर दे विच माडी धरी ने ते ओदी तफसील नहीं ने बयान कीती वे असां ओनू शिफ्ट है के ते कादियान ताई एडे लम्मे लम्मे बांस बन्ने सन। ਉਹਨਾਂ ਨੇ ਕਵਰ 'ਚ ਵੀ ਲਾਣ ਵਾਸਤੇ ਹੋ ਸਕਦਾ ਕੋਈ ਉਹ ਉਸ ਜ਼ਮਾਨੇ 'ਚ ਕੋਈ ਉਹ ਜਿਹੜੀ ਹੁੰਦੀ ਹੈ ਐਕਸਕੇਵੇਟਰ ਮਸ਼ੀਨ, ਚੈਨ ਕੁੱਪੀ ਬਾਕਟ ਮਸ਼ੀਨ ਮੰਗਵਾਈ ਹੋਵੇ ਬਈ ਇਹ ਆ ਕੇ ਤੇ ਵਿੱਚ ਢਾਲ ਦਿਓ। ऊपर से नीचे फेंक दिया उन्हें कब्र में। जी। ये EU वाले भाई कह रहे हैं बांस वाली बात कहाँ लिखी है? क्या कौन सी वाली बात? ये भी सीरतुल महदी से लिखी होनी है। हाँ जी, ये भी सीरतुल महदी है ना। इसकी सनद पर कलाम अच्छा, है। बांस पता है क्यों? बदस वजह पता है क्या लिखी है? ये भी दसो मौलवी साहब।
ਉਹਨੇ ਵਜ੍ਹਾ ਕੀ ਲਿਖੀ, ਕਿਉਂ ਬਦੇ? ਦੱਸੋ ਨਾ, ਤੁਸੀਂ ਜੇ ਆਖਿਆ ਲੋਕਾਂ ਪਹਿਲੇ ਨਹੀਂ ਪਤਾ, ਦੱਸੋ ਵਜ੍ਹਾ। ਦੱਸੋ, ਤੁਸੀਂ ਦੱਸੋ। ਆਜ਼ਾਦ ਪੈਣਾ ਉਸ ਲਿਖਿਆ ਕਿ ਜ਼ਿਆਦਾ ਲੋਕਾਂ ਦਾ ਦੇ ਸਕਣ। ਬਾਂਸ ਨਾਲ ਕੰਧਾ ਕਿੱਥੇ ਪੇ ਦੇਣ ਹੁੰਦਾ ਜੋ ਤੱਕ ਮੰਜੀ ਚਾਣੇ ਵਾਸਤੇ ਭਾਈ, ਮੰਜੀ ਚਾਣੇ ਵਾਲੇ ਬੰਦੇ ਕਿੰਨੇ ਹੈ ਉੱਥੇ? ਬੰਦੇ ਕਿੰਨੇ ਹੈ ਉੱਥੇ? ਚੈੱਕ ਕਰਿਓ ਨਾ ਰਵਾਇਤ ਖੋਲ ਕੇ ਜ਼ਰਾ। ਬਟਾਲੇ ਤੂੰ ਕਿਉਂ ਬਦੇ ਬਾਂਸ ਨੇ? ਬਟਾਲੇ ਤੂੰ, ਮੈਂ ਹੁਣ ਚਲੋ ਚੈੱਕ ਕਰਕੇ ਤੁਹਾਨੂੰ ਵਿਖਾ ਦੇਣਾ ਉਹਦੇ ਲਫ਼ਜ਼। ਬਟਾਲੇ ਤੋਂ ਮੰਜੀ ਚੁੱਕ ਕੇ ਲੈ ਕੇ ਜਾਣ ਵਾਲੇ ਬੰਦੇ ਕਿੰਨੇ ਸਨ हजरत जी? लिखे है कि जब गाड़ी स्टेशन पे पहुंची, गाड़ी के पहुंचने से कबल बहुत से दोस्त बटाला कादियान मज़ाफात के मौजूद थे। बस बहुत से लिखे। ਨਹੀਂ ਤੇ ਜਿਹੜਾ ਗਾਣਾ ਬਣਿਆ ਮੰਜੀ 'ਚ ਡਾਂਗ ਫੇਰਦਾ, ਇਹ ਵੀ ਉੱਥੋਂ ਹੀ ਤੇ ਨਹੀਂ ਕਿਧਰੇ ਲਿਆ ਕਿਸੇ ਨੇ? ਮਿਰਜ਼ਾ ਸਾਹਿਬ ਦੀ ਮੰਜੀ ਵਿੱਚ ਉਹਨਾਂ ਜਨਾਬ ਬਾਂਸ ਦੇ ਦਿੱਤੇ ਸੀ ਨਾ। ਤੋਬਾ ਤੋਬਾ ਤੋਬਾ। ਇਹ ਬਾਂਸ ਵਾਲੀ ਰਵਾਇਤ ਕਿੱਥੇ ਮੌਲਵੀ ਸਾਹਿਬ ਕੱਢੋ, ਵੇਖ ਲੈਣੇ। ਮੇਰੇ ਜ਼ਿਹਨ 'ਚ ਐਸੇ ਅਲਫਾਜ਼ ਤੇ ਨਹੀਂ ਹਨ, ਲੇਕਿਨ ਉਹਨਾਂ ਲਿਖੇ ਨੇ ਤਾਂ ਉਹਦੇ ਪੰਚਰ ਹੀ ਲਾਇਆ ਨਾ। ਉਹ ਤੇ ਅੰਡਰਸਟੂਡ ਗੱਲ ਹੈ ਕਿ ਇਹਦੇ ਵਾਸਤੇ ਕੋਈ ਤਵੀਲ ਕੀਤੀ ਹੀ ਨਹੀਂ ਜਾ ਸਕਦੀ ਕਿ 10 ਵਜੇ ਉਹ ਬੰਦਾ ਸਵੇਰੇ ਮਰਿਆ ਤੇ 3 ਵਜੇ ਉਹਨੂੰ ਬਰਫ਼ ਲਾਣੀ ਪੈ ਗਈ ਤੇ ਲਾਣੀ ਪਈ ਹੈ ਤੇ ਲਾਈ ਹੈ ਨਾ। ਜੇ ਉਹਦੇ ਕੋਲੋਂ ਖੁਸ਼ਬੂ ਆ ਰਹੀ ਹੋਵੇ ਤੇ ਕੋਈ ਬਰਫ਼ ਲਾਂਦਾ? ਬਰਫ਼ ਤੇ ਤਾਂ ਹੀ ਲਾਈ ਹੈ ਨਾ ਬਈ ਇਹਦੇ ਚ ਸਮੈਲ ਬਾਹਰ ਨਾ ਜਾਏ, ਫਿਰ ਸੰਦੂਕ ਦੇ ਵਿੱਚ ਉਹਨੂੰ ਧਰਿਆ ਹੈ। नहीं, बर्फ इस वास्ते नहीं सी लाई। पूछो किस वास्ते लाई सी? किस वास्ते लाई सी? ताकि वो लाश चू पानी निकले ते मरजई पीन तबक वास्ते। ਤੇ ਇਹ ਜਿਹੜੇ ਅੱਜ ਨੇ ਪਿਆਂਦੇ ਨੇ, ਇਹ ਨੌਨਸੈਂਸ ਹਰਕਤਾਂ ਕੀਤੀਆਂ ਨੇ ਸਾਡੇ ਬੰਦਿਆਂ ਨੇ। ਜਿਹੜੇ ਅੱਜ ਮਰਜ਼ਈ ਨੇ, ਅੱਜ ਉਹਨੇ ਕਿਹਾ ਨਹੀਂ ਹੈ ਮੁਹੰਮਦ ਅਹਿਮਦ बोतल अगर आमिर भाई एक बोतल भर लेंदे ना, ਇਹ ਮਰਜ਼ਾਈਆਂ ਵਾਲੇ ਗਿੱਲੇ ਤਿੱਤਰ ਨੇ ਨਾ, ਇਹ ਮਰਜ਼ਾਈਆਂ ਵਾਲੇ ਗਿੱਲੇ ਤਿੱਤਰ ਨੇ। ਹਾਂ, ਲਾਸ਼ ਦਾ ਤਬਰਕ ਵਾਲਾ ਪਾਣੀ ਵੇਚ ਦੇ। ਇੱਕ ਬੋਤਲ ਭਰ ਲੈਂਦੇ, ਫਿਰ ਉਹਦੇ ਚ ਇੱਕ ਬੋਤਲ ਹੋਰ ਚ ਪਾਉਂਦੇ, ਫਿਰ ਉਹ ਸਾਰੀ ਉਹ ਵੀ ਤਬਰਕ ਵਾਲੀ ਹੋ ਜਾਂਦੀ। ਫਿਰ ਅੱਗੇ ਇਸ ਤਰ੍ਹਾਂ ਕੰਮ ਚਲਾਉਂਦੇ ਰਹਿੰਦੇ 130 ਸਾਲ ਤੱਕ, ਪਾਣੀ ਵੇਚਦੇ ਰਹਿੰਦੇ। ਸੱਚੀ ਗੱਲ ਹੈ ਇਹ ਕਿ ਮਰਜ਼ਈਆਂ ਨੂੰ ਉੱਤੇ ਵਾਲੀ ਟੈਂਕੀ ਚ ਪਾ ਲੈਣਾ ਸੀ। ਮੈਨੂੰ ਇੱਕ ਮਿੰਟ ਦੇਖਣ ਦਿਓ, ਵਾਲਾ ਕਿੱਥੇ ਵੇ ਦੂਸਰਾ ਬਾਂਸਾਂ ਵਾਲਾ। ਬਾਕੈਫ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਜਿਹੜਾ ਵੀ ਬੰਦਾ ਅੱਲਾ ਦੇ ਸੱਚੇ ਨਬੀਆਂ ਦੇ ਉੱਤੇ ਭੌਂਕਦਾ ਹੈ। ਹਾਂਜੀ, ਇਹ 424 ਸਫ਼ੇ ਤੇ ਇੱਥੇ ਹੀ ਲਿਖਿਆ ਹੈ, ਇਸੇ ਅਗਲੇ सफ़े ਤੇ लिखा है कि तबूत से निकाल कर चारपाई पर जिस्म डाल लिया गया, साथ लंबे लंबे बांस बांध कर उठाने वालों के लिए ज़्यादा गुंजाइश निकाल ली गई। इस तरह जनाजा अपने गुलामों के कंधों ही कंधों पर बसानी जल्द तर दारुल अमान पहुँच गया। बटाला से रवानगी के वक्त भी तकसीम अमल करके अबाब की ड्यूटियाँ मुख्तलिफ शोबाजात में तकसीम कर दी गई। दोस्त और मेहमान जनाजे के अमरका पैदल भी और सवार भी कादियान के बाद दोस्त दीवानी वाला के तकिया के दरमियान आन मिले। फिर ये सिलसिला बराबर कादियान तक जारी रहा। मतलब टोटल उत्थे कादियान जान ते 1000 बंदा बने है, इत्थे ते बंदे ते 50 बंदे ने लाश चुक के खड़नी है वे, ਉਹਦੇ ਵਾਸਤੇ ਬਾਂਸ ਚੁੱਕ ਬੰਨਣ ਦੀ ਕੀ ਲੋੜ ਹੈ ਬਈ ਜ਼ਿਆਦਾ ਬੰਦੇ ਉਹਨੂੰ ਮੋਢਾ ਦੇ ਲੈਣ। ਜਿਹੜੀ ਗੱਲ ਮੈਂ ਕੀਤੀ ਉਹ ਗੱਲ ਰਵਾਇਤ ਚ ਹੈ ਜਾਂ ਨਹੀਂ, ਇਹ ਗੱਲ ਦੱਸੋ। ਜਿਹੜੀ ਗੱਲ ਮੈਂ ਕੀਤੀ ਉਹ ਹੈ ਲੇਕਿਨ ਇਹਨੂੰ ਬਈ ਇਹ ਤੇ ਪੰਚਰ ਹੈ ਨਾ, ਇਹ ਤਾਂ ਸਹੀ ਗੱਲ ਖਤਮ ਹੋ ਗਈ ਨਾ ਬਈ। ਪੰਚਰ ਜਾਂ ਜੋ ਵੀ ਹੈ ਉਸ ਤੇ ਪੰਚਰ ਹੀ ਲਾਇਆ ਨਾ।
ਜ਼ਾਹਿਰ ਉਹਨਾਂ ਨੇ ਇਹ ਤੇ ਨਹੀਂ ਨਾ ਦੱਸਣਾ ਬੋ ਪੀ ਆਉਂਦੀ ਸੀ ਤੇ ਲਾਸ਼ ਜਿਹੜੀ ਹੈ ਉਹ ਦੂਰੋਂ ਦੂਰ ਚੁੱਕਣ ਮਤੇ ਬਹਰਹਾਲ ਤੁਹਾਡੀ ਗੱਲ ਤੇ ਤਰੁੱਟ ਗਈ ਨਾ। ਮੈਂ ਉਸਦੇ ਬਾਹਰ ਆ ਤੇ ਮੈਂ ਸੁਣਨਾ ਪਿਆ, ਤੁਸੀਂ ਕਹਿੰਦੇ ਪਿਓ ਨਾ ਪਤਾ ਨਹੀਂ। ਨਹੀਂ ਬਾਂਸਾਂ ਵਾਲੀ ਗੱਲ ਤਾਂ ਮੈਂ ਆਖਿਆ ਕਿ ਨਹੀਂ ਪਤਾ ਹੋਣਾ ਕਿ ਇਹਨੂੰ ਬਾਂਸਾਂ ਨਾਲ ਬੰਨ ਕੇ ਮੰਜੀ ਜੇ ਬਾਂਸਾਂ ਦੀ ਸਾਨੂੰ ਨਹੀਂ ਪਤਾ ਤਾਂ ਸਾਨੂੰ ਵਜ੍ਹਾ ਕਿੰਜ ਪਤਾ ਹੈ? ਓਏ ਤੁਹਾਡੀ ਤਾਂ ਮੈਂ ਗੱਲ ਹੀ ਨਹੀਂ ਕੀਤੀ ਮੌਲਵੀ ਜੀ, ਉਹਨਾਂ ਵਜ੍ਹਾ ਕਿੰਜ ਪਤਾ? ਮੌਲਵੀ ਜੀ ਤੁਹਾਡੀ ਤਾਂ ਮੈਂ ਗੱਲ ਹੀ ਨਹੀਂ ਕੀਤੀ, ਤੁਸੀਂ ਤੇ ਐਵੇਂ ਗੰਡਾਸਾ ਚੁੱਕ ਕੇ ਦੌੜਦੇ ਆ ਜਾਂਦੇ ਹੋ ਪਿੱਛੋਂ। ਤੁਹਾਡੀ ਕਿਹਨੇ ਗੱਲ ਕਿ ਮੈਂ ਤੇ ਬਰੇਲਵੀ ਨੂੰ ਲੱਗਿਆ ਕੰਤਾਂ ਨੇ ਮਾਰਨ ਲੱਗਿਆ ਕਿ ਇਹਨੂੰ ਪਤਾ ਨਹੀਂ ਹੈ ਇਸ ਗੱਲ ਦਾ। ਤੁਹਾਡੀ ਤਾਂ ਗੱਲ ਹੀ ਨਹੀਂ ਕੀਤੀ ਹਜ਼ਰਤ ਸਾਹਿਬ। और नहीं भाई ਤੁਹਾਡੇ ਪੀਰ ਬੜੇ ਡਾਢੇ ਨੇ। ਆਮਿਰ ਭਾਈ ਅगर इजाजत ਹੋਵੇ ਤਾਂ ਇੱਕ ਸਵਾਲ ਕਰਨਾ ਅਗਰ ਟਾਈਮ ਹੈ ਤਾਂ। ਜੀ 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 ਜੀ। ਅੱਛਾ ਇਹ ਕਹਿੰਦੇ ਨੇ ਜੀ ਕਿ ਇਹ ਅੱਲਾਹ ਦੀ ਤਰਫੋਂ ਸਾਡੇ ਕੋਲ ਰਸੂਲ ਜਿਹੜਾ ਹੈ ਮਬੂਸ ਹੋਇਆ ਹੈ, ਨਬੀ ਆਇਆ ਸਾਡੇ ਕੋਲ, ਤੇ ਉਸ ਦੇ ਮਾਤਹਿਤ ਜਿਹੜਾ ਹੈ ਅਸੀਂ ਖਿਲਾਫਤ ਦਾ ਨਿਜ਼ਾਮ ਚਲਾਇਆ ਹੈ। ਲੇਕਿਨ ਇਹ ਕੀ ਸਟੋਰੀ ਹੈ ਕਿ ਇਹ ਫਿਰ ਸਾਰੇ ਫਿਕਰੀ ਮਸਾਇਲ ਜਿਹੜੇ ਨੇ ਫਿਕਾ ਹਨਫੀ ਦੇ ਫਾਲੋ ਕਰਦੇ ਨੇ? ਇਹ ਕਿ ਚੰਗਾ ਮਤਲਬ ਇੱਕ ਨਬੀ ਹੋ ਕੇ ਇੱਕ ਖਲੀਫਾ ਹੋ ਕੇ ਗੈਰ ਨਬੀ ਦੇ ਫਿਕੀ ਮਸਾਇਲ ਫਾਲੋ ਕਿਸ ਤਰ੍ਹਾਂ ਕਰਦੇ ਨੇ ਫਿਰ? ਇਹ ਵੀ ਬੜੀ ਖਾਸ ਸਟੋਰੀ ਜੇ। ਇਹ ਸਟੋਰੀ ਤੁਹਾਨੂੰ ਮੈਂ ਸੁਣਾਉਣਾ ਕਿ ਮਿਰਜ਼ਾ ਸਾਹਿਬ ਕੋਲ ਇੱਕ ਕੇਸ ਆ ਗਿਆ ਰਜ਼ਾਤ ਨਾਲ, ਤੇ ਮਿਰਜ਼ਾ ਸਾਹਿਬ ਉਤੇ ਫਤਵਾ ਦਿੱਤਾ ਹੈ ਕਿ ਇਹ ਨਿਕਾਹ ਕਾਇਮ ਰਹਿ ਸਕਦਾ। ਹਕੀਮ ਨੂਰਦੀਨ ਨੇ ਫਤਵਾ ਦੇ ਦਿੱਤਾ ਕਿ ਨਿਕਾਹ ਨਹੀਂ ਕਾਇਮ ਰਹਿ ਸਕਦਾ। ਉਸ ਫਤਵੇ ਨੇ ਇਤਨਾ ਅਸਰ ਹੋਇਆ ਕਿ ਮਿਰਜ਼ਾ ਸਾਹਿਬ ਦਾ ਫਤਵਾ ਤੇ ਹਕੀਮ ਨੂਰਦੀਨ ਦਾ ਮੰਨਿਆ ਗਿਆ। ਮਿਰਜ਼ਾ ਸਾਹਿਬ ਨੇ ਆਪਣਾ ਫਤਵਾ ਪਿੱਛੇ ਕਰਤਾ, ਹਕੀਮ ਨੂਰਦੀਨ ਦਾ ਮੰਨਿਆ ਨਹੀਂ। ਲੇਕਿਨ ਖਫਕੀ ਇਤਨੀ ਕੋਈ ਕਿ ਆਪੇ ਪੇਚਸ ਲੱਗ ਪਏ ਨੇ। ਹਕੀਕਤ ਗੱਲ ਹੈ, ਕਹਿੰਦੇ ਮੈਂ ਹਵਾਲਾ ਕੱਢ ਦੇਣਾ ਇਸ ਗੱਲ। ਪਤਾ ਮੈਨੂੰ ਵਾਲਾ ਹੈ, ਵਾਲਾ ਠੀਕ ਹੈ। ਨਹੀਂ ਮੈਨੂੰ ਹਾਸਾ ਇਸ ਤੋਂ ਹੈ ਜਿਹੜਾ ਤੂੰ ਹੈਗਾ ਖਫਕੀ ਇੰਨੀ ਹੋ ਗਈ ਪੇਚਸ ਲੱਗ ਗਏ ਵੀ ਬਿਸਤੀ ਹੋ ਗਈ ਮਰੀਜ਼ ਦੇ ਸਾਹਮਣੇ। ਇਸ ਗੱਲ ਤੋਂ ਹਾਸਾ ਹੈ। ਅਸਲ ਹਕੀਕਤ ਇਹ ਵੇ ਕਿ ਇਹ ਨਹੀਂ ਅਸੀਂ ਮਜ਼ਾਕ ਕਰਨ ਲੱਗੇ ਹਾਂ ਅਲੀ ਭਾਈ। ਅਸੀਂ ਇੱਥੇ ਫਿਰਕਾ ਵਰੀਅਤ ਸਾਡੇ ਕੋਲ ਖਤਮੇ ਨਬੂਵਤ ਵਾਲਾ, ਫਿਰ ਅਸੀਂ ਤਾਂ ਮਜ਼ਾਕ ਕਰਨੇ ਇੱਕ ਦੂਜੇ ਨਾਲ। ਬਰੇਲਵੀ ਭਾਬੀ ਵਾਲਾ ਮਿਸਾਲ ਹੈ ਇਹ ਅਮਰ ਭਾਈ। ਅਸੀਂ ਉਹ ਪੰਜਾਬੀ ਚ ਆਨੇ ਹੁੰਦੇ ਚੂਹੇ ਥੂਮੇ ਦੀ ਤੁਰੀ ਲੱਭੀ ਨਾ ਤੇ ਉਸ ਹਕਮਤ ਸ਼ੁਰੂ ਕਰ ਦਿੱਤੀ ਹੈ ਜੀ। ਹਾਂ ਬਸ ਇਹ ਜਿਹਾ ਹੀ ਕੰਮ ਹੈ ਇਸ ਦਾ ਵੀ। ਮੇਰਾ ਕਹਿਣ ਦਾ ਮਕਸਦ ਇਹ ਹੈ ਕਿ ਇਹਨੇ ਥੁੱਕ ਨਾਲ ਤੇ ਪਕੌੜੇ ਤਲੇ ਨੇ, ਉਹਦਾ ਫਿਰ ਇਹੋ ਹੀ ਨਤੀਜਾ ਆਉਣਾ ਸੀ ਨਾ। ਕੀ ਲੋਕਾਂ ਨੇ ਮਤਲਬ ਇਹ ਦਾਵਾ ਨਬੂਵਤ ਦਾ ਹੋਵੇ ਤੇ ਮੁਰੀਦ ਨੂੰ ਪੁੱਛੇ ਬਈ ਦੱਸੋ, ਇੱਕ ਮਿੰਟ ਵਸੀਮ ਭਾਈ ਮੈਂ ਲੈਣਾ ਤੁਹਾਨੂੰ। ਮੁਰੀਦ ਨੂੰ ਪੁੱਛੇ ਰਜ਼ਾਤ ਦਾ ਮਸਲਾ ਤੇ ਫਿਰ ਉਹਦੇ ਤੇ 4 ਹਰਫ ਪਾਣੇ ਚਾਹੀਦੇ ਨੇ, ਲਾਮ ਐਨ ਨੂਨ ਤੇ। ਜੀ ਵਸੀਮ ਭਾਈ अस्सलाम वालेकुम। ਵਾਲੇਕਮ ਅਸਲਾਮ। ਬਸ ਸਲਾਮ ਕਰਨਾ ਸੀ, ਬੜਾ ਅਰਸਾ ਹੋ ਗਿਆ ਤੁਹਾਨੂੰ ਸਲਾਮ ਨਹੀਂ ਕੀਤਾ। ਆਮਿਰ ਭਾਈ ਜ਼ਿਆ ਭਾਈ ਬੈਠੇ ਸਨ, ਮੈਂ ਉੱਤੇ ਆਣਾ ਮਗਰ ਮੈਂ ਖਾਮੋਸ਼ੀ ਦੇ ਨਾਲ ਬੈਠਾ ਰਹਿਣਾ, ਮੈਂ ਸਲਾਮ ਨਹੀਂ ਕਰਦਾ। ਇਸ ਲਈ ਮੈਂ ਕਿਹਾ ਨਾਰਾਜ਼ ਨਾ ਹੋਣਾ ਕਿ ਮੈਂ ਸਲਾਮ ਨਹੀਂ ਕਰਦਾ। ਤੁਹਾਡੇ ਨਾਲ ਨਾਰਾਜ਼ ਹੋ ਕੇ ਅਸੀਂ ਮਰਨਾ ਹੈ? ਹਾਂ ਕਿਉਂਕਿ ਮੈਂ ਆਪਣੇ ਆਪ ਨੂੰ ਬੜਾ ਤਬਦੀਲ ਕਰ ਰਿਹਾ, ਇਸ ਲਈ ਖਾਮੋਸ਼ ਹੀ ਰਹਿਣਾ ਹੁਣ। ਬਸ ਤਬਦੀਲ ਕਰ ਰਹੇ ਹੋ, ਖੈਰ ਹੈ ਨਾ? ਨਹੀਂ ਤਬਦੀਲ ਮਤਲਬ ਕਿ ਤੁਹਾਡੇ ਲਗਾਏ ਹੋਏ ਟੀਕੇ ਦੇ ਉੱਤੇ ਅਮਲ ਕਰ ਰਹੇ ਹਾਂ। ਕੋਈ ਗੱਲ ਨਹੀਂ ਕਰਨੀ ਕਿ ਖਾਮ ਖਾ ਗਲਤ ਗੱਲ ਨਿਕਲ ਜਾਏ ਤੇ ਫਿਰ ਜਿਹੜਾ ਨਾ ਪ੍ਰੋਬਲਮ ਉਹ ਤੁਹਾਡੀ ਤਰਫ ਜਾਂਦੀ ਹੈ ਕਿ ਦੇਖੋ ਇਹ ਕੀ ਕਰ ਰਹੇ ਨੇ ਬਹਿ ਕੇ ਇੱਥੇ। ਇਸ ਲਈ ਮੈਂ ਚੁੱਪ ਹੀ ਰਹਿਣਾ ਹੁਣ। बाकी सब खैर खैरियत है, तबीयत भी सही है, सब खैर खैरियत है अल्हम्दुलिल्लाह। अल्लाह ताला ਤੁਹਾਨੂੰ ਸਿਹਤ ਵਾਲੀ ਲੰਬੀ ਜ਼ਿੰਦਗੀ ਦੇ। मैं अक्सर आके ना सलाम नहीं करता, चुप कर जाना क्योंकि फिर ਤੁਹਾਡੀ ਗੱਲ ਦਾ ਨਾ ਤਸਲਸਲ ਟੁੱਟ ਜਾਂਦਾ ਹੈ ਵਿੱਚੋਂ। ਨਹੀਂ ਕੋਈ ਗੱਲ ਨਹੀਂ, ਬੰਦਾ ਟੈਕਸਟ ਚ ਲਿਖ ਦਿੰਦਾ ਤਾਂ ਵੀ ਠੀਕ ਚੱਲ ਜਾਂਦਾ ਤੇ ਯਾਰ ਉਹ ਤੇ ਆਪਣਾ ਇਮਰਾਨ ਦੇ ਮਲਿਕ ਸਾਹਿਬ ਦੇ ਨਾਲ ਤੇ ਨਜਬ ਦੇ ਨਾਲ ਸਲਾਮ ਦੁਆ ਹੁੰਦੀ ਰਹਿੰਦੀ ਹੈ ਤੇ ਬਸ ਮੈਂ ਖਾਮੋਸ਼ ਹੀ ਰਹਿਣਾ ਇਸ ਲਈ। ਚਲੋ ਤੁਸੀਂ ਕਰੋ, ਸੌਰੀ ਮੈਂ ਡਿਸਟਰਬ ਕੀਤਾ। ਮੈਂ ਸਲਾਮ ਚੌਧਰੀ ਕਾਸ਼ਿਫ ਸਾਹਿਬ ਨੇ ਕੋਈ ਚੌਧਰੀ ਕਾਸ਼ਿਫ ਸਾਹਿਬ ਬੋਲੋ ਜੀ। अस्सलाम वालेकुम। वालेकुम सलाम जी सर मैं सिर्फ इतना ही कहना चाहना वा भाई जितने साढ़े उलमा इकराम ने, मैं अहले सुन्नत हुआ, सानू सारे भरावां नूं उन्हां दी बहुत ज़्यादा इज्जत करनी चाहिए है, बहुत एहतराम करना चाहिए है। फिरका वैरीयत वध गई, चाहे कोई शिया है, वाबी है, कोई भी है, वो है ने ते असी हाँ, क्योंकि उन्हां दे जिहड़ा साडा दीन है उन्हां यानी किस्म दा संभालिया होया। मैं ये कह रहा वहाँ सारे एक दूजे के फिरका वैरी की इज्जत करनी चाहिए है,
ਆਪਸ ਵਿੱਚ ਮਿਲ ਬੈਠ ਕੇ ਪਿਆਰ ਨਾਲ ਬਹਿਣਾ ਚਾਹੀਦਾ ਹੈ, ਮਾਮਲੇ ਹੱਲ ਕਰਨੇ ਚਾਹੀਦੇ ਨੇ, ਨਾ ਕਿ ਆਪਸ ਵਿੱਚ ਲੜਨਾ ਚਾਹੀਦਾ। ਤੇ ਬੜੀ ਖੁਸ਼ੀ ਹੋਈ ਹੈ ਸਾਰੇ ਭਰਾਵਾਂ ਨਾਲ, ਮੈਂ ਪਹਿਲੀ ਵਾਰੀ ਬਰਾੜ ਤੇ ਆਇਆ ਤੁਹਾਡੀ ਤੇ ਤਾਂ ਕਿ ਕਿਸੇ ਦੂਸਰੇ ਫਿਰਕੇ ਨੂੰ ਮੌਕਾ ਨਾ ਲੱਭੇ ਨਾ ਵਿੱਚ ਆਉਣ ਦਾ। ਇਹ ਸਿਰਫ ਸਾਡੇ ਉਲਮਾ ਇਕਰਾਮ ਨੇ ਜਿਨ੍ਹਾਂ ਨੇ ਦੀਨ ਸਾਂਭਿਆ, ਯਕੀਨ ਕਰੋ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਵੈਰੀ ਮਚ। ਬਹੁਤ ਬਹੁਤ ਸ਼ੁਕਰੀਆ। ਖਤਮ ਨਬੂਵਤ ਵਾਲੇ ਪਲੇਟਫਾਰਮ ਉੱਤੇ ਫਿਰਕਾ ਵਰੀਅਤ ਤੇ ਐਗਜ਼ਿਸਟ ਹੀ ਨਹੀਂ ਕਰਦੀ। ਸਾਰੇ ਇੱਕ ਦੂਜੇ ਨਾਲ ਪਿਆਰ ਮੁਹੱਬਤ ਨਾਲ ਮਜ਼ਾਕ ਮਜ਼ੂਕ ਕਰਦੇ ਰਹਿੰਦੇ ਨੇ, ਉਹ ਟੀਚਰਾਂ ਟੂਚਰਾਂ ਕਰਦੇ ਰਹਿੰਦੇ ਨੇ, ਲੇਕਿਨ ਕੋਈ ਫਿਰਕਾ ਵਰੀਅਤ ਵਾਲੀ ਨਫ਼ਰਤ ਨਹੀਂ ਪਾਈ ਜਾਂਦੀ ਕਿਸੇ ਵਿੱਚ ਵੀ। ਬਿਲਕੁਲ, ਸਾਡਾ ਜਿਹੜਾ ਕਿਲਾ ਵਾ ਉਹ ਇੱਕ ਹੈ, ਸਾਡਾ ਜਿਹੜਾ ਕਿਲਾ ਵਾ ਉਹ ਇੱਕ ਹੈ, ਅਸੀਂ ਸਿਰਫ ਉਹਦੇ ਤੇ ਕਾਇਮ ਹਾਂ ਬਸ। ਮੈਂ ਆਪਣੀਆਂ ਅੱਖਾਂ ਨਾਲ ਮੁਸ਼ਾਹਿਦਾ ਕੀਤਾ ਹੈ ਕਿ ਕੋਈ ਦਿਓਬੰਦੀ ਹੈ, ਕੋਈ ਬਰੇਲਵੀ ਹੈ, ਕੋਈ ਅਹਿਲ ਹਦੀਸ ਹੈ, ਈਵਨ ਕੋਈ ਸ਼ੀਆ ਹੈ, ਉਹ ਕੋਈ ਗੱਲ ਪਿਆ ਕਰਦਾ ਹੈ, ਪਿੱਛੋਂ ਦੂਸਰਾ ਮੁਸਲਮਾਨ ਭਾਈ ਉਹਨੂੰ ਫੌਰਨ ਜਾ ਕੇ ਸਪੋਰਟ ਕਰੇਗਾ, ਉਹਨੂੰ ਹਵਾਲਾ ਦੇਗਾ, ਉਹਦੀ ਮਦਦ ਕਰੇਗਾ, ਉਹਨੂੰ ਮੈਸੇਜ ਕਰੇਗਾ ਅਗਰ ਉਹਦੀ ਜ਼ਰੂਰਤ ਪਵੇ ਤੇ ਇਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਚੀਜ਼ ਐਗਜ਼ਿਸਟ ਹੀ ਨਹੀਂ ਕਰਦੀ। ਹਾਂ, ਹੋਰ ਸ਼ੈਤਾਨ ਨੇ ਢੇਰ ਇੱਥੇ ਧੂਣੀ ਦਿੱਤੀ ਹੈ। ਤੁਸੀਂ ਤਾਂ ਪਹਿਲੀ ਵਾਰੀ ਆਏ ਹੋ ਤੇ ਜੇ ਅੱਗੋਂ ਬਾਰ-ਬਾਰ ਆਓਗੇ ਤਾਂ ਤੁਹਾਨੂੰ ਨਜ਼ਰ ਆ ਜਾਏਗੀ। ਸ਼ੈਤਾਨ ਨੇ ਹੋਰ ਬੜੀ ਧੂਣੀ ਦਿੱਤੀ, ਕਿਉਂਕਿ ਸ਼ੈਤਾਨ ਕਹਿ ਕੇ ਆਇਆ ਸੀ ਨਾ ਕਿ ਯਾ ਅੱਲਾ ਮੈਂ ਇਹਨਾਂ ਦੇ ਅੱਗੋਂ ਆਵਾਂਗਾ, ਮੈਂ ਇਹਨਾਂ ਦੇ ਪਿੱਛੋਂ ਦੀ ਆਵਾਂਗਾ, ਮੈਂ ਇਹਨਾਂ ਦੇ ਸੱਜੇ ਪਾਸਿਓਂ ਹੋ ਕੇ ਆਵਾਂਗਾ, ਮੈਂ ਇਹਨਾਂ ਦੇ ਖੱਬੇ ਪਾਸਿਓਂ ਹੋ ਕੇ ਆਵਾਂਗਾ, ਮੈਂ ਇਹਨਾਂ ਨੂੰ ਸਿਰਾਤੇ ਮੁਸਤਕੀਮ ਤੇ ਚੱਲਣ ਨਹੀਂ ਦੇਣ ਲੱਗਾ। ਤੇ ਉਹ ਫਿਰਕਾ ਵਰੀਅਤ ਤੋਂ ਹਟ ਕੇ ਹੋਰ ਕਈ ਮੁਸਲਮਾਨ ਨੇ ਜਿਹੜੇ ਇੱਕ ਦੂਜੇ ਦੇ ਉੱਤੇ ਲਾਨ ਤਾਨ ਗਾਲਮ ਗਲੋਚ, ਇੱਕ ਦੂਜੇ ਦੀਆਂ ਫੋਟੋਆਂ ਟੰਗੋ, ਇਹ ਖਤਮ ਨਬੂਵਤ ਦਾ ਸਹੀ ਨਹੀਂ ਕੰਮ ਪਿਆ ਕਰਦਾ, ਉਹ ਇਹ ਨਹੀਂ ਸਹੀ ਪਿਆ ਕੰਮ ਕਰਦਾ, ਇਹਦੇ ਵਿੱਚ ਇਹ ਗਲਤੀ, ਉਹਦੇ ਚ ਇਹੋ ਜਿਹੇ ਕੰਮ ਹੈ ਨੇ, ਲੇਕਿਨ ਫਿਰਕਾ ਵਰੀਅਤ ਐਗਜ਼ਿਸਟ ਨਹੀਂ ਕਰਦੀ ਇੱਥੇ। ਅੱਲਾਹ ਦਾ ਸ਼ੁਕਰ। ਸਹੀ ਫਰਮਾ ਰਹੇ ਹੋ, ਮਾਸ਼ਾਅੱਲਾ। ਕਿ ਮਿਰਜ਼ਾ ਕਾदियानी 26 ਮਈ 1908 ਵਾਲੇ ਦਿਨ ਸੁਬਾਹ 10 ਵਜੇ ਮਰਿਆ। ਸ਼ਾਮ ਨੂੰ ਉਹਨੂੰ ਮਸਲਾ ਬਣਿਆ ਪੇਚਿਸ਼ ਵਾਲਾ। 25 ਮਈ ਦੀ ਸ਼ਾਮ ਨੂੰ ਖਾਣਾ ਖਾਣ ਵੇਲੇ ਖਾਣਾ ਖਾ ਰਿਹਾ ਸੀ ਤੇ ਉਹਨੂੰ ਪੇਚਿਸ਼ ਸ਼ੁਰੂ ਹੋਏ ਨੇ। ਉੱਠ ਕੇ ਬਾਥਰੂਮ ਗਿਆ, ਪੇਚਿਸ਼ ਕਰਕੇ ਆਇਆ, ਫਿਰ ਆ ਕੇ ਪਤਾ ਨਹੀਂ ਖਾਣਾ ਖਾਧਾ ਜਾਂ ਨਹੀਂ ਖਾਧਾ, ਲੇਕਿਨ ਉੱਥੋਂ ਉਹਨੂੰ ਸ਼ੁਰੂ ਹੋਏ ਨੇ। ਰਾਤ ਸਾਰੀ ਉਹ ਪੇਚਿਸ਼ ਕਰਦਾ ਰਿਹਾ। ਸੁਬਾਹ 6:30 ਵਜੇ ਉਹਦੀ ਜ਼ੁਬਾਨ ਬੰਦ ਹੋ ਗਈ। ਜੀ ਬੜੀ ਭੈੜੀ ਮੌਤ ਮਰਿਆ ਵਾ। ਮੈਂ ਵੀ ਸਾਰਾ ਬਿਲਕੁਲ ਆਪਣੇ ਉਸਤਾਦਾਂ ਕੋਲ ਸਾਰੀ ਸੁਣੀ ਹੈ, ਦੱਸਦਾ ਤੇ ਬਹੁਤ ਵੈਰੀ ਗੱਲ ਇਸ ਤਰ੍ਹਾਂ ਦਾ ਜਿਹੜਾ ਅੰਜਾਮ ਹੈ ਭੈੜਾ ਹੀ ਹੁੰਦਾ। ਹਾਂਜੀ, 9:30 ਤੇ ਮਰਜ਼ਾਈਆਂ ਦੀ ਬਰੋਡ ਤੇ ਮੈਂ ਗਿਆ ਤੇ ਉੱਤੇ ਇੱਕ ਨਾ ਸਿਆਲਵੀ ਸਾਹਿਬ ਦੇ ਨਾਂ ਤੋਂ ਨਾ ਇੱਕ ਆਏ ਆਪਣੇ ਆਲਮ, ਉਹਨਾਂ ਇਤਨੀ ਕੁ ਸੋਹਣੀ ਗੱਲ ਉਹਨਾਂ ਨੇ ਕੀਤੀ, ਸਾਰੀ ਕੁਰਾਨ ਦੀਆਂ ਆਇਤਾਂ ਸਾਰੀਆਂ ਵਾਲਾ ਦਿੱਤਾ, ਬਹੁਤ ਸੋਹਣਾ, ਬਹੁਤ ਸੋਹਣਾ ਵਾਲਾ ਦਿੱਤਾ। ਪਰ ਇਹਨਾਂ ਦੀ ਸਮਝ ਕੋਈ ਗੱਲ ਨਹੀਂ, ਆਪਣੀ ਬਸ ਦਵਾਈ ਆਉਂਦੇ ਨੇ। ਉਹ ਫਿਰ ਅੱਲਾ ਦੇ ਬੰਦੇ ਕਹਿੰਦੇ ਨੇ ਮੈਂ ਤੁਹਾਡੇ ਨਾਲ ਮਜ਼ੀਦ ਬਹਿਸ ਨਹੀਂ ਕਰ ਸਕਦਾ, ਟੁਰ ਗਏ। ਯਾਨੀ ਕਿ ਸਮਝ ਸਕਦੇ ਹੈ ਹੀ ਨਹੀਂ ਭਾਈ, ਇਹ ਬਿਲਕੁਲ ਅੱਲਾ ਹੀ ਰਹਿਮ ਕਰੇ। ਉਹਨਾਂ ਕਸਮ ਪਾ ਲਈ ਹੈ ਨਾ, ਉਹਨਾਂ ਇਰਾਦਾ ਕਰ ਲਿਆ ਕਿ ਅਸੀਂ ਆਪਣੀ ਸਲਾਹ ਨਹੀਂ ਕਰਨੀ, ਅਸੀਂ ਗੁੰਮਰਾਹੀ ਸਟੇਟ ਟੂ ਸਟੇਟ ਕਸਮ ਹੈ ਬਿਲਕੁਲ। ਇਹ ਤੇ ਬੰਦਾ ਕੋਈ ਹੋਵੇ ਨਾ ਜਿਹੜਾ ਕੋਈ ਜਾਇਲ ਮੁਤਰਿਕ ਬੰਦਾ, ਜੇ ਕੁਰਾਨ ਵਾਂਗ ਤੁਸੀਂ ਮੰਨਣਾ, ਮੈਂ ਕੁਰਾਨ ਵਾਂਗ ਜੇ ਹਰ ਚੀਜ਼ ਵਾਜ਼ਿਆ ਹੈ, ਲਿਖੀ ਹਰ ਚੀਜ਼, ਇतना ਉਹਨਾਂ ਅੱਛਾ ਬਿਆਨ ਕੀਤਾ। ਔਰ ਮਜ਼ੇ ਦੀ ਗੱਲ ਹੈ, ਇਤਨੇ ਉਹ ਅੱਛੇ ਬੰਦੇ ਆ, ਯਕੀਨ ਕਰੋ ਮੇਰਾ ਤੇ ਹੋਰ ਈਮਾਨ ਤਾਜ਼ਾ ਹੋ ਗਿਆ ਉਹਨਾਂ ਦੀ ਗੱਲ ਸੁਣ ਕੇ। ਇਤਨੇ ਅੱਛੇ ਬੰਦੇ, ਇੱਕ ਵਾਰੀ ਨੂੰ ਗੁੱਸਾ ਨਹੀਂ ਕੀਤਾ ਉਹਨਾਂ ਦੀ ਕਿਸੇ ਗੱਲ ਦੇ ਵੀ, ਬੜੇ ਪਿਆਰ ਨਾਲ ਸਮਝਾਉਂਦੇ ਰਹੇ ਨੇ, ਬੜੇ ਪਿਆਰ ਨਾਲ। ਪਤਾ ਨਹੀਂ ਕਿਤਨੀ ਦੇਰ ਤਕਰੀਬਨ ਅੱਧਾ ਘੰਟਾ ਲੱਗੇ ਰਹੇ, ਪਰ ਇਹਨਾਂ ਦੀ ਗੱਲ ਵਿੱਚ ਸਮਝ ਨਹੀਂ ਆਈ ਨਾ, ਬਿਲਕੁਲ ਸਮਝ ਵੀ ਗੱਲ ਨਹੀਂ ਆਈ। ਯਾਨੀ ਕਿ ਅਜੀਬੋ ਗਰੀਬ ਹੀ ਮਖਲੂਕ ਹੈ, ਅੱਲਾਹ ਪਾਕ ਦਾ ਦੇ। ਤੇ ਉਹ ਮੈਂ ਕਹਿ ਰਿਹਾ ਸੀ ਕਿ ਸਵੇਰ 6:30 ਵਜੇ ਦੀ ਜ਼ੁਬਾਨ ਬੰਦ ਹੋਈ ਤੇ 9:30 ਵਜੇ 10 ਵਜੇ ਉਹਦੀ ਡੈਥ ਹੋਈ ਹੈ। ਤੇ ਪਿਛਲੇ ਟਾਈਮ ਅਸਰ ਦੀ ਨਮਾਜ਼ ਤੋਂ ਪਹਿਲੇ 3-4 ਵਜੇ ਦੇ ਦਰਮਿਆਨ ਕਿਰੇ ਇਹਨਾਂ ਮੰਜੀ ਚੁੱਕ ਕੇ ਸਟੇਸ਼ਨ ਤੇ ਖੜੀ ਹੈ ਤੇ ਉੱਥੋਂ ਲੈ ਕੇ ਜਾਣੀ ਸੀ ਕਾਦੀਆਨ। ਤੇ 10 ਤੋਂ ਲੈ ਕੇ ਤੇ 3 ਵਜੇ ਤਾਈਂ ਗਿਣੀਏ ਤੇ 5 ਘੰਟੇ ਟੋਟਲ ਬੰਦੇ ਨੇ, ਲੇਕਿਨ 5 ਘੰਟਿਆਂ 'ਚ ਹੀ ਉਹਦੀ ਲਾਸ਼ ਨੂੰ ਬਰਫ਼ ਲਾਉਣ ਦੀ ਜ਼ਰੂਰਤ ਪੈ ਗਈ ਸੀ। ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਕਿੱਡੀ ਉਹਦੀ ਗੰਦੀ ਮੌਤ ਸੀ ਕਿ 5 ਘੰਟੇ ਦੇ ਵਿੱਚ ਹੀ ਉਹਦੀ ਬਾਡੀ ਜਿਹੜੀ ਹੈ ਉਹ ਬੋ ਮਾਰ ਗਈ ਸੀ। ਜੀ 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 ਬਿਲਕੁਲ ਇਹ ਗੱਲ ਹੈ, ਠੀਕ ਹੈ। ਮਰਜ਼ਾਈ ਜਿਹੜੇ ਨੇ ਇਹਨਾਂ ਨੂੰ ਇੰਨੀ ਨਹੀਂ ਸਮਝ ਆਉਂਦੀ
ਕਿ ਜਿਹੜੇ ਬੰਦੇ ਦਾ ਨਬੂਵਤ ਦਾ ਦਾਅਵਾ ਹੋਵੇ ਉਹਦੀ ਲਾਸ਼ ਨੂੰ 5 ਘੰਟੇ ਦੇ ਅੰਦਰ ਅੰਦਰ ਬਰਫ਼ ਲਾਉਣ ਦੀ ਲੋੜ ਪੈ ਜਾਂਦੀ ਹੈ। ਅੱਲਾਹ ਅਕਬਰ। ਮੌਤ ਦੀ ਬੜੀ ਭੈੜੀ ਹੋਈ। ਉਸਤਾਦ ਫਰਮਾਉਂਦੇ ਨੇ ਸਾਡੇ ਵੀ ਉਹ ਗੁੜ ਖਾਂਦਾ ਹੁੰਦਾ ਆ ਤੇ ਗੁੜ ਦੀ ਡਲੀ ਉਹਦੀ ਜੇਬ ਵਿੱਚ ਹੁੰਦੀ ਹੈ ਤੇ ਜਿਹੜੇ ਕਈ ਵਾਰੀ ਇਸਤੰਜਾ ਕਰਦਾ ਐਸੀ ਅਕਲ ਉਹਦੀ ਜਿਹੜੀ ਅੱਲਾਹ ਪਾਕ ਨੇ ਮਾਰ ਦਿੱਤੀ, ਉਹ ਕਈ ਵਾਰੀ ਉਹ ਯਾਨੀ ਕਿ ਉਹ ਕਨਵਰਟ ਹੋ ਜਾਂਦਾ ਹੈ ਗੁੜ ਤੇ ਉਹ ਟੀਮ ਹੁੰਦੀ ਹੈ ਜਦੋਂ ਇਸਤੰਜਾ ਕਰਦਾ। अस्सलाम वालेकुम अमर भाई, एक सवाल आया ਤੁਹਾਡੇ ਵਾਸਤੇ। ਜੀ ਸਵਾਲ ਆਇਆ ਕਿ ਜੀ ਇਹਨੂੰ ਪੁੱਛੋ ਜੋ ਕਿ ਤੁਹਾਨੂੰ ਕਹਿੰਦੇ ਨੇ ਆਹ ਕਿ ਇਸ ਖੰਜ਼ੀਰ ਨੂੰ ਪੁੱਛੋ ਕਿ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਜਿਹੜੇ ਨੇ ਉਹਨਾਂ ਦੀ ਜਿਹੜਾ ਜਸਦੇ ਹਾਕੀ ਉਹ ਕਿੰਨੇ ਦਿਨ ਪਿਆ ਰਿਹਾ? ਸੁਭਾਨ ਅੱਲਾਹ ਸੁਭਾਨ ਅੱਲਾਹ। 3 ਦਿਨ ਆ ਕੇ ਸਾਹਬਾ ਜ਼ਿਆਰਤ ਕਰਦੇ ਰਹੇ ਨੇ, ਦਰੂਦ ਪੜ੍ਹਦੇ ਰਹੇ ਨੇ। 3 ਦਿਨ ਪਿਆਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਦਾ ਜਸਦੇ ਅਤਹਰ ਪਿਆ ਰਿਹਾ। ਸਮੈਲ ਤੇ ਬੜੀ ਦੂਰ ਦੀ ਗੱਲ ਏ, ਖੁਸ਼ਬੂਆਂ ਨਾਲ ਮੁਅੱਤਰ ਸੀ ਸਾਰਾ ਕਮਰਾ। ਮਾਸ਼ਾਅੱਲਾ। ਉਮੁਲ ਮੋਮਿਨੀਨ ਦਾ ਸਾਰਾ ਉਜਰਾ ਜਿਹੜਾ ਨਾ ਉਹ ਖੁਸ਼ਬੂਆਂ ਨਾਲ। ਉਮੁਲ ਮੋਮਿਨੀਨ ਆਇਸ਼ਾ ਸਦੀਕਾ ਰਜ਼ੀ ਅੱਲਾਹ ਤਾਲਾ ਅਨਹਾ ਕਹਿੰਦੀਆਂ ਨੇ ਕਿ ਨਬੀ ਅਲੈਹਿ ਸਲਾਮ ਦਾ ਸਿਰ ਮੁਬਾਰਕ ਮੇਰੀ ਝੋਲੀ 'ਚ ਸੀ। ਕਿਉਂ ਇਹ ਤੁਸੀਂ ਸਵਾਲ ਕਰਦੇ ਹੋ? ਨਬੀ ਪਾਕ ਨਾਲ ਕੀ ਕੰਪੈਰੀਜ਼ਨ? ਇਹ ਤੇ ਗੰਦੀ ਨਾਲੀ ਦੀ ਇੱਟ ਏ, ਤੁਸੀਂ ਇਹਨੂੰ ਚਬਾਰੇ ਤੇ ਲਾਣਾ ਚਾਹੁੰਦੇ ਹੋ? ਇਸ ਗੰਦੀ ਮੌਤ ਦਾ ਨਬੀਆਂ ਦੀ ਵਫਾਤ ਨਾਲ ਕੀ ਕੰਪੈਰੀਜ਼ਨ ਹੈ? ਨਬੀ ਅਲੈਹਿਸਲਾਮ ਉਮੁਲ ਮੋਮਿਨੀਨ ਮਰਜ਼ਈ ਨਹੀਂ ਪੁੱਛਿਆ ਨਾ, ਆਦੀ ਉਹ ਤਾਂ ਜ਼ਾਹਿਰ, ਹਾਂਜੀ ਜ਼ਾਹਿਰ ਹੈ। ਆਹੋ ਆ ਮੈਂ ਬੈਗ ਨਹੀਂ ਸਾਂ ਗਿਆ, ਫੋਨ ਸੁਣ ਕੇ ਆਇਆ। ਜਾਂ ਤੇ ਮੁਰਜ਼ਈ ਤੋਂ ਪੁੱਛ ਸਕਦਾ ਤੇ ਜਾਂ ਮਰਜ਼ਈ ਪੁੱਛ ਸਕਦਾ। ਸੁਣਾਓ ਫਿਰ ਉਹਨਾਂ ਨੂੰ, ਆਖੋ ਬਨੇਰੇ ਤੇ ਬਹਿ ਕੇ ਸੁਣਨ ਵਾਲਿਓ ਸੁਣੋ ਮਰਜ਼ਾਈਓ, ਸੁਣ ਲਿਆ ਨੇ, ਇੱਥੇ ਹੀ ਬੈਠੇ ਹੋਏ ਨੇ, ਸੁਣੋ ਬਹਿ ਕੇ ਕਿ ਨਬੀ ਅਲੈਹਿਸਲਾਤੁ ਵਸਲਾਮ ਦਾ ਸਿਰ ਮੁਬਾਰਕ ਉਮੁਲ ਮੋਮਿਨੀਨ ਆਇਸ਼ਾ ਸਦੀਕਾ ਰਜ਼ੀ ਅੱਲਾਹ ਤਾਲਾ ਅਨਹਾ ਦੀ ਝੋਲੀ 'ਚ ਸੀ। ਤੇ ਸਈਦਾ ਆਇਸ਼ਾ ਸਦੀਕਾ ਕਹਿੰਦੀਆਂ ਨੇ ਕਿ ਅਸੀਂ ਵੇਖਿਆ ਨਬੀ ਅਲੈਹਿ ਸਲਾਮ ਨੇ ਅਸਮਾਨ ਵੱਲ ਉਂਗਲ ਚੁੱਕੀ ਤੇ ਫਰਮਾਇਆ ਮਾਲ ਲਜ਼ੀਨ ਅਨਅਮ ਅੱਲਾਹੁ ਅਲੈਹਿਮ, ਮਾਲ ਲਜ਼ੀਨ ਅਨਅਮ ਅੱਲਾਹੁ ਅਲੈਹਿਮ, ਮੈਂ ਉਹਨਾਂ ਦਾ ਸਾਥ ਚਾਹਨਾ। ਮਾਲ ਲਜ਼ੀਨ ਅਨਅਮ ਅੱਲਾਹੁ ਅਲੈਹਿਮ, ਇਨਾਮ ਯਾਫਤਾ ਲੋਕਾਂ ਦਾ ਸਾਥ ਚਾਹਨਾ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੂੰ ਇਖਤਿਆਰ ਦਿੱਤਾ ਗਿਆ, ਤੁਸੀਂ ਦੁਨੀਆ ਤੇ ਰਹਿਣਾ ਚਾਹੁੰਦੇ ਹੋ ਜਾਂ ਵਾਪਸ ਆਣਾ ਚਾਹੁੰਦੇ ਹੋ? ਨਬੀ ਪਾਕ ਨੇ ਫਰਮਾਇਆ ਮਾਲ ਲਜ਼ੀਨ ਅਨਅਮ ਅੱਲਾਹੁ ਅਲੈਹਿਮ, ਮੈਂ ਉਹਨਾਂ ਦਾ ਸਾਥ ਚਾਹਨਾ ਜਿਹੜੇ ਜਿਨ੍ਹਾਂ ਤੇ ਇਨਾਮ ਨਾਜ਼ਲ ਹੋਇਆ। ਇਨਾਮ ਕਿਹਨਾਂ ਤੇ ਨਾਜ਼ਲ ਹੋਇਆ ਹੈ? ਉਹ ਕੁਰਾਨ ਦੀ ਸੂਰਾ ਨਸਾ ਦੀ ਤੋਂ ਸਾਰਿਆਂ ਨੂੰ ਯਾਦ ਹੈ, ਮਰਜ਼ਈਆਂ ਨੂੰ। ਇਹ ਆਇਤ ਨੇ ਬੜੀ ਯਾਦ ਕੀਤੀ, ਵਮਨ ਯੁਤਿ'ਿ ਵਰ ਰਸੂਲ من يطع الله والرسول فأولئك مع الذين أنعم الله عليهم من النبيين والصديقين والشهداء والصالحين وحسن أولئك رفيقا। اے نہیں انعام یافتہ گروہ، میں انعام یافتہ لوگوں کے کول جانا چاہنا۔ پھر آپ نے فرمایا اللہم الرفیق الاعلی، اللہم الرفیق الاعلی، اللہم الرفیق الاعلی۔ تو نبی پاک دی روح परवाज की तो उम्मुल मोमिनीन आयशा सदीका रजी अल्लाह ताला अन्हा कहदियां ने कि मैं ऐसी खुशबू महसूस की थी जो मैं सारी जिंदगी नहीं कदे महसूस की है। ऐसी वो पाक रूह सी, कहंदे मैनू ऐसी खुशबू आई है जी मैं सारी जिंदगी नहीं कदे महसूस की है। उन्हां दी ते रूह जिस वेले निकल के गई है तो खुशबू ही खुशबू सी। इनू मरदूद नू 3 घंटियां बाद बर्फ लानी पै गई सी। दसो मरजाइयो क्यों इनू बर्फ लानी पई है? इनू संदूक च रखे नू भी इहदी स्मैल जिहड़ी साह नहीं सी लैण पई देंदी ते ओनू बर्फां लांदे फिरदे सी बई इहदी स्मैल जिहड़ी है लाहौर स्टेशन ते लैके जाण तक गली च ना फैल जे पूरी च। इहदा तुसीं पुछो भी मुसैलमा कज़ाब दी मौत किंज होई सी, इह पुछो। इहदा कंपैरिजन करना है ते मुसैलमा कज़ाब नाल करो। सच्चे नबियां नाल तुसीं इहदा मुवाज़ना करदे हो। उन्हां नूं ते इख्तियारी मौत अल्लाह ताला इख्तियार दिता, उन्हां दी मौत इख्तियारी सी। ਇਹਦੀ मौत ना उम्मीदी, मायूसी और बेइख्तियारी दी मौत सी, मजबूरी और माजूरी दी मौत सी। मूंह मंगी मौत। ਇਹ ਮੂੰਹ 'ਚ ਕੋਈ ਗੱਲ ਕਰਦਾ ਸੀ ਤੇ ਮੁਰੀਦਾਂ ਨੂੰ ਕੁਝ ਕਹਿੰਦਾ ਸੀ ਤੇ ਉਹਨਾਂ ਨੂੰ ਸਮਝ ਨਹੀਂ ਸੀ ਆਉਂਦੀ। ਕਿੱਥੇ ਲਿਖਿਆ ਹੈ? ਸੀਰਤੁਲ ਮਹਿਦੀ 'ਚ ਲਿਖਿਆ ਹੈ। ਇਹ ਮਹਿੰਦੀ ਦੀ ਸੀਰਤ ਵਿੱਚ ਲਿਖਿਆ ਹੈ, ਤੁਹਾਡੇ ਮਹਿੰਦੀ ਦੀ ਸੀਰਤ ਵਿੱਚ
ਕਿ ਇਹ ਕੋਈ ਸ਼ੈ ਮੰਗਦਾ ਸੀ ਤੇ ਉਹ ਮਰੀਜ਼ਾਂ ਨੂੰ ਸਮਝ ਨਹੀਂ ਸੀ ਆਉਂਦੀ। ਪਤਾ ਕਿਸ ਤਰ੍ਹਾਂ? ਕਦੇ ਵੇਖਿਆ ਜੇ ਕਿਸੇ ਬੰਦੇ ਨੂੰ ਇਹੋ ਜਿਹੀ ਹਾਲਤ ਵਿੱਚ ਆ ਕਰਕੇ ਨਹੀਂ ਬੰਦਾ ਬੋਲਦਾ, ਜਿਸ ਵੇਲੇ ਗਰਗਰਾ ਧਾਰੀ ਹੁੰਦਾ ਹੈ। ਇਹ ਬੋਲਦਾ ਸੀ, ਉਹਨਾਂ ਕੋਲ ਕੁਛ ਸ਼ੈ ਮੰਗਦਾ ਸੀ, ਉਹਨਾਂ ਨੂੰ ਸਮਝ ਨਹੀਂ ਸੀ ਆਉਂਦੀ। ਉਹਨਾਂ ਆਖਿਆ हजरत जी आप बात कर रहे हैं लेकिन हमें समझ नहीं आ रही। ਤੇ ਇਹ ਕਾਗਜ਼ ਕਲਮ ਲਓ, ਤੁਸੀਂ ਸਾਰੀ ਜ਼ਿੰਦਗੀ 85 ਕਿਤਾਬਾਂ ਲਿਖੀਆਂ ਨੇ, ਮਕਤੂਬਾਤ ਦਾ ਮਜਮੂਆ, ਇਸ਼ਤਿਹਾਰਾਤ ਦਾ ਮਜਮੂਆ, ਮਲਫੂਜ਼ਾਤ ਦਾ ਮਜਮੂਆ ਹੈ, ਇਹਦੇ ਤੇ ਲਿਖ ਕੇ ਦੇ ਦਿਓ ਤੁਹਾਨੂੰ ਕੀ ਪ੍ਰੋਬਲਮ ਹੈ। ਲਿਖ ਕੇ ਦੇ ਦਿਓ ਕਾਗਜ਼ ਦੇ ਉੱਤੇ ਬਈ ਤੁਹਾਨੂੰ ਕੀ ਮਸਲਾ ਹੈ। ਇਹਨੇ ਕਾਗਜ਼ ਫੜਿਆ, ਕਾਗਜ਼ ਤੇ ਉਹਨਾਂ ਅੱਗੇ ਰੱਖਿਆ ਤੇ ਕਲਮ ਇਹਦੇ ਹੱਥ ਵਿੱਚ ਫੜਾਇਆ ਵੀ ਇਹਦੇ ਉੱਤੇ ਲਿਖੋ। ਬੋਲਿਆ ਨਹੀਂ ਜਾ ਰਿਹਾ ਤੁਹਾਡੇ ਕੋਲੋਂ ਤੇ ਤੁਸੀਂ ਇਹਦੇ ਉੱਤੇ ਲਿਖੋ ਕਿ ਕੀ ਤੁਸੀਂ ਚਾਹੁੰਦੇ ਹੋ। ਇਹਨੇ ਲਿਖਣ ਦੀ ਕੋਸ਼ਿਸ਼ ਕੀਤੀ ਤੇ ਸੀਰਤੁਲ ਮਾਦੀ ਚ ਲਿਖਿਆ ਹੈ कि कागज पर कलम घिसटता चला गया। लिखिया नहीं गया ਇਹਦੇ ਕੋਲੋਂ, ਬੋਲਿਆ ਵੀ ਨਹੀਂ ਸੀ ਜਾ ਰਿਹਾ ਤੇ ਲਿਖਿਆ ਵੀ ਨਹੀਂ ਸੀ ਜਾ ਰਿਹਾ। ਹਮੈਂਟੀ ਚੁੱਪ ਕਰ ਜਾ, ਮੈਂ ਜਿਹੜੀ ਗੱਲ ਕਰਨ ਲੱਗਿਆ ਫਜ਼ੂਲ ਹੈ। ਮੈਸੇਜ ਤੇ ਮੈਸੇਜ ਕਰੀ ਜਾਂਦਾ। ਫਿਰ ਇਹਦੇ ਕੋਲੋਂ ਨਾ ਬੋਲਿਆ ਜਾ ਰਿਹਾ ਸੀ ਨਾ ਲਿਖਿਆ ਜਾ ਰਿਹਾ ਸੀ। ਕਾਗਜ਼ के ऊपर कलम घिसटता चला गया ਤੇ ਸਮਝ ਹੀ ਨਾ ਆਈ ਵੀ ਇਹ ਕੀ ਕਹਿਣਾ ਚਾਹੁੰਦਾ ਹੈ। ਕੀ ਹੋਇਆ ਫਿਰ ਉਹਨਾਂ ਅੰਦਾਜ਼ੇ ਨਾਲ ਹੀ ਉਹ ਡਾਕਟਰ ਨੇ ਨਾ ਸੂਆ ਲੈ ਕੇ ਬਰਫ਼ ਵਾਲਾ ਤੇ ਉਹ ਇਹਦੇ ਛਾਤੀ ਦੇ ਵਿੱਚ ਮਾਰ ਕੇ ਉਹਦੇ ਵਿੱਚ ਪਚਕਾਰੀ ਮਾਰੀ। ਉਦੋਂ ਪਚਕਾਰੀ ਕਹਿੰਦੇ ਸੀ, ਬਾਅਦ 'ਚ ਫਿਰ ਸਿਰਿੰਜ ਵਾਲਾ ਟੀਕਾ ਟੂਕਾ ਬਣ ਗਿਆ ਉਹਦਾ ਨਾਂ। ਛਾਤੀ ਦੇ ਵਿੱਚ ਇਹਦੇ ਟੀਕਾ ਮਾਰਿਆ ਤੇ ਉਹ ਇਹਦੀ ਛਾਤੀ ਦੇ ਉੱਤੇ ਮਾਸ ਸਾਰਾ, ਗੋਸ਼ਤ ਸਾਰਾ ਉੱਭਰ ਆਇਆ। ਇਹਦੀ ਉਸ ਕੈਫੀਅਤ ਨੂੰ ਵੇਖ ਕੇ ਵੀ ਇੱਕ ਤੇ ਉਹਨੂੰ ਦਰਦ ਬੜੀ ਹੋਈ ਤੇ ਉਹ ਕੁਰਲਾਇਆ ਵੀ ਮਰ ਗਿਆ ਮੈਂ ਥਾਂ। ਉਸ ਮਜਬੂਰੀ ਦੇ ਆਲਮ 'ਚ ਜਿਸੇ ਉਹਨਾਂ ਸੂਆ ਮਾਰ ਕੇ ਤੇ ਪਚਕਾਰੀ ਮਾਰੀ ਹੈ, ਇੱਕ ਤੇ ਇਹ ਕੁਰਲਾਇਆ। ਦੂਜਾ ਜਿਹੜੇ ਦੁਆਲੇ ਖਲੋਤੇ ਸਨ ਬੰਦੇ, ਉਹਨਾਂ ਨੂੰ ਵੀ ਬੜੀ ਤਕਲੀਫ ਹੋਈ ਵੀ ਇਹਨੂੰ ਐਡਾ ਸੂਆ ਕਾਹਨੂੰ ਮਾਰਿਆ ਮਰਨ ਲੱਗਿਆ। ਉਹ ਕਹਿੰਦੇ ਨੇ ਕਿ ਸਾਨੂੰ ਵੀ ਬੜੀ ਤਕਲੀਫ ਹੋਈ ਕਿ ਇਹਦੀ ਤਕਲੀਫ ਇਹਨੂੰ ਇੰਨੀ ਹੋਈ ਹੈ, ਬਰਫ਼ ਵਾਲੇ ਸੂਏ ਦੀ ਮੋਟੀ ਸੂਈ ਵਾਲਾ ਸਿਰਿੰਜ ਮਾਰਿਆ। ਸੋ ਗੱਲ ਇਹ ਹੈ ਕਿ ਇਹਦੀ ਮੌਤ ਬੇਇਖਤਿਆਰੀ ਦੀ, ਮਜਬੂਰੀ ਦੀ ਔਰ ਮਾਜ਼ੂਰੀ ਦੀ ਮੌਤ ਸੀ ਔਰ ਤਕਲੀਫ ਦੇ ਮੌਤ ਸੀ। ਤੇ ਸੱਚੇ ਨਬੀਆਂ ਦੀ ਮੌਤ ਇਖਤਿਆਰੀ ਮੌਤ ਹੁੰਦੀ ਹੈ, ਖੁਸ਼ਬੂਦਾਰ ਮੌਤ ਹੁੰਦੀ ਹੈ। ਗੱਲਾਂ ਕਰਦਿਆਂ ਜਾਂਦੇ ਨੇ ਅੱਲਾ ਨਾਲ, ਪਹਿਲਾਂ ਬੰਦਿਆਂ ਨਾਲ, ਤੇ ਵਿਦਿਆ ਹੋ ਜਾਂਦੇ ਨੇ। ਉਹ ਦੁਨੀਆ ਤੋਂ ਇੰਜ ਜਾਂਦੇ ਨੇ। ਇਹਦੇ ਕੋਲੋਂ ਗੱਲ ਹੀ ਨਹੀਂ ਸੀ ਮੂੰਹ 'ਚੋਂ ਨਿਕਲਦੀ ਪਈ। ਇਹਨੂੰ ਕਾਗਜ਼ ਕਲਮ ਦਿੱਤਾ, ਇਹਦੇ ਕੋਲ ਲਿਖਣੀ ਕੱਖ ਨਹੀਂ ਹੋਇਆ। ਇਹ ਜੇ ਇਹਦੀ ਮੌਤ। ਇਹਦੀ ਮੌਤ ਪਤਾ ਕਰਨੀ ਹੈ ਤੇ ਮੁਸਲਮਾਨ ਕਜ਼ਾਬ ਦੀ ਮੌਤ ਵੇਖੋ, ਉਹ ਝੂਠਿਆਂ ਮਦਈਆਂ ਨੇ ਨਬੂਵਤ ਦੀ ਮੌਤ ਵੇਖੋ। ਇਹਦਾ ਤੁਸੀਂ ਨਬੀਆਂ ਨਾਲ ਕੰਪੈਰੀਜ਼ਨ ਕਰਦੇ ਹੋ। ਨਬੀ अलैहिस्सलातु वस्सलाम ਸੁੱਤੇ ਸਨ, ਇੱਕ ਦਿਨ ਸੁੱਤੇ ਸਨ ਤੇ ਪਸੀਨਾ ਆਇਆ ਸੀ, ਗਰਮੀ ਸੀ ਬੜੀ। ਆਪ ਦੇ ਜਿਸਮ ਚੋਂ ਜਿਹੜਾ ਪਸੀਨਾ ਨਿਕਲ ਰਿਹਾ ਸੀ ਉਹ ਇੱਕ ਸ਼ੀਸ਼ੀ ਵਿੱਚ ਪਾ ਲਿਆ ਗਿਆ, ਇੱਕ ਬੋਤਲ ਵਿੱਚ ਜਾਂ ਕਿਸੇ ਬਰਤਨ 'ਚ ਪਾ ਲਿਆ ਗਿਆ। ਨਬੀ अलैहिस्सलाम ਨੇ ਪੁੱਛਿਆ ਵੀ ਕਿਉਂ ਤੁਸੀਂ ਇਹ ਪਸੀਨਾ ਇਕੱਠਾ ਪੇ ਕਰਦੇ ਹੋ? ਉਹਨਾਂ ਕਿਹਾ ਯਾ ਰਸੂਲ ਅੱਲਾਹ, ਜਿਹੜੀ ਇਹਦੇ 'ਚ ਖੁਸ਼ਬੂ ਆਉਂਦੀ ਤੁਹਾਡੇ ਪਸੀਨੇ 'ਚ, ਅਸੀਂ ਇਹੋ ਜਿਹੀ ਖੁਸ਼ਬੂ ਕਦੇ ਵੇਖੀ ਨਹੀਂ ਹੈ। ਇਹ ਸਜੇ ਨਬੀ अलैहिस्सलातु वस्सलाम ਦਾ ਜਿਸਮੇ ਅਥਰ ਕਿ ਹਸਾਨ ਕਹਿੰਦੇ ਨੇ ਰਜ਼ੀ ਅੱਲਾਹ ਤਾਲਾ ਅਨਹੂ ਕਿ ਅਸੀਂ ਗਏ ਜਦੋਂ ਨਬੀ अलैहिस्सलातु वस्सलाम ਨੂੰ ਮੈਂ ਮਿਲਣ ਗਿਆ ਤੇ ਦਰਵਾਜ਼ਾ ਖੜਕਾਇਆ ਤੇ ਉਹਨਾਂ ਨੇ, ਘਰ ਵਾਲਿਆਂ ਨੇ ਦੱਸਿਆ ਕਿ ਨਬੀ ਪਾਕ ਘਰ ਨਹੀਂ ਹਨ। ਤੇ ਕਹਿੰਦੇ ਨੇ ਮੈਂ ਪੁੱਛਿਆ ਵੀ ਕਿੱਧਰ ਗਏ ਨੇ ਤੇ ਉਹਨਾਂ ਆਖਿਆ ਵੀ ਇਹ ਵੀ ਦੱਸ ਕੇ ਵੀ ਨਹੀਂ ਗਏ ਕਿੱਧਰ ਗਏ ਨੇ। ਤੇ ਹਸਾਨ ਕਹਿੰਦੇ ਨੇ ਮੈਂ ਗਲੀ ਦੇ ਵਿੱਚ ਖਲੋ ਕੇ ਨਾ ਤੇ ਖੁਸ਼ਬੂ ਮਹਿਸੂਸ ਕੀਤੀ। ਪਿਆਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਜਿੱਧਰ ਨੂੰ ਗਏ ਨੇ ਉਧਰੋਂ ਖੁਸ਼ਬੂ ਆ ਰਹੀ ਸੀ। ਕਹਿੰਦੇ ਨੇ ਮੈਂ ਉਸ ਖੁਸ਼ਬੂ ਦੇ ਪਿੱਛੇ ਪਿੱਛੇ ਚੱਲਦਾ ਚਲਾ ਗਿਆ। ਜਿੱਧਰੋਂ ਖੁਸ਼ਬੂ ਆ ਰਹੀ ਸੀ
हवा जिस तरफ तो खुशबूदार आ रही सी, मैं उधर ही चलदा चला गया ਤੇ चलदा गया ਤੇ ਜਾ ਕੇ ਵੇਖਿਆ ਤੇ ਮਸਜਿਦ ਨਬਵੀ ਦੇ ਵਿੱਚ ਨਬੀ अलैहिस्सलाम ਯਮਨੀ ਚਾਦਰ ਲਈ ਤੇ ਮਸਜਿਦ ਵਿੱਚ ਸੁੱਤੇ ਸੀ। ਠਹਿਰ ਕੇ ਉਹ ਐਸੇ ਖੁਸ਼ਬੂਦਾਰ ਨਬੀ ਸਨ, ਐਸੇ ਮੁਤahhਰ ਔਰ ਪਾਕ ਵਜੂਦ ਸਨ। ਇਹ ਜਿਹੜਾ ਇਹਦੇ ਬਾਰੇ ਪਤਾ ਕੁਰਾਨ ਨੇ ਕੀ ਆਖਿਆ? वमन अज़लम मिम्मन इफ्तरा अलल्लाहि काज़िबा औ काला ऊहिया इलैया वलम यूहा इलैहि शैउन वमन काला सउनज़िलु मिस्ल मा अनज़लल्लाह। ਉਹਦੇ ਤੋਂ ਵੱਡਾ ਜ਼ਾਲਮ ਕੌਣ ਹੋ ਸਕਦਾ ਹੈ ਜਿਹੜਾ ਅੱਲਾਹ ਤੇ ਝੂਠ ਬੰਨੇ, ਇਫਤਰਾ ਕਰੇ, ਮਿਮਨ ਇਫਤਰਾ ਅਲੱਲਾਹ, ਅੱਲਾਹ ਤੇ ਇਫਤਰਾ ਕਰੇ, ਜਾਂ ਇਹ ਆਖੇ ਤੇ ਮੇਰੇ ਤੇ ਵਹੀ ਆਉਂਦੀ, ਕਾਲਾ ਊਹਿਆ ਇਲੈਇਆ, ਇਹ ਆਖੇ ਕਿ ਮੇਰੇ ਤੇ ਵਹੀ ਆਉਂਦੀ ਏ, ਹਾਲਾਂਕਿ ਉਹਦੇ ਤੇ ਕੋਈ ਵਹੀ ਨਾਜ਼ਲ ਨਹੀਂ ਹੁੰਦੀ। ਉਹਦੇ ਤੋਂ ਵੱਡਾ ਜ਼ਾਲਮ ਕੋਈ ਨਹੀਂ ਹੁੰਦਾ। ਉਹਦੇ ਤੋਂ ਵੱਡਾ, ਉਸ ਮੁਫਤਰੀ ਤੋਂ ਵੱਡਾ ਜ਼ਾਲਮ ਕੁਰਾਨ ਦਾ ਫੈਸਲਾ ਹੈ, ਕੋਈ ਨਹੀਂ ਹੋ ਸਕਦਾ ਉਹਦੇ ਤੋਂ ਵੱਡਾ। ਜਾਂ ਫਿਰ ਜਿਹੜਾ ਇਹ ਆਖੇ ਕਿ ਮੈਂ ਹੀ ਐਸਾ ਕਲਾਮ ਨਾਜ਼ਲ ਕਰ ਦਿਆਂਗਾ ਜਿਸ ਤਰ੍ਹਾਂ ਦਾ ਅੱਲਾਹ ਤਾਲਾ ਨੇ ਕੀਤਾ ਏ। ਵਮਨ ਕਾਲਾ ਸਉਨਜ਼ਿਲੁ ਮਿਸਲਾ ਮਾ ਅਨਜ਼ਲ ਅੱਲਾਹ। ਮਿਰਜ਼ਾ ਕਾਦੀਆਨੀ ਦਾ ਦਾਵਾ ਸੀ ਕਿ ਜਿਹੜਾ ਮੇਰੇ ਤੇ ਕਲਾਮ ਨਾਜ਼ਲ ਹੁੰਦਾ ਹੈ ਇਹਦੇ ਉੱਤੇ ਮੈਂ ਕੁਰਾਨ ਦੀ ਤਰ੍ਹਾਂ ਈਮਾਨ ਲਿਆਇਆ, ਤੌਰਾਤ ਦੀ ਤਰ੍ਹਾਂ ਈਮਾਨ ਲਿਆਇਆ, ਇੰਜੀਲ ਦੀ ਤਰ੍ਹਾਂ ਈਮਾਨ ਲਿਆਇਆ, ਜ਼ਬੂਰ ਦੀ ਤਰ੍ਹਾਂ ਇਹਦੇ ਤੇ ਮੈਂ ਇੰਜ ਈਮਾਨ ਲਿਆਇਆ ਜਿਸ ਤਰ੍ਹਾਂ ਕੁਰਾਨ ਤੇ ਤੌਰਾਤ ਤੇ ਇੰਜੀਲ ਤੇ ਜ਼ਬੂਰ ਤੇ ਈਮਾਨ ਲਿਆ। ਇਸ ਕਲਾਮ ਨੂੰ ਮੈਂ ਐਸੇ ਤਰ੍ਹਾਂ ਮੰਨਣਾ ਵਾ ਜਿਸ ਤਰ੍ਹਾਂ ਕੁਰਾਨ ਨੂੰ ਮੰਨਣਾ ਵਾ। ਇਹੋ ਹੀ ਕੁਰਾਨ ਨੇ ਆਖਿਆ ਕਿ ਉਹ ਬੜਾ ਜ਼ਾਲਮ ਹੈ ਜਿਹੜਾ ਇਹ ਆਖੇ, ਜਿਹੜਾ ਅੱਲਾਹ ਤੇ ਝੂਠ ਬੰਨੇ, ਜਾਂ ਇਹ ਆਖੇ ਕਿ ਮੇਰੇ ਤੇ ਅੱਲਾਹ ਦੀ ਵਹੀ ਹੁੰਦੀ ਹੈ ਹਾਲਾਂਕਿ ਉਹਦੇ ਤੇ ਵਹੀ ਨਹੀਂ ਹੁੰਦੀ, ਜਾਂ ਇਹ ਆਖੇ ਵਮਨ ਕਾਲਾ ਸਉਨਜ਼ਿਲੁ ਮਿਸਲ ਮਾ ਅਨਜ਼ਲ ਅੱਲਾਹ, ਕਿ ਮੈਂ ਐਸਾ ਕਲਾਮ ਪੇਸ਼ ਕਰਨਾ ਜਿਹੜਾ ਅੱਲਾਹ ਤਾਲਾ ਨੇ ਮੇਰੇ ਤੇ ਨਾਜ਼ਿਲ ਕੀਤਾ ਜਿਸ ਤਰ੍ਹਾਂ ਦਾ ਅੱਲਾਹ ਤਾਲਾ ਨੇ ਇਹ ਕੁਰਾਨ ਨਾਜ਼ਿਲ ਕੀਤਾ ਹੈ। ਤੇ ਫਿਰ ਹੁੰਦਾ ਪਤਾ ਕੀ ਹੈ? ਵਲੋ ਤਰਾ ਇਜ਼ ਜ਼ਾਲਿਮੂਨ ਫੀ ਗਮਰਾਤਿਲ ਮੌਤ। ਫਿਰ ਉਹਨਾਂ ਦਾ ਹਾਲ ਵੇਖਣਾ ਨਾ। ਵਲੋ ਤਰਾ ਇਜ਼ ਜ਼ਾਲਿਮੂਨ ਫੀ ਗਮਰਾਤਿਲ ਮੌਤ, ਮੌਤ ਦੇ ਗਮਰਾਤ ਵਿੱਚ ਇਹਨਾਂ ਜ਼ਾਲਮਾਂ ਦਾ ਹਾਲ ਵੇਖਿਆ ਕਰੋ। ਜਿਸ ਵੇਲੇ ਮੌਤ ਦੀਆਂ ਡੁਬਕੀਆਂ ਲੈਣ ਲੱਗਦੇ ਨੇ ਨਾ, ਜਿਸ ਵੇਲੇ ਇਹਨਾਂ ਤੇ ਗਰਗਰਾ ਤਾਰੀ ਹੁੰਦਾ ਹੈ, ਜਿਸ ਵੇਲੇ ਉਹ ਬੋਲਦਾ ਹੈ, ਉਹ ਘੋੜੂ ਜਿਹਾ ਨਹੀਂ ਬੋਲਦਾ, ਤੇ ਫਿਰ ਉਸ ਵੇਲੇ ਇਹਨਾਂ ਦੇ ਹਾਲ ਵੇਖਿਆ ਕਰੋ। ਵਲ ਮਲਾਇਕਾਤੁ ਬਾਸਿਤੂ ਐਦੀਹਿਮ, ਫਰਿਸ਼ਤੇ ਕੀ ਕਹਿੰਦੇ ਨੇ? ਹੱਥ ਅੱਗੇ ਕਰ ਕਰਕੇ ਆਖਰਿਜੂ ਅਨਫੁਸਕੁਮ, ਆਪਣੀਆਂ ਜਾਨਾਂ ਆਪੇ ਹੀ ਕੱਢੋ। ਹੁਣ ਇਹੋ ਜਿਹੇ ਜਿਹੜੇ ਮੁਫਤਰੀ ਕਹਿੰਦੇ ਨੇ ਨਾ ਕਿ ਸਾਡੇ ਤੇ ਉਹ ਕਲਾਮ ਇਸ ਤਰ੍ਹਾਂ ਦਾ ਹੀ ਨਾਜ਼ਲ ਹੋਇਆ ਜਿਸ ਤਰ੍ਹਾਂ ਦਾ ਕੁਰਾਨ ਵਿੱਚ ਕਲਾਮ ਨਾਜ਼ਲ ਹੋਇਆ, ਤੇ ਫਰਿਸ਼ਤੇ ਉਹਨਾਂ ਨੂੰ ਪਤਾ ਕੀ ਆ ਕਹਿੰਦੇ ਨੇ? ਆਖਰਿਜੂ ਅਨਫੁਸਕੁਮ, ਕੱਢ ਹੁਣ ਆਪਣੀ ਜਾਨ ਆਪੇ ਹੀ। ਅਲ ਯੌਮ ਤੁਜਜ਼ੌਨਾ ਅਜ਼ਾਬਲ ਹੂਨ ਬਿਮਾ ਕੁੰਤੁਮ ਤਕੂਲੂਨ ਅਲੱਲਾਹ ਗੈਰਲ ਹਕ व कुंतुम अन आय। ਕਹਿੰਦੇ ਨੇ ਆਪਣੀਆਂ ਜਾਨਾਂ ਆਪਾਂ ਹੀ ਕੱਢੋ। ਅੱਜ ਤੁਹਾਨੂੰ ਜ਼ਿਲਤ ਦਾ ਅਜ਼ਾਬ ਦਿੱਤਾ ਜਾਏਗਾ ਇਸ ਵਾਸਤੇ ਕਿ ਤੁਸੀਂ ਝੂਠੀਆਂ ਗੱਲਾਂ ਅੱਲਾ ਦੇ ਜ਼ਿੰਮੇ ਲਾਉਂਦੇ ਸੀ, ਇਸ ਲਈ ਕਿ ਤੁਸੀਂ ਉਹਦੀਆਂ ਨਿਸ਼ਾਨੀਆਂ ਦੇ ਖਿਲਾਫ ਮੁਤਕੱਬਰ ਬਣ ਕੇ ਉਦੋਂ ਘੁੰਮਦੇ ਸੀ। ਤੇ ਜਾਜ਼ੇ ਅਹਿਮਦੀ ਚਾਹੁੰਦੇ ਸੋ ਨਬੀ ਪਾਕ ਵਾਸਤੇ ਸਿਰਫ ਚੰਦ ਦਾ ਨਿਸ਼ਾਨ ਹੈ ਤੇ ਮੇਰੇ ਵਾਸਤੇ ਚੰਦ ਤੇ ਸੂਰਜ ਦੋ ਨਿਸ਼ਾਨ ਨੇ। ਕੱਢ ਹੁਣ ਆਪਣੀ ਜਾਨ ਆਪੇ ਹੀ। ਤੁਸੀਂ ਆਂਦੇ ਸੋ ਅਸਮਾਨ ਤੋਂ ਕਈ ਤਖਤ ਉਤਾਰੇ ਗਏ ਨੇ, ਸਭ ਤੋਂ ਉੱਚਾ ਤਖਤ ਮੇਰਾ ਬਿਛਾਇਆ ਗਿਆ ਹੈ। ਤੁਸੀਂ ਆਂਦੇ ਸੋ ਸਾਡੇ ਆਵਣ ਨਾਲ ਪਿਛਲਿਆਂ ਸਾਰਿਆਂ ਦੇ ਪਾਣੀ ਮੁਕੱਦਰ ਹੋ ਗਏ ਨੇ। ਤੁਸੀਂ ਦਾਅਵੇ ਕਰਦੇ ਸੋ ਕਿ ਅਸੀਂ ਹਸਨੋ ਹੁਸੈਨ ਤੋਂ ਆਲਾ ਵਾਂ। ਇਹ ਤਕੱਬਰ ਕਰਨ ਵਾਲੇ
ਬਦਬਖਤ ਅੱਜ ਤੁਹਾਨੂੰ ਜ਼ਿਲਤ ਦਾ ਅਜ਼ਾਬ ਦਿੱਤਾ ਜਾਏਗਾ। ਤੁਸੀਂ ਝੂਠੀਆਂ ਗੱਲਾਂ ਅੱਲਾ ਦੇ ਜ਼ਿੰਮੇ ਲਾਉਂਦੇ ਸੋ, ਉਹਦੀਆਂ ਨਿਸ਼ਾਨੀਆਂ ਦੇ ਖਿਲਾਫ ਮੁਤਕੱਬਰ ਬਣ ਕੇ ਫਿਰਦੇ ਸੋ। ਵਕੁੰਤੁਮ ਅਨ ਆਯਾਤਿਹੀ ਤਸਤਕਬਿरून, ਇਹ ਤੁਹਾਡਾ ਅੰਜਾਮ ਹੋਣਾ ਹੈ। ਔਰ ਬਿਲਕੁਲ ਹੈ ਇਸ ਬੰਦੇ ਦੀ ਮੌਤ ਐਸੀ ਹੀ ਸੀ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਤੁਹਾਡੀਆਂ ਅੱਖਾਂ ਦੇ ਸਾਹਮਣੇ ਉਹਦੀ ਮੌਤ, ਉਹਦੇ ਜਿਹੜੇ ਸਾਹਮਣੇ ਉਹਦੇ ਘਰਦਿਆਂ ਨੇ ਲਿਖੀ, ਅਸੀਂ ਉਹੀ ਵੀ ਬਿਆਨ ਕਰਨੇ, ਕੋਲੋਂ ਤੇ ਇੱਕ ਲਫ਼ਜ਼ ਵੀ ਨਹੀਂ ਪਾਉਂਦੇ ਪਿਆ। ਮੈਂ ਆਖਿਆ ਬਰਫ਼ ਲਾਈ 3 ਵਜੇ, ਮੈਂ ਕੋਲੋਂ ਗੱਲ ਕੱਢ ਲਈ, ਮੈਂ ਕੋਈ ਗੱਲ ਕੋਲੋਂ ਘੜ ਕੇ ਬਿਆਨ ਕੀਤੀ ਵੀ ਬਾਂਸ ਬਣ ਕੇ ਉਹਨੂੰ ਸੰਦੂਕ ਉਹਦਾ ਮੰਜੀ ਦੇ ਉੱਤੇ ਧਰ ਕੇ ਲਈ ਜਾਂਦੇ ਸੀ। ਮੈਂ ਆਖਿਆ ਤੂੰ ਸਵੇਰੇ 6:30 ਵਜੇ ਜ਼ਬਾਨ ਬੰਦ ਹੋ ਗਈ ਸੀ, ਬੋਲਿਆ ਨਹੀਂ ਸੀ ਜਾਂਦਾ, ਤੇ ਉਹਨਾਂ ਕਾਗਜ਼ ਤੇ ਕਲਮ ਦਿੱਤਾ ਵੀ ਇਹਦੇ ਤੋਂ ਕੋਈ ਲਿਖ ਕੇ ਦੇ। ਇਹ ਸਾਰੀਆਂ ਗੱਲਾਂ ਤੂੰ ਆਪ ਲਿਖੀਆਂ ਨੇ, ਉਹਨਾਂ ਦੇ ਮੁੰਡਿਆਂ ਨੇ। ਕਹਿੰਜ ਜ਼ਬਾਨ ਬੰਦ ਹੋ ਗਈ 6:30 ਤੋਂ ਬਾਅਦ, ਤੇ 10 ਵਜੇ ਤਾਈਂ ਬੋਲਣ ਨਹੀਂ ਹੁੰਦਾ ਸੀ। 10 ਵਜੇ ਜਾਨ ਨਿਕਲੀ ਏ, 3 ਵਜੇ ਚੁੱਕ ਕੇ ਮੰਜੀ ਤੇ ਸਟੇਸ਼ਨ ਨੂੰ ਖੜਿਆ ਤੇ ਰਾਹ 'ਚ ਬਰਫ਼ ਲਾਣੀ ਪੈਂਦੀ ਪਈ ਸੀ। ਇਹ ਗੱਲਾਂ ਕਿਹਨੇ ਲਿਖੀਆਂ ਨੇ? ਇਹ ਬਦਬੂਦਾਰ ਮੌਤ, ਇਹ ਜ਼ਿਲਤ ਅਮੇਜ਼ ਮੌਤ, ਅੱਲਾ ਕਿਸੇ ਦੁਸ਼ਮਣ ਦੀ ਵੀ ਇਹੋ ਜਿਹੀ ਮੌਤ ਨਾ ਕਰੇ। ਅੱਲਾ ਦੀ ਪਨਾਹ ਚਾਹੋ ਐਸੇ ਬਦਬਖਤ ਲੋਕਾਂ ਤੋਂ, ਜਿਹੜੇ ਕਹਿੰਦੇ ਨੇ ਕਿ ਅਸੀਂ, ਸਾਡੇ ਤੇ ਵੀ ਇਹੋ ਜਿਹਾ ਕਲਾਮ ਨਾਜ਼ਲ ਹੁੰਦਾ ਜਿਸ ਤਰ੍ਹਾਂ ਦਾ ਮੁਹੰਮਦ ਅਰਬੀ ਸੱਲੱਲਾਹੁ ਅਲੈਹਿ ਵਸੱਲਮ ਤੇ ਨਾਜ਼ਲ ਹੁੰਦਾ ਸੀ। ਐਸੇ ਬਦਬਖਤ ਲੋਕ, ਇਹ ਝੂਠੇ ਮਦਈਆ ਨੇ ਨਬੂਵਤ, ਜਿਹੜੇ ਐਡੇ ਵੱਡੇ ਵੱਡੇ ਦਾਅਵੇ ਕਰਦੇ ਨੇ ਨਾ, ਮੁਰਦਾ ਅਲੀ ਕੋ ਛੋੜੋ ਤੁਮ में जिंदा अली मौजूद है, ਇਹ ਲਫ਼ਜ਼ ਨੇ ਇਸ ਮਿਰਜ਼ਾ ਕਾਦੀਆਨੀ ਦੇ। ਮੁਰਦਾ ਅਲੀ ਕੋ ਛੋੜੋ ਤੁਮ में जिंदा अली मौजूद है। अल्लाह दे नबी दे नवासे दे बारे ऐसे ऐसे गंदे अल्फाज लिखे ने, वो तो नुमीदी में मर गया, माज अल्लाह अस्तगफिरुल्लाह। परसों की गल है, ਉਹਦੀ ਵਰਿਆਮ ਦੀ ਬਰਾੜ ਤੇ ਮੈਂ ਦੇ ਕੇ ਆਇਆ ਵਾਲਾ, ਹਾਲ ਤੇ ਪਾਰਿਆ ਪਿੱਛੇ ਪੈ ਗਈ। ਇਹ ਕੀ ਕਹਿ ਗਿਆ, ਇਹ ਕੀ ਕਹਿ ਗਿਆ? ਮੈਂ ਕਿਹਾ ਉਹਨਾਂ ਲਿਆਓ, ਮੈਂ ਇਜਾਜ਼ਤ ਅਹਿਮਦ ਦੀ 183 ਸਫਾ ਕੱਢ ਕੇ ਮੈਂ ਤੁਹਾਨੂੰ ਦੇਵਾਂ, 193 ਸਫਾ। ਕਹਿੰਦਾ ਤੁਸੀਂ ਸਈਦਨਾ ਹੁਸੈਨ ਕੋਲੋਂ ਉਮੀਦਾਂ ਰੱਖੀਆਂ ਨੇ ਨਜਾਤ ਦੀਆਂ, ਉਹ ਤੇ ਨੌ ਉਮੀਦੀ ਦੀ ਮੌਤ ਮਰ ਗਿਆ ਸੀ, ਮਾਜ਼ ਅੱਲਾ ਅਸਤਗਫਿਰੁल्लाह। ਇਸ ਤਰ੍ਹਾਂ ਦਾ ਮੁਤਕੱਬਰ ਬੰਦਾ, ਇਸ ਤਰ੍ਹਾਂ ਦਾ ਮੁਤਕੱਬਰਾਨਾ ਕਲਾਮ ਕਰਨ ਵਾਲਾ ਬੰਦਾ, ਇਹ ਉਹਨਾਂ ਦੇ ਫਿਰ ਹਾਲ ਹੁੰਦੇ ਨੇ ਮੌਤ ਵੇਲੇ। ਅਸੀਂ ਕੋਈ ਵੀ ਗੱਲ ਕੋਲੋਂ ਨਹੀਂ ਕਰਦੇ, ਜੋ ਉਹਨਾਂ ਨੇ ਲਿਖਿਆ ਉਹੀ ਬਿਆਨ ਪੇ ਕਰਨੇ ਆ। ਲੋ ਜੀ, ਮੈਂ ਥੋੜਾ ਬਿਜ਼ੀ ਹੋਣਾ। ਜ਼ਿਆ ਭਾਈ ਨੇ ਮੇਰਾ ਚੰਗਾ ਰਗੜਾ ਲਾਇਆ ਨਿਸ਼ਾਨ, ਹੁਣ ਬੋਲਣ ਨਹੀਂ ਪਿਆ ਹੁੰਦਾ ਨੇ। माशाल्लाह आमिर भाई, बड़ी ज़बरदस्त, आपने बहुत ज़बरदस्त खिताब किया है, लेकिन बस आपसे थोड़ा गिला है। गिला भी है? हाँ जी। वो केड़ा? आज आपने जब मुझे जड़ा गिला तितर जड़ा टुर गया बगैर टोकरा खाली लै गई। नहीं मैं कोई गलती नाल एक बंदा चुक लेता सी। आमिर भाई ने आके मैनू कहा कि मोहतरम ये वो, द लफ्ज़ अपनाइयत नजर नहीं आई सी। आके उस तरह मेरे नाल गल करदे जिस तरह उन्हें मिंटे नाल कीती है, तो फिर मैं समझदा कि मैं तुहाडा अपना वां। नहीं, मैं पता नहीं, मैनू नहीं पता। मैं उस वेले जदों भी मैं बराड़ ते आमना, तो उस वेले मेरा थोड़ा जिहा ढिला हो जाए, मट्ठा जिहा हुंदा निज़ाम, ते उस हुण ते मैं गर्म होया सी ना, तो मैं मिंटे नूं गरम बोल गया वां। लेकिन ਉਹ ਮੈਂ ਅਸਲ ਦੇ ਵਿੱਚ ਇਹੀ ਕਿਹਾ ਕਿ ਇਹ ਜਿਹੜੇ 6-7 ਬੰਦੇ ਨੇ ਨਾ, ਇਹਨਾਂ ਤੇ ਨਿਸ਼ਾਨੀਆਂ ਲਾ ਲਓ, ਜਿਨ੍ਹਾਂ ਨਬੀ ਪਾਕ ਨੂੰ ਇੱਥੇ ਟਿਕਟਾਕ ਦੇ ਉੱਤੇ ਗਾਲਾਂ ਕੱਢੀਆਂ ਨੇ, ਇਹਨਾਂ ਨੂੰ ਆਪਣੀ ਬਰਾੜ ਤੇ ਨਹੀਂ ਲੈਣਾ। ਗਲੀ ਕੁੱਚੇ ਕਿਰੇ ਭੌਂਕਦੇ ਪਏ ਹੋਣ ਤੇ ਫਿਰ ਕਿਰੇ ਵੱਟਾ ਮਾਰਨਾ ਪੈ ਜਾਏ ਤੇ ਪੈ ਜਾਏ, ਇਹਨਾਂ ਨੂੰ ਆਪਣੀ ਬਰਾੜ ਦੇ ਉੱਤੇ ਚੁੱਕਣ ਦੀ ਕੋਈ ਜ਼ਰੂਰਤ ਨਹੀਂ। ਅੱਜ ਤੋਂ ਬਾਅਦ ਬਿਲਕੁਲ ਵੀ ਨਹੀਂ ਕਰਾਂਗਾ, ਬਿਲਕੁਲ। ਇਹ 6-7 ਬੰਦੇ ਨੇ, ਇਹਨਾਂ ਨੇ ਬਿਲਕੁਲ ਨੰਗੀਆਂ ਗਾਲਾਂ ਕੱਢੀਆਂ ਨੇ। ਮੈਂ ਇੱਕ ਮਿਰਜ਼ੇ ਨੂੰ ਅਮਰ ਭਾਈ ਹਵਾਲਾ ਦੱਸਿਆ ਨਾ ਕਿ ਇਸ ਮਿਰਜ਼ੇ ਕਾਦੀਆਨੀ ਨੇ ਲਿਖਿਆ ਹੈ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਸ਼ਾਨ ਦੇ ਜਿੰਨੇ ਗੁਸਤਾਖੀ ਕੀਤੀ ਹੈ, ਤੇ ਉਹ ਈਸਾ ਅਲੈਹਿਸਲਾਮ ਦੇ ਬਾਰੇ ਚ ਕਹਿ ਰਿਹਾ ਸੀ ਕਿ ਈਸਾ ਅਲੈਹਿਸਲਾਮ ਤੇ ਅੱਲਾਹ ਤਾਲਾ ਨੇ ਅਸਮਾਨ ਦੀ ਤਰਫ ਉਠਾ ਲਏ, ਤੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੂੰ ਨਕਲੇ ਕੁਫਰ ਨਬਾਸ਼ਤ ਛੁਪਨੇ ਵਾਸਤੇ ਇੱਕ ਤਾਫਨ ਤੇ ਉਹ ਬਦਬੂ ਵਾਲੀ ਜਗ੍ਹਾ ਤੇ ਉਹ ਸਾਰਾ ਕੋਈ ਨਾ ਗੰਦਗੀ ਵਾਲੀ ਨਾਉਜ਼ ਬਿੱਲਾ। ਤੇ ਮੈਂ ਕਿਹਾ ਅਗਰ ਇਹ ਗੱਲ ਮੈਂ ਕਵਾਂ, ਕਿਉਂਕਿ ਉਹ ਕਹਿੰਦਾ ਇਹ ਤੋਹੀਨ ਨਹੀਂ ਹੈ, ਇਹ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਤੋਹੀਨ ਨਹੀਂ ਹੈ, ਇਹ ਮਿਰਜ਼ਾ ਸਾਹਿਬ ਨੇ ਹਕੀਕਤ ਬਿਆਨ ਕੀਤੀ। ਤੇ ਮੈਂ ਕਿਹਾ ਜੇ ਮੈਂ ਕਹਾਂ ਜਿੱਥੇ ਮਿਰਜ਼ਾ ਕਾਦੀਆਨੀ ਦੱਬਿਆ ਹੋਇਆ ਏ ਉਹ ਤਾਫਨ ਜ਼ਦਾ ਤੇ ਬਦਬੂ ਤੇ ਕੀੜੇ ਪਏ ਨੇ ਉੱਥੇ, ਕਹਿੰਦਾ ਇਹਨੂੰ ਥੱਲੇ ਲਾ ਦਿਓ, ਇਹਨੇ ਤੋਹੀਨ ਕਰ ਦਿੱਤੀ। ਮੈਂ ਕਿਹਾ ਅੱਛਾ ਚਲੋ, ਵੈਸੇ ਤੋਹੀਨ ਹੋ ਜਾਂਦੀ।
ਮਤਲਬ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਵਾਸਤੇ ਉਹੀ ਅਲਫਾਜ਼ ਬੋਲੇ ਜਾਣ ਤੇ ਤੁਸੀਂ ਕਹਿੰਦੇ ਹੋ ਨਹੀਂ ਇਹ ਕੋਈ ਤੋਹੀ ਨਹੀਂ ਕੀਤੀ, ਇਹ ਹਕੀਕਤ ਬਿਆਨ ਕੀਤੀ। ਤੇ ਅਸੀਂ ਉਹੀ ਗੱਲ ਕਰ ਦਈਏ ਮਿਰਜ਼ੇ ਕਾਦੀਆਨੀ ਵਾਸਤੇ ਤੇ ਕਹਿੰਦੇ ਹੋ ਗੁਸਤਾਹੀ ਹੋ ਗਈ ਥੱਲਾ ਦੇ ਜਿੱਡੇ ਕੋ ਲਾਂਤੀ ਨੇ ਖੁਦਾ ਦੀ ਕਸਮ। ਮਿਰਜ਼ੇ ਕਾਦੀਆਨੀ ਵੈਸੇ ਆਮਰ ਭਾਈ ਤੁਸੀਂ ਨਾ ਇਹਨਾਂ ਕੋਲੋਂ ਨਾ ਇਬਾਰਤ ਰੱਖ ਕੇ ਪੁੱਛ ਲਓ ਕਿ ਇਹ ਗੁਸਤਾਹੀ ਹੈ, तो फौरन कह देंगे जी जी बिल्कुल ये गुस्ताही है। नाल ही कह दो ना कि मिर्जा का दिन नहीं, अब देखना पड़ेगा, अब देखना पड़ेगा इसमें बात क्या उन्होंने की। ਭਾਈ ਸਾਹਿਬ ਉਹ ਘਰੋਂ ਤੇਲ ਲਾ ਕੇ ਆਉਂਦੇ ਨੇ, ਉਹਨਾਂ ਦੇ ਘਰ ਅਨਾਉਂਸਮੈਂਟ ਹੁੰਦੀ ਹੈ, ਉਹਨਾਂ ਦੀ ਕਲਟੀ ਮਾਰ ਜਾਂਦੀ। ਉਹ ਕਹਿੰਦੇ ਨੇ कि अहमदी वो है जो जाके जमात का दफा करे, कुछ भी लिखा हुआ है किताबों में दफा करें उनका, उस गंदगी का, बस इस टारगेट तो हम अस्सलाम वालेकुम रहमतुल्लाहि व बरकातहू। वालेकुम अस्सलाम रहमतुल्लाह। जी आमिर भाई, अल्लाह ताला आपको ज़िंदगी दे, सेहत दे। मैंने एक बात इन कादियानियों में जो है वो ये भी नोट किया है कि मिसाल के तौर पे अगर एक मुसलमान का किसी ईसाई के साथ ज़रा सा मुनाजरा होता है ना, तो वो जाहिर सी बात है ओल फोल तो मुंह से निकालते हैं, ठीक है, मगर एक मुसलमान होने के नाते से हम ईसा अलैहिस्सलाम की ताज़ीम करते हैं, दिल से करते हैं। मगर ये ऐसे बदबख्त हैं कि जब क्योंकि हम मरज़ई उसके ऊपर मिर्ज़ा ग़ुलाम अहमद के ऊपर हम एग्री नहीं करते, जाहिर सी बात है फिर हम बोलेंगे। जब हम बोलते हैं तो ये कम से कम नबी अलैहिस्सलाम की भी जो है ना ये ताज़ीम भूल जाते हैं। यानी जो चीज़ हम दोनों जमातों में एक तरीके से मुश्तरका है, जहाँ तक कि भाई आप भी कहते हैं कि भाई नबी अलैहिस्सलाम जो है वो नबी है और हम भी मानते हैं, तो ये वहाँ पे भी जो है वो यानी कि अपनी ज़लालत अपनी छोड़ते ही नहीं। तो ये तो रसूलुल्लाह अलैहिस्सलाम को मेरा जो जहाँ तक अंदाज़ा है, अगर मैं गलत हूँ आप मुझे प्लीज़ दुरुस्त कीजिएगा, कि ये जालिम लोग जो है वो नबी अलैहिस्सलाम को भी नहीं मानते, ये ऐसी बस कागजी कार्रवाई है। दुरुस्त बात। जी आमिर भाई, बिल्कुल सही आप कह रहे हैं, हमारा भी यही दावा है कि ये नबी अलैहिस्सलाम को मानते ही नहीं, जो मानता हो वो नबी अलैहिस्सलाम की तरफ इस तरह की गंदी इल्ज़ामी बातें मंसूब करता ही नहीं, वो ज़ुबान पर इस तरह के अल्फाज लाता ही नहीं, ये मानते ही नहीं। हम नहीं मानते कि ये मानते हैं, अगर ये मानते होते तो ये इस तरह की हरकतें ना करते। फिर मिर्ज़ा कादियानी का दफा करने के लिए जिसका खुद का दावा है, और ये भी सारे अपने मुंह से यही कहते हैं कि नहीं नहीं वो तो गुलाम है, गुलाम है, तो भाई अगर गुलाम है तो गुलाम के दफा के लिए आका के ऊपर हमला कोई तुक बनता है? अगर ये गुलाम होता तो कहता है मुझे जो किसी ने कहना है कहो, लेकिन मेरे आका की तरफ उंगली ना करना, मेरे दफा की खातर उन पर हमला ना करना। ये तो खुद मत दे के गया है, ये कहता है अगर मैं झूठा हूं तो फिर कोई भी नबी सच्चा नहीं है, फिर इस्लाम भी सच्चा नहीं है, फिर किसी नबी की भी कोई भी बात सच्ची नहीं है। तो है नहीं ऐसी बात जिस तरह का ये दावा करते हैं कि हम नबी पाक को मानते हैं, बिल्कुल नहीं मानते। ਕੱਲ ਪਰਸੋਂ ਇੱਕ ਮਰਜ਼ਈ पे ਕਹਿੰਦਾ ਸੀ ਮਿਰਜ਼ਾ ਸਾਹਿਬ ਤੇ ਸ਼ਰੀਅਤ ਦਾ ਦਾਵਾ ਵੀ ਕਰਦੇ ਨਾ ਨਬੂਵਤ ਵਾਲਾ, ਤਾਂ ਅਸੀਂ ਉਹ ਵੀ ਮੰਨ ਲੈਣਾ ਸੀ। ਤੇ ਇਹ ਤੇ ਹਕੀਮ ਨੂਰਦੀਨ ਨੇ ਕਿਹਾ ਨਾ, ਸੇਮ ਇਹੀ ਗੱਲ ਉਹਨੇ ਹਕੀਮ ਨੂਰਦੀਨ ਨੇ ਕਿਹਾ ਕਿ ਅਗਰ ਉਹ ਸ਼ਰੀਅਤ ਵਾਲਾ ਦਾਵਾ ਕਰ ਦਿੰਦਾ ਤਾਂ ਅਸੀਂ ਖਾਤਮ ਨਬੀਨ ਦੀ ਤਵੀਲ ਕਰਕੇ ਤੇ ਉਹਦਾ ਹੋਰ ਮੈਂ ਨਹੀਂ ਕਰ ਲੈਣਾ ਸੀ। ਅਸਲ ਚੀਜ਼ ਹੁੰਦੀ ਹੈ, ਉਹਨੇ ਕਿਹਾ ਕਿਸੇ ਬੰਦੇ ਨੂੰ ਸੱਚਾ ਮੰਨ, ਜਦੋਂ ਮੰਨ ਲਿਆ ਫਿਰ ਉਹ ਦਾਵਾ ਜਿਸ ਤਰ੍ਹਾਂ ਦਾ ਵੀ ਕਰੇ, ਭਾਵੇਂ ਉਹ ਖੁਦ ਨੂੰ ਨਬੀ ਕਵੇ, ਰਸੂਲ ਕਵੇ, ਫਰਿਸ਼ਤਾ ਕਵੇ, ਖੁਦਾ ਕਵੇ, ਜੋ ਵੀ ਉਹ ਕਹਿੰਦਾ ਉਹ ਸਾਨੂੰ ਮੰਨਣਾ ਪੈਣਾ। ਇਹ ਹਕੀਮ ਨੂਰਦੀਨ ਨੇ ਵੀ ਕਿਹਾ, ਉਹਦੇ ਚ ਸੀਰਤੁਲ ਮਹਿਦੀ ਚ ਲਿਖਿਆ। ਵਕਫਾ ਕਰਨਾ ਹੈ ਕਿ ਮੈਂ ਕਰ ਲਾਂ ਵਕਫਾ 10 ਮਿੰਟ ਤੇ ਫਿਰ ਤੁਸੀਂ ਕਰੋ, ਤੁਸੀਂ ਕਰ ਲਓ ਵਕਫਾ, ਅਸੀਂ ਤੇ ਬੈਠੇ ਆ। ਮੈਂ ਕੋਰੀ ਆ ਗਏ ਤੇ ਫਿਰ ਬੰਦ ਕਰ ਦੇਂਗੇ ਨਾ।